ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਜਰਨਲ ਦਾ ਪੇਪਰ ਸੌਖਾ ਹੁੰਦਾ ਵਾ ਐਕੈਡੈਮਿਕ ਨਾਲੋਂ, ਇਹ ਸੱਚੀ ਹੈਗੀ ਇਹ ਗੱਲ? ਜਦ ਮੈਂ ਆਇਲਸ ਕਰਨੀ ਸਟਾਰਟ ਕੀਤੀ ਸੀਗੀ ਤਾਂ ਉਦੋਂ ਤੁਸੀਂ ਕਹ ਲਓ ਕਿ ਮੈਨੂੰ ਡੂ ਅਤੇ ਡਜ਼ ਦਾ ਵੀ ਨਾ ਪ੍ਰੋਪਰ ਯੂਜ਼ੇਜ ਨਹੀਂ ਆਉਂਦਾ ਹੁੰਦਾ ਸੀਗਾ। ਮੈਨੂੰ ਇੱਕ ਸਾਇੰਸ ਟੀਚਰ ਨੇ ਵੀ ਕਹਿਤਾ ਸੀਗਾ ਵੀ ਤੂੰ ਲਾਈਫ 'ਚ ਸਕਸੈਸਫੁਲ ਨਹੀਂ ਹੋਏਗਾ, ਤੂੰ ਜੇ 12ਵੀਂ ਵੀ ਪਾਸ ਕਰ ਗਿਆ ਤਾਂ ਦੇਖ ਲਈ। ਜਿਵੇਂ ਮੇਰਾ ਮੈਥ ਨਹੀਂ ਚੰਗਾ ਤਾਂ ਮੈਂ 10ਵੀਂ ਤੋਂ ਬਾਅਦ ਸੋਚ ਲਿਆ ਸੀ ਵੀ ਮੈਂ ਮੈਥ ਪੜ੍ਹਨਾ ਹੀ ਨਹੀਂ ਕਿਉਂਕਿ ਮੇਰਾ ਵਧੀਆ ਨਹੀਂ ਹੈਗਾ, ਹੈ ਨਾ। ਜਿਵੇਂ ਤੁਹਾਡੀ ਤਾਂ ਇੰਗਲਿਸ਼ ਨਹੀਂ ਚੰਗੀ ਸੀ, ਫਿਰ ਤੁਸੀਂ ਆਇਲਸ 'ਚ ਕਿੱਦਾਂ ਆ ਗਏ? ਉਹ ਇੱਕ ਇੰਬੈਰੈਸਮੈਂਟ ਜਿਹੜੀ ਹੋਈ ਸੀਗੀ ਮੈਨੂੰ ਕਲਾਸ ਦੇ ਵਿੱਚ ਕਿ ਸਾਰੇ ਜਾਣੇ ਹੱਸ ਰਹੇ ਹੈ ਬਟ ਕਲੀਅਰ ਕੋਈ ਨਹੀਂ ਕਰ ਰਿਹਾ, ਜਦ ਕਿ ਇੱਕ ਟੀਚਰ ਦਾ ਰੋਲ ਹੋਣਾ ਚਾਹੀਦਾ ਹੈ ਵੀ ਜੇ ਸਟੂਡੈਂਟ ਤੋਂ ਗਲਤੀ ਹੋ ਗਈ ਤਾਂ ਆਪਾਂ ਉਹਨੂੰ ਦੱਸੀਏ ਕਿ ਗਲਤੀ ਕਿਉਂ ਹੋਈ ਅਤੇ ਤੂੰ ਕਿਵੇਂ ਠੀਕ ਕਰ ਸਕਦਾ। ਤੁਹਾਨੂੰ ਆਇਲਸ ਹਊਆ ਲੱਗਣੋਂ ਹਟ ਗਿਆ ਜਦ ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਪ੍ਰਪੇਅਰ ਕਰਦੇ ਹੋ ਸਟੂਡੈਂਟਸ ਨੂੰ ਕਿ ਆਇਲਸ ਦਾ ਪੇਪਰ ਹਊਆ ਨਹੀਂ ਹੈਗਾ? ਜੇ ਤੁਸੀਂ ਆਪਣੇ ਆਪ 'ਤੇ ਇਨਵੈਸਟਮੈਂਟ ਲਾ ਰਹੇ ਹੋ, ਆਪਣੀ ਐਜੂਕੇਸ਼ਨ 'ਤੇ ਇਨਵੈਸਟਮੈਂਟ ਲਾ ਰਹੇ ਹੋ ਅਤੇ ਜੇ ਤੁਹਾਡਾ ਤੁਸੀਂ ਕਹਿ ਲਓ ਕਿ ਫੈਸਲਾ ਤੁਹਾਡੇ ਦਿਲ ਤੋਂ ਹੈ ਤਾਂ ਤੁਸੀਂ ਸਕਸੈਸਫੁਲ ਹੋਵੋਗੇ ਹੀ ਹੋਵੋਗੇ। ਤੁਸੀਂ 13 ਵਾਰ ਆਇਲਸ ਕਿਉਂ ਦਿੱਤਾ? ਹੁਣ ਵੀ ਮੈਂ ਚਾਹੇ PR ਵੀ ਮਿਲ ਜੇ ਫਿਰ ਵੀ ਆਇਲਸ ਦਾ ਪੇਪਰ ਤਾਂ ਦਿੰਦਾ ਕਿ ਜੋ ਮੈਂ ਸਿਖਾਉਂਦਾ ਉਹ ਵਰਡਿੰਗ ਐਕੂਰੇਟ ਹੈਗੀ ਹੈ ਕਿ ਉਹਦੇ ਵਿੱਚ ਕੋਈ ਗਲਤੀ ਹੈਗੀ ਹੈ, ਉਹਨੂੰ ਚੈੱਕ ਕਰਨ ਲਈ। ਬੱਚੇ ਨੂੰ ਆਇਲਸ ਸ਼ੁਰੂ ਕਦੋਂ ਕਰਨੀ ਚਾਹੀਦੀ ਆ? ਮੰਨ ਲਓ ਕਿ ਮੰਨ ਲਓ ਵੀ ਮੈਂ ਆਇਲਸ ਸ਼ੁਰੂ ਕਰਨੀ ਆ, ਪਰ ਇਸ ਤੋਂ ਪਹਿਲਾਂ ਦੀਆਂ ਮੇਰੀਆਂ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ ਨੇ? ਬਿਨਾਂ ਵਿੱਚ ਮੋਬਾਈਲ ਫੋਨ ਚੈੱਕ ਕੀਤੇ ਜਾਂ ਫਿਰ ਬਿਨਾਂ ਇੱਧਰ ਉੱਧਰ ਭਟਕੇ, ਬਿਨਾਂ ਪਾਣੀ ਪੂਣੀ ਪੀਣ ਜਾਂ ਹੋਰ ਖਾਣ ਪੀਣ ਜਾਣ ਜਾਂ ਅੱਖਾਂ ਧੋਣ, ਇਹੋ ਜਿਹੇ ਬਹਾਨੇ ਬਿਨਾਂ ਬਣਾਏ ਅਗਰ ਉਹ 1 ਘੰਟਾ ਬੈਠ ਸਕੇਗਾ ਤਾਂ ਹੀ ਉੱਥੇ ਜਾ ਕੇ ਉਹ ਆਪਣੀ ਰੀਡਿੰਗ ਸੋਲਵ ਕਰ ਸਕੇਗਾ। ਕਈ ਵਾਰੀ ਬੱਚਾ ਨਹੀਂ ਚਾਹੁੰਦਾ ਹੁੰਦਾ ਪਰ ਪੇਰੈਂਟਸ ਉਹਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੂੰ ਵੀ ਆਇਲਸ ਕਰ, ਤੂੰ ਵੀ ਬਾਹਰ ਹੀ ਜਾ। ਸੋ ਇਹ ਚੀਜ਼ ਕਿੰਨੀ ਕੁ ਸਹੀ ਆ? ਮੇਰੀ ਇੱਕ ਆਨਲਾਈਨ ਸਟੂਡੈਂਟ ਸੀਗੀ, ਉਹਨੇ ਮੈਨੂੰ ਹੱਸ ਕੇ ਕਿਹਾ ਸੀਗਾ ਕਿ ਸਰ ਮੈਂ ਤਾਂ PhD ਕਰੀ ਹੋਈ ਹੈ ਪਰ ਮੈਂ ਆਪਣੇ ਪੇਰੈਂਟਸ ਦੀ ਨਜ਼ਰ ਦੇ ਵਿੱਚ ਨਾ ਜਿਹੜੀ ਨਾਲ ਦੇ ਗੁਆਂਢ ਦੇ ਵਿੱਚ ਆਇਲਸ ਕਰਕੇ ਚਲੀ ਗਈ 12ਵੀਂ ਤੋਂ ਬਾਅਦ, ਉਸ ਤੋਂ ਨੀਚੇ ਹੈ। ਆਇਲਸ ਦੇ ਵਿੱਚ ਮੰਨ ਲਓ ਵੀ ਕਿਸੇ ਨੇ 6 6.5 ਦਾ ਸਕੋਰ ਕਰਨਾ ਆ ਤਾਂ ਉਹਨੂੰ ਕਿੰਨੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ? ਆਇਲਸ ਦੇ ਐਗਜ਼ਾਮ ਦੇ ਵਿੱਚ 2 ਚੀਜ਼ਾਂ ਕੰਮ ਆਉਂਦੀਆਂ। ਇੱਕ ਹੈਗੀ ਹੈ ਕਿ ਤੁਹਾਡੀ ਨੌਲੇਜ ਤੇ ਦੂਸਰਾ ਉਸ ਨੌਲੇਜ ਨੂੰ ਅਪਲਾਈ ਕਰਦੇ ਹੋਏ ਤੁਹਾਡਾ ਮਾਈਂਡਸੈਟ। ਪਰ ਇਹਦਾ ਤੁਹਾਨੂੰ ਨੁਕਸਾਨ ਨਹੀਂ ਹੈ ਇਦਾਂ ਦਾ ਬੱਚੇ ਤੁਹਾਡੀਆਂ ਮਤਲਬ ਆਨਲਾਈਨ ਕਲਾਸਿਸ ਹੀ ਅਟੈਂਡ ਕਰਨਗੇ, ਤੁਹਾਡੇ ਕੋਲੇ ਐਡਮਿਸ਼ਨ ਨਹੀਂ ਲੈਣਗੇ? ਸਟੂਡੈਂਟਸ ਨੂੰ ਪਾਸ ਕਰਨ ਲਈ ਨਹੀਂ ਤਰੀਕੇ ਬਣਾਏ ਹੋਏ, ਇਹ ਉਹਨਾਂ ਨੇ ਸਟੂਡੈਂਟਸ ਨੂੰ ਬਿਠਾਈ ਰੱਖਣ ਲਈ ਤਰੀਕੇ ਬਣਾਏ ਹੋਏ ਨੇ ਅਤੇ ਸਟੂਡੈਂਟਸ ਨੂੰ ਫਿਰ ਐਵੇਂ ਦਾ ਯਕੀਨ ਹੋਣ ਲੱਗ ਜਾਂਦਾ। ਜਿਵੇਂ ਪਹਿਲੀ ਵਾਰੀ ਆਪਣੇ ਸਟੂਡੈਂਟਸ ਨੂੰ ਇਹ ਗੱਲ ਕਹੀ ਸੀਗੀ ਨਾ ਕਿ ਤੁਸੀਂ 4 ਸੈਕਸ਼ਨ ਨਹੀਂ ਕਰਨੇ ਇੱਕ ਦਿਨ 'ਚ। ਅੱਛਾ, ਤੁਸੀਂ 2 ਸੈਕਸ਼ਨ ਲਓ। ਜਿਹੜੇ ਚੰਗੇ ਲੋਕ ਪੜ੍ਹੇ ਲਿਖੇ ਨੇ, ਫਾਈਨੈਂਸ਼ਲੀ ਵਧੀਆ ਨੇ, ਸਕਸੈਸਫੁਲ ਨੇਗੇ, ਉਹ ਬਾਹਰ ਕਿਉਂ ਜਾ ਰਹੇ ਨੇ? ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਇੱਕ ਫਿਲਮ ਦੇਖ ਰਹੀ ਸੀ ਲੇਖ, ਤੇ ਲੇਖ ਦੇ ਵਿੱਚ ਨਿਰਮਲ ਰਿਸ਼ੀ ਹੋਰਾਂ ਦਾ ਇੱਕ ਡਾਇਲੋਗ ਆ ਕਿ ਜਦੋਂ ਤੁਹਾਡੇ ਮਨ ਅਨੁਸਾਰ ਨਾ ਹੋ ਰਿਹਾ ਹੋਵੇ ਤਾਂ ਸਮਝ ਲਓ ਕਿ ਪਰਮਾਤਮਾ ਆਪਣੇ ਮਨ ਅਨੁਸਾਰ ਕਰ ਰਿਹਾ ਤੇ ਉਹ ਸਾਡੇ ਲਈ ਸਾਡੇ ਸੋਚਣ ਨਾਲੋਂ ਵੀ ਜ਼ਿਆਦਾ ਚੰਗਾ ਹੁੰਦਾ। ਇੱਕ ਇਹੋ ਜਿਹੀ ਉਦਾਹਰਣ ਅੱਜ ਬੀ ਸੋਸ਼ਲ ਤੇ ਤੁਹਾਡੇ ਰੂਬਰੂ ਕਰ ਰਹੇ ਹਾਂ। ਸਾਡੇ ਨਾਲ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਹੋਣਗੇ ਪ੍ਰਿੰਸ ਪ੍ਰੀਤ ਸਿੰਘ ਚਾਹਲ ਹੋਰੀ। ਪ੍ਰਿੰਸ ਹੋਰੀ ਆਪਣਾ ਪਟਿਆਲੇ ਦੇ ਵਿੱਚ ਆਇਲਸ ਇੰਸਟੀਟਿਊਟ ਚਲਾਉਂਦੇ ਨੇ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫੈਸਲੇ ਲਏ ਕਿ ਮੈਂ ਆਰਮੀ 'ਚ ਜਾਣਾ, ਮੈਂ ਕੰਪਿਊਟਰ ਇੰਜੀਨੀਅਰ ਬਣਨਾ ਆ, ਜਾਂ ਹੋਰ ਬਹੁਤ ਸਾਰੇ ਡਿਸੀਜਨ ਲਏ ਤੇ ਕਦੇ ਵੀ ਜੋ ਇਹਨਾਂ ਨੇ ਆਪਣੇ ਲਈ ਜ਼ਿੰਦਗੀ ਦੇ ਵਿੱਚ ਸੋਚਿਆ ਉਹ ਕਦੇ ਪੂਰਾ ਨਹੀਂ ਹੋਇਆ। 13 ਵਾਰ ਖੁਦ ਆਇਲਸ ਦਾ ਪੇਪਰ ਦੇ ਚੁੱਕੇ ਨੇ ਤੇ ਸਕਸੈਸਫੁਲ ਰਹੇ ਨੇ, ਪਰ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸੋਚਿਆ ਸੀ ਤੇ ਉਹਦੇ ਵਿੱਚ ਹੀ ਅੱਜ ਉਹ ਬਹੁਤ ਜ਼ਿਆਦਾ ਸਕਸੈਸਫੁਲ ਨੇ। ਉਹਨਾਂ ਦੀ ਕਹਾਣੀ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ ਤੇ ਉਮੀਦ ਹੈ ਅੱਜ ਦੀ ਇਸ ਗੱਲਬਾਤ ਨੂੰ ਤੁਸੀਂ ਪਸੰਦ ਕਰੋਗੇ ਅਤੇ ਅੱਜ ਦੀ ਇਹ ਗੱਲਬਾਤ ਤੁਹਾਨੂੰ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਫਾਇਦਾ ਜ਼ਰੂਰ ਦੇਊਗੀ, ਕਿਉਂਕਿ ਅਸੀਂ ਬਹੁਤ ਵਾਰ ਇੱਦਾਂ ਦੇਖਦੇ ਹਾਂ ਕਿ ਕਈ ਵਾਰੀ ਛੋਟੀ ਮੋਟੀ ਰਿਜੈਕਸ਼ਨ ਜਾਂ 1-2 ਵਾਰ ਅਸੀਂ ਕਿਸੇ ਕੰਮ ਨੂੰ ਕਰਨ 'ਚ ਜਦੋਂ ਨਾਕਾਮਯਾਬ ਹੋ ਜਾਂਦੇ ਹਾਂ ਤਾਂ ਅਸੀਂ ਸੋਚ ਲੈਂਦੇ ਹਾਂ ਕਿ ਜ਼ਿੰਦਗੀ 'ਚ ਹੁਣ ਮੇਰਾ ਕੁਛ ਹੋ ਹੀ ਨਹੀਂ ਸਕਦਾ ਜਾਂ ਮੈਂ ਕੁਛ ਕਰ ਹੀ ਨਹੀਂ ਸਕਦਾ। ਜੇ ਕਈ ਵਾਰੀ ਬਹੁਤ ਹੀ ਵਾਰ ਐਵੇਂ ਹੁੰਦਾ ਕਿ ਅਸੀਂ ਜੋ ਆਪਦੇ ਲਈ ਸੋਚਿਆ ਹੁੰਦਾ ਕਿ ਮੈਂ ਇਹੀ ਕਰਨਾ, ਅਸੀਂ ਉਸੇ ਚੀਜ਼ ਨੂੰ ਫੜ ਕੇ ਬਹਿ ਜਾਂਦੇ ਹਾਂ। ਕਈ ਵਾਰ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਉਸ ਅਨੁਸਾਰ ਕੁਛ ਜ਼ਿੰਦਗੀ 'ਚ ਨਹੀਂ ਵੀ ਹੁੰਦਾ ਤਾਂ ਉਹ ਚੀਜ਼ਾਂ ਸਾਨੂੰ ਬਹੁਤ ਜ਼ਿਆਦਾ ਤੋੜ ਦਿੰਦੀਆਂ ਨੇ, ਜਾਂ ਕਹਿ ਲਓ ਕਿ ਸਾਡਾ ਹੌਸਲਾ ਇੰਨਾ ਤੋੜ ਦਿੰਦੀਆਂ ਨੇ। ਅਸੀਂ ਜੋ ਜ਼ਿੰਦਗੀ 'ਚ ਹੋਰ ਕੁਛ ਬਹੁਤ ਪੋਜ਼ੀਟਿਵ ਵਾਪਰ ਰਿਹਾ ਹੁੰਦਾ ਅਸੀਂ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜੇ ਇੱਕ ਚੀਜ਼ ਮੇਰੇ ਅਨੁਸਾਰ ਮੇਰੀ ਜ਼ਿੰਦਗੀ 'ਚ ਨਹੀਂ ਹੋਈ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੀਆਂ ਨੇ। ਸੋ ਇਹੋ ਜਿਹੀ ਕਹਾਣੀ ਅੱਜ ਪ੍ਰਿੰਸ ਹੋਰਾਂ ਦੀ ਆਪਾਂ ਸੁਣਾਂਗੇ। ਉਹਨਾਂ ਨੂੰ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ। ਕੀ ਹਾਲ ਚਾਲ ਨੇ? ਵਧੀਆ ਜੀ, ਤੁਸੀਂ ਸੁਣਾਓ? ਬੀ ਸੋਸ਼ਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਮੈਮ। ਤੇ ਅਸੀਂ ਤੁਹਾਡੀ ਕਹਾਣੀ ਅੱਜ ਸੁਣਨ ਦੇ ਲਈ ਇੱਥੇ ਆਏ ਹਾਂ ਤੇ ਤੁਸੀਂ ਮੈਨੂੰ ਦੱਸੋ ਕਿ
ਤੁਸੀਂ ਆਪਣੀ ਜ਼ਿੰਦਗੀ 'ਚ ਪਹਿਲਾ ਫੈਸਲਾ ਆਪਦੇ ਲਈ ਕੀ ਲਿਆ ਸੀਗਾ ਕਿ ਮੈਂ, ਜਿਵੇਂ ਬਹੁਤ ਛੋਟੇ ਹੁੰਦੇ ਤੋਂ ਹੀ ਅਸੀਂ ਬੱਚਿਆਂ ਨੂੰ ਪੁੱਛਣ ਲੱਗ ਜਾਂਦੇ ਹਾਂ ਕਿ ਤੁਸੀਂ ਜ਼ਿੰਦਗੀ 'ਚ ਕੀ ਬਣੋਗੇ, ਜਾਂ ਮੇਰੀ ਬੇਟੀ 3 ਸਾਲ ਦੀ ਹੈ, ਕਈ ਵਾਰੀ ਘਰ ਦੇ ਮਤਲਬ ਫੈਮਿਲੀ ਮੈਂਬਰ ਕਈ ਵਾਰੀ ਉਹਨੂੰ ਵੀ ਪੁੱਛ ਲੈਣਗੇ ਤੂੰ ਕੀ ਵੱਡਾ ਹੋ ਕੇ ਕੀ ਬਣਨਾ ਆ, ਹੈ ਨਾ, ਤੂੰ ਕੀ ਬਣੇਗੀ ਵੱਡੀ ਹੋ ਕੇ। ਸੋ ਤੁਹਾਨੂੰ ਯਾਦ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਪਹਿਲਾ ਡਿਸੀਜਨ ਆਪਦੇ ਲਈ ਕੀ ਲਿਆ ਸੀਗਾ ਕਿ ਮੈਂ ਜ਼ਿੰਦਗੀ 'ਚ ਕੀ ਕਰਨਾ ਆ? ਹਾਂਜੀ, ਜਦੋਂ ਮੈਂ ਤੁਸੀਂ ਕਹ ਲਓ ਕਿ ਸਕੂਲ ਦੇ ਦਿਨਾਂ ਦੇ ਵਿੱਚ ਸੀਗਾ ਤਾਂ ਮੈਨੂੰ ਫੁੱਟਬਾਲ 'ਚ ਬਹੁਤ ਸ਼ੌਂਕ ਸੀਗਾ, ਅਤੇ ਮੈਂ ਇਹ ਆਦਤ ਤੁਸੀਂ ਕਹ ਲਓ ਕਿ ਆਪਣੇ ਨਾਲ ਦੇ ਬਹੁਤ ਸਾਰੇ ਜਿਹੜੇ ਮੇਰੇ ਕਲਾਸਮੇਟਸ ਸੀਗੇ, ਬੈਚਮੇਟਸ ਸੀਗੇ, ਉਹਨਾਂ ਨੂੰ ਵੀ ਪਾਈ। ਉਹਨਾਂ ਨੂੰ ਕ੍ਰਿਕਟ ਛਡਵਾ ਕੇ ਮੈਂ ਫੁੱਟਬਾਲ ਖਿਲਵਾਉਂਦਾ ਹੁੰਦਾ ਸੀਗਾ। ਮੈਨੂੰ ਇੰਨਾ ਕੁ ਸ਼ੌਂਕ ਹੁੰਦਾ ਸੀਗਾ ਕਿ ਤੁਸੀਂ ਕਹਿ ਲਓ ਕਿ ਉਹਨਾਂ ਨੇ ਮੇਰਾ ਨਾਮ ਵੀ ਇੱਕ ਫੁੱਟਬਾਲਰ ਦੇ ਨਾਮ 'ਤੇ ਰੱਖਤਾ ਸੀਗਾ। ਅੱਛਾ। ਅਤੇ ਮੈਂ ਪੂਰਾ ਯਕੀਨ 'ਚ ਸੀਗਾ ਕਿ ਆਪਾਂ ਫੁੱਟਬਾਲ 'ਚ ਹੀ ਅੱਗੇ ਕੈਰੀਅਰ ਬਣਾਉਣਾ। ਬਟ ਤੁਸੀਂ ਕਹਿ ਲਓ ਕਿ ਫਿਰ ਕੁਛ ਇਹੋ ਜਿਹੀਆਂ ਪ੍ਰੋਬਲਮਸ ਹੈਗੀਆਂ ਨੇ ਕਿ ਆਪਣੇ ਪਟਿਆਲਾ ਦੇ ਵਿੱਚ ਇੰਨੀ ਵਧੀਆ ਕੋਈ ਅਕੈਡਮੀ ਨਹੀਂ ਸੀ ਜਾਂ ਇੰਨਾ ਅੱਗੇ ਸਕੋਪ ਨਹੀਂ ਸੀਗਾ, ਤਾਂ ਮੈਨੂੰ ਇਹਨੂੰ ਛੱਡ ਕੇ ਕ੍ਰਿਕਟ 'ਚ ਜਾਣਾ ਪਿਆ। ਅਤੇ ਕ੍ਰਿਕਟ 'ਚ ਹੀ ਮੈਂ ਫਿਰ ਨੈਸ਼ਨਲ ਖੇਲਿਆ ਹੋਇਆ। ਅੱਛਾ। ਤਾਂ ਤੁਸੀਂ ਕਹਿ ਲਓ ਕਿ ਇਹ ਮੇਰੀ ਇੱਕ ਪਹਿਲੀ ਸੋਚ ਸੀਗੀ ਕਿ ਮੈਂ ਫੁੱਟਬਾਲ 'ਚ ਬਣਨਾ, ਬਟ ਉਹ ਛੱਡਿਆ। ਅਤੇ ਉਸ ਤੋਂ ਬਾਅਦ ਤੁਸੀਂ ਕਹਿ ਲਓ ਕਿ ਮੇਰੀ ਅਗਲੀ ਸੋਚ ਸੀਗੀ, ਮੈਨੂੰ ਕੰਪਿਊਟਰ ਦੇ ਵਿੱਚ ਕਾਫੀ ਇੰਟਰਸਟ ਪੈ ਗਿਆ ਸੀਗਾ ਜਦੋਂ ਮੈਂ 10ਵੀਂ 11ਵੀਂ 'ਚ ਹੋਇਆ। ਠੀਕ ਹੈ। ਤਾਂ ਉਦੋਂ ਮੈਂ ਮਲਟੀਮੀਡੀਆ ਦੇ ਕੁਝ ਕੋਰਸ ਵੀ ਕੀਤੇ ਅਤੇ ਮੈਂ ਆਪਣੇ ਸਕੂਲ ਦੇ ਕੁਝ ਡਿਜ਼ਾਈਨ ਵੀ ਬਣਾਉਂਦਾ ਹੁੰਦਾ ਸੀਗਾ। ਅੱਛਾ। ਤਾਂ ਮੈਂ ਪੂਰਾ ਡਿਸੀਜ਼ਨ ਲੈ ਲਿਆ ਸੀਗਾ ਕਿ ਹੁਣ 12th ਤੋਂ ਬਾਅਦ ਜੇ ਮੈਂ ਕੋਈ ਸਟਰੀਮ ਲਊਂਗਾ ਤਾਂ ਮੈਂ ਕੰਪਿਊਟਰ ਸਾਇੰਸ ਹੀ ਲਊਂਗਾ। ਬਟ ਉਹ ਵੀ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਕੁਝ ਚੈਲੰਜਸ ਕਾਰਨ ਇਲੈਕਟ੍ਰੋਨਿਕਸ ਦੇ ਵਿੱਚ ਐਡਮਿਸ਼ਨ ਲੈਣੀ ਪਈ। ਅੱਛਾ। ਬਟ ਇਲੈਕਟ੍ਰੋਨਿਕਸ ਵੀ ਤੁਸੀਂ ਕਹਿ ਲਓ ਕਿ ਜਿਹੜੀ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਸੀਗੀ। ਮੇਰੀ ਤੁਸੀਂ ਕਹਿ ਲਓ ਕਿ ਮਕੈਨੀਕਲ ਦੇ ਵਿੱਚ ਇਸ ਦੇ ਨਾਲੋਂ ਹਜੇ ਕਿ ਜ਼ਿਆਦਾ ਇੰਟਰਸਟ ਸੀਗਾ। ਅੱਛਾ। ਪਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਵੀ ਮੈਂ ਆਪਣੇ ਦੋਸਤਾਂ ਦੀ ਹੈਲਪ ਨਾਲ ਉਹਨਾਂ ਤੋਂ ਕਨਸੈਪਟ ਸਮਝੇ, ਆਪਣਾ ਇੰਟਰਸਟ ਬਿਲਡ ਕੀਤਾ। ਮੈਨੂੰ ਥੋੜ੍ਹੀ ਦੇਰ ਤਾਂ ਸੰਭਲਣ 'ਚ ਲੱਗੀ ਸੀਗੀ ਕਿ ਮੈਂ ਕਿਹੜੀ ਸਟੱਡੀ ਕਰ ਰਿਹਾ, ਮੇਰਾ ਤਾਂ ਬਿਲਕੁਲ ਇੰਟਰਸਟ ਨਹੀਂ ਹੈਗਾ। ਪਰ ਫਿਰ ਮੈਂ ਦੇਖਿਆ ਕਿ ਮੇਰੇ ਦੋਸਤ ਕਾਫੀ ਇੰਟਰਸਟਿਡ ਸੀਗੇ। ਫਿਰ ਮੈਂ ਉਹਨਾਂ ਦੇ ਨਾਲ ਹੋਸਟਲ ਦੇ ਵਿੱਚ ਰਹਿਣਾ ਥੋੜ੍ਹੀ ਦੇਰ ਸ਼ੁਰੂ ਕੀਤਾ, ਉਹਨਾਂ ਨੇ ਮੈਨੂੰ ਸਮਝਾਉਣਾ ਸ਼ੁਰੂ ਕੀਤਾ। ਤਾਂ ਉਹਦੇ ਵਿੱਚ ਵੀ ਮੈਂ ਤੁਸੀਂ ਕਹਿ ਲਓ ਕਿ 72% ਲੈ ਲਏ, ਜਿਹਦੇ ਕਿ ਮੇਰੇ ਕਿ 12ਵੀਂ ਦੇ ਵਿੱਚ 69 ਹੀ ਸੀਗੇ। ਅੱਛਾ। ਤਾਂ ਤੁਸੀਂ ਕਹਿ ਲਓ ਕਿ ਇਸ ਤਰ੍ਹਾਂ ਮੇਰੇ ਕੋਲ ਨਾਲ ਲਾਈਫ 'ਚ ਕਾਫੀ ਵਾਰ ਹੋ ਜਾਂਦੀਆਂ ਰਹੀਆਂ ਇਹ ਚੀਜ਼ਾਂ ਕਿ ਮੈਨੂੰ ਆਪਣੇ ਜੋ ਸੋਚਿਆ ਸੀਗਾ ਉਸ ਤੋਂ ਉਲਟ ਜਾਣਾ ਪਿਆ। ਬਟ ਉਹ ਉਲਟ ਜਾਣਾ ਵੀ ਮੇਰੇ ਲਈ ਕੁਝ ਖਾਸ ਗਲਤ ਨਹੀਂ ਰਿਹਾ। ਤੁਸੀਂ ਜਦੋਂ ਆਪਾਂ ਪਹਿਲਾਂ ਮਿਲੇ ਸੀ ਤੁਸੀਂ ਦੱਸਦੇ ਸੀਗੇ ਕਿ ਪਹਿਲਾਂ ਤੁਹਾਡਾ ਜਿਹੜਾ ਸਵਾਦ ਦੇਸ਼ ਭਗਤੀ ਵਾਲਾ ਸਵਾਦ ਸੀ। ਹਾਂਜੀ। ਤੁਸੀਂ ਆਰਮੀ 'ਚ ਵੀ ਜਾਣਾ ਚਾਹੁੰਦੇ ਸੀਗੇ, ਹੈ ਨਾ? ਹਾਂਜੀ ਹਾਂਜੀ। ਸੋ ਜਦੋਂ ਮੇਰਾ ਕਾਲਜ ਓਵਰ ਹੋ ਰਿਹਾ ਸੀਗਾ ਉਦੋਂ ਮੈਂ ਯੂਨੀਵਰਸਿਟੀ ਐਂਟਰੈਂਸ ਸਕੀਮ ਦਾ ਟੈਸਟ ਕੱਢਿਆ ਸੀਗਾ ਜਿਹੜਾ ਕਿ ਆਰਮੀ ਲਈ ਹੁੰਦਾ, ਅਤੇ 2 ਵਾਰ ਮੇਰਾ ਐਫਕੈਟ ਵੀ ਨਿਕਲਿਆ ਸੀਗਾ। ਤਾਂ ਮੈਨੂੰ 3 SSB 'ਚ ਇਨਵੀਟੇਸ਼ਨ ਆਈ ਸੀਗੀ ਜਿਹੜੀ ਕਿ ਮੈਂ ਟ੍ਰੇਨਿੰਗ ਵੀ ਲਈ ਸੀ ਉਸਦੀ। ਅਤੇ ਟ੍ਰੇਨਿੰਗ ਦੇ ਦੌਰਾਨ ਜਿਹੜੇ ਮੇਰੇ ਟ੍ਰੇਨਰ ਸੀਗੇ ਉਹਨਾਂ ਨੂੰ ਵੀ ਬਹੁਤ ਉਮੀਦ ਸੀਗੀ ਕਿ ਮੈਂ ਕਰੈਕ ਕਰ ਦੂੰਗਾ, ਇਹ SSB ਨੂੰ ਵੀ ਕਰੈਕ ਕਰ ਦੂੰਗਾ। ਬਟ ਕੁਛ ਮੇਰੇ DMCs ਜਾਂ ਸਰਟੀਫਿਕੇਟਸ ਲੇਟ ਹੋਣ ਕਾਰਨ ਮੈਂ ਉਹਨਾਂ 'ਚ ਜਾ ਨਹੀਂ ਸਕਿਆ। ਅੱਛਾ। ਤਾਂ ਉਦੋਂ ਹੀ ਮੈਨੂੰ ਕਾਫੀ ਧੱਕਾ ਲੱਗਿਆ ਸੀਗਾ ਕਿ ਮੈਂ ਬਹੁਤ ਹੀ ਕੁਝ ਕਰਨਾ ਚਾਹੁੰਦਾ ਸੀਗਾ ਆਪਣੀ ਕੰਟਰੀ ਲਈ, ਬਹੁਤ ਪੈਟਰੀਓਟਿਕ ਸੀਗਾ ਸ਼ੁਰੂ ਤੋਂ ਹੀ। ਬਟ ਜਿਹੜਾ ਮੇਰਾ ਪਸੰਦੀਦਾ ਪ੍ਰੋਫੈਸ਼ਨ ਸੀਗਾ ਮੈਂ ਉਹਦੇ ਵਿੱਚ ਵੀ ਨਹੀਂ ਜਾ ਪਾਇਆ। ਫਿਰ ਤੁਸੀਂ ਕਹਿ ਲਓ ਕਿ ਮੈਂ ਕੰਪਨੀਜ਼ ਦੇ ਵਿੱਚ ਟਰਾਈ ਕਰਨਾ ਚਾਹੁੰਦਾ ਸੀਗਾ, ਜਿਵੇਂ ਮੇਰੇ ਨਾਲ ਦੇ ਸਟੂਡੈਂਟਸ ਦੇ ਰਹੇ ਸੀਗੇ ਟੈਕ ਮਹਿੰਦਰਾ, ਇਨਫੋਸਿਸ ਵਗੈਰਾ ਦੀਆਂ ਇੰਟਰਵਿਊਜ਼। ਅੱਛਾ। ਬਟ ਉੱਥੇ ਵੀ ਮੇਰੇ ਜਿਹੜੇ DMC ਸੀਗੇ ਉਹ ਲੇਟ ਹੋ ਗਏ। ਅਤੇ ਅਲਟੀਮੇਟਲੀ ਮੈਨੂੰ 2 ਆਪਸ਼ਨਾਂ ਮਿਲੀਆਂ ਸੀਗੀਆਂ ਜੋਬ ਲਈ। ਇੱਕ ਸੀਗੀ ਕਿ ਮੈਂ ਟੀਚਰ ਜੁਆਇਨ ਕਰ ਲਾਂ ਅਤੇ ਦੂਸਰੀ ਸੀਗੀ ਕਿ ਮੈਂ ਐਜ਼ ਅ ਮੈਨੇਜਰ ਜੁਆਇਨ ਕਰ ਲਾਂ। ਤਾਂ ਤੁਸੀਂ ਹੁਣ ਇਹ ਦੇਖੋ ਕਿ ਮੈਂ ਅਲਟੀਮੇਟਲੀ ਤਾਂ ਟੀਚਰ ਹੀ ਹਾਂ, ਪਰ ਉਸ ਟਾਈਮ 'ਤੇ ਮੈਂ ਬਿਲਕੁਲ ਡਿਸਾਈਡ ਕੀਤਾ ਸੀ ਮੈਂ ਕਦੇ ਟੀਚਰ ਨਹੀਂ ਬਣਾਂਗਾ ਲਾਈਫ 'ਚ, ਕਿਉਂਕਿ ਮੇਰੇ ਦੋਨੋਂ ਪੇਰੈਂਟਸ ਜਿਹੜੇ ਹੈਗੇ ਉਹ ਟੀਚਿੰਗ 'ਚ। ਮੈਨੂੰ ਐਂ ਲੱਗਦਾ ਸੀਗਾ ਵੀ ਇੱਥੇ ਗਰੋਥ ਰੁਕ ਜਾਂਦੀ ਹੈ, ਇੱਥੇ ਸਿੱਖਣ ਨੂੰ ਨਹੀਂ ਬਹੁਤ ਕੁਝ ਮਿਲਦਾ। ਬਟ ਇਹ ਵੀ ਬਾਅਦ 'ਚ ਮੇਰੀਆਂ ਗੱਲਾਂ ਜਿਹੜੀਆਂ ਹੈਗੀਆਂ ਦੂਰ ਹੋ ਗਈਆਂ ਜਦੋਂ ਮੈਂ ਟੀਚਿੰਗ ਜੁਆਇਨ ਕੀਤੀ ਫਾਈਨਲੀ। ਤੁਸੀਂ ਆਪਣੇ ਪੇਰੈਂਟਸ ਦਾ ਜ਼ਿਕਰ ਕੀਤਾ, ਮੈਂ ਚਾਹੂੰਗੀ ਕਿ ਆਪਾਂ ਆਡੀਅנס ਨੂੰ ਤੁਹਾਡੇ ਫਾਦਰ ਸਾਹਿਬ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੀਏ, ਕਿਉਂਕਿ ਉਹਨਾਂ ਦੀ ਅਚੀਵਮੈਂਟ ਬਹੁਤ ਵੱਡੀ ਹੈ ਐਜੂਕੇਸ਼ਨ ਉਹਦੇ 'ਚ। ਹਾਂਜੀ ਹਾਂਜੀ। ਮੇਰੇ ਫਾਦਰ ਸਾਹਿਬ ਤੁਸੀਂ ਕਹਿ ਲਓ ਕਿ ਵੋਕੇਸ਼ਨਲ ਲੈਕਚਰਰ ਰਹੇ ਨੇ, ਅਤੇ ਉਹਨਾਂ ਦੇ ਕੁਝ ਯਤਨਾਂ ਕਾਰਨ ਤੁਸੀਂ ਕਹਿ ਲਓ ਕਿ ਉਹਨਾਂ ਨੇ ਇੱਕ ਸਪੋਰਟ ਕੀਤੀ, ਇੱਕ ਟੀਮ ਬਣਾਈ। ਤਾਂ ਵੋਕੇਸ਼ਨਲ ਵਾਲੇ ਜਿਹੜੇ ਲੈਕਚਰਰ ਸੀਗੇ ਉਹ ਪ੍ਰਿੰਸੀਪਲਸ਼ਿਪ ਤੱਕ ਪ੍ਰਮੋਟ ਹੋ ਪਾਏ। ਅਤੇ ਇਸੀ ਕਾਰਨ ਉਹਨਾਂ ਨੂੰ ਤੁਸੀਂ ਕਹਿ ਲਓ ਕਿ RMSA ਦੇ ਵਿੱਚ ਡਿਪਟੀ ਡਾਇਰੈਕਟਰ ਵੀ ਰੱਖਿਆ ਗਿਆ, ਅਤੇ ਉਹਨਾਂ ਨੂੰ ਰਾਸ਼ਟਰਪਤੀ ਸਨਮਾਨ ਵੀ ਮਿਲਿਆ, ਜਿਹੜਾ ਕਿ ਉਹਨਾਂ ਦੇ ਪ੍ਰਿੰਸੀਪਲਸ਼ਿਪ ਦੇ ਦੌਰਾਨ ਜਿਹੜੇ ਉਹਨਾਂ ਨੇ ਚੇਂਜਸ ਲੈ ਕੇ ਆਏ ਸਕੂਲ ਦੇ ਵਿੱਚ ਉਹਦੇ ਕਾਰਨ ਸੀਗਾ। ਅਤੇ ਇਹ ਮੈਨੂੰ ਲੱਗਦਾ ਪਟਿਆਲੇ ਦਾ ਪਹਿਲਾ ਸਕੂਲ ਹੈ ਸਕੂਲ ਜਿਹੜਾ ਹੋਇਆ? ਹਾਂਜੀ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਵੀ, ਜਿਵੇਂ ਕਿ ਕੁਛ ਹੀ ਸਕੂਲਸ 'ਚ ਹੈਗੀਆਂ ਨੇ। ਇੱਥੇ ਇੱਕ ਅਟਲ ਟਿੰਕਰਿੰਗ ਲੈਬ ਹੈ ਜਿਹਦੇ ਵਿੱਚ ਤੁਸੀਂ ਕਹਿ ਲਓ ਕਿ ਸਟੂਡੈਂਟਸ ਨੂੰ ਨਵੇਂ ਗੈਜਟਸ ਬਣਾਉਣੇ ਸਿਖਾਏ ਜਾਂਦੇ ਨੇ, ਜਿਵੇਂ ਡਰੋਨ ਹੋ ਗਿਆ, ਉਹ ਵੀ ਇੱਥੇ ਤਿਆਰ ਕੀਤਾ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਇਹ ਸਕੂਲ ਪਹਿਲਾਂ ਸਿਰਫ ਬॉयਜ਼ ਦਾ ਸੀਗਾ, ਫਿਰ ਇਹਨੂੰ ਕੋਐਡ ਵੀ ਬਣਾਇਆ ਗਿਆ ਮੇਰੇ ਫਾਦਰ ਦੇ
ਤੁਸੀਂ ਕਹਿ ਲਓ ਟੈਨਿਓਰ ਦੇ ਦੌਰਾਨ। ਸਕੂਲ ਦਾ ਨਾਮ ਜ਼ਰੂਰ ਮੈਂ ਚਾਹੂੰਗੀ ਕਿ ਆਪਾਂ ਇਹ ਸਕੂਲ ਦਾ ਨਾਮ ਗਵਰਨਮੈਂਟ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਹੈ, ਜਿਹੜਾ ਕਿ ਪਾਸੀ ਰੋਡ ਤੇ ਹੈਗਾ ਪਟਿਆਲੇ। ਠੀਕ ਹੈ, ਆਪਾਂ ਅੱਜ ਇਸੇ ਇੰਟਰਵਿਊ 'ਚ ਇਹੀ ਗੱਲ ਕਰਨ ਦੇ ਲਈ ਆਪਾਂ ਇਕੱਠੇ ਹੋਏ ਸੀ ਕਿਉਂਕਿ ਬਹੁਤ ਸਾਰੇ ਲੋਕ ਨੇਗੇ ਜਿਹੜੇ ਹੁਣ ਵੀ ਸ਼ਾਇਦ ਸਾਨੂੰ ਦੇਖਦੇ ਹੋਣਗੇ, ਜਾਂ ਕਿਤੇ ਮੈਂ ਵੀ ਆਪਣੀ ਲਾਈਫ ਕਿਤੇ ਨਾ ਕਿਤੇ ਤਾਂ ਡਿਸਅਪੁਆਇੰਟ ਹੋਈ ਹੋਊਂਗੀ, ਜਾਂ ਮੇਰੇ ਆਲੇ ਦੁਆਲੇ ਸਰਕਲ ਦੇ ਵਿੱਚੋਂ, ਮੇਰੀ ਫੈਮਿਲੀ ਦੇ ਵਿੱਚੋਂ, ਹੈ ਨਾ, ਵੀ ਜਦੋਂ ਅਸੀਂ ਜ਼ਿੰਦਗੀ 'ਚ ਸੋਚ ਲੈਂਦੇ ਹਾਂ ਕਿ ਮੈਂ ਆਹ ਹੀ ਕਰਨਾ ਆ, ਮੈਂ ਆਹ ਚੀਜ਼ਾਂ ਹੀ ਅਚੀਵ ਕਰਨੀਆਂ ਨੇ, ਜਾਂ ਮੇਰੀ ਲਾਈਫ ਇਹਦੇ 'ਚ ਹੀ ਮੈਨੂੰ ਬੈਟਰ ਲੱਗਦੀ ਹੈ, ਜਦੋਂ ਚੀਜ਼ਾਂ ਸੰਭਵ ਨਹੀਂ ਹੁੰਦੀਆਂ ਤਾਂ ਅਸੀਂ ਬੜਾ ਡੀਮੋਰਲਾਈਜ਼ ਹੋ ਜਾਂਦੇ ਹਾਂ ਨਾ। ਤੁਹਾਡੇ ਨਾਲ ਤਾਂ ਬਹੁਤ ਵਾਰ ਇੱਦਾਂ ਹੋਇਆ, ਤਾਂ ਮੈਂ ਚਾਹੁੰਦੀ ਹਾਂ ਕਿ ਜਿੰਨੇ ਜਣੇ ਇਸ ਟਾਈਮ ਸਾਨੂੰ ਦੇਖ ਰਹੇ ਨੇ, ਜੇ ਉਹ ਵੀ ਸੇਮ ਸਿਚੁਏਸ਼ਨ 'ਚ ਨੇ ਨਾ, ਤਾਂ ਉਹ ਕਿਵੇਂ ਅੱਗੇ ਤੁਰ ਸਕਦੇ ਨੇਗੇ ਕਿ ਉਹ ਸਿਚੁਏਸ਼ਨ ਨੂੰ ਉੱਥੇ ਛੱਡੋ ਤੇ ਅੱਗੇ ਤੁਰੋ। ਤੁਸੀਂ ਕਿਵੇਂ ਡੀਲ ਕਰਦੇ ਰਹੇ? ਐਕਚੁਅਲੀ ਤੁਸੀਂ ਕਹ ਲਓ ਕਿ ਮੇਰੇ ਕੋਲ ਬਹੁਤ ਸਟੂਡੈਂਟਸ ਆਉਂਦੇ ਨੇ ਜਿਹੜੇ ਕਿ ਨੈਗੇਟਿਵ ਹੋ ਚੁੱਕੇ ਹੁੰਦੇ ਨੇ, ਕਿਉਂਕਿ ਜਾਂ ਤਾਂ ਉਹਨਾਂ ਦੀ ਤਿਆਰੀ ਦੇ ਵਿੱਚ ਇੰਪਰੂਵਮੈਂਟ ਨਹੀਂ ਆ ਰਹੀ ਹੁੰਦੀ, ਜਾਂ ਫਿਰ ਉਹ ਪਹਿਲਾਂ ਬੜੀ ਵਾਰ ਪੇਪਰ ਦੇ ਚੁੱਕੇ ਹੁੰਦੇ ਨੇ, ਤਾਂ ਉਹ ਆਪਣੀ ਲਾਈਫ ਦੇ ਵਿੱਚ ਤੁਸੀਂ ਕਹ ਲਓ ਕਿ ਡਾਵਾਂਡੋਲ ਹੋਏ ਹੁੰਦੇ ਨੇ। ਤੇ ਉਹ ਮੈਨੂੰ ਜਦੋਂ ਮੈਂ ਕੁਝ ਸਟਾਰਟ ਵੀ ਕਰਦਾ ਉਹਨਾਂ ਨਾਲ ਗੱਲ ਕਰਨੀ, ਤਾਂ ਉਹਨਾਂ ਨੂੰ ਐਂ ਲੱਗਦਾ ਹੈ ਕਿ ਇਹਨਾਂ ਦੀ ਲਾਈਫ ਤਾਂ ਬਹੁਤ ਸਕਸੈਸਫੁਲ ਹੈ, ਇਹ ਸਾਡੀ ਲਾਈਫ ਨੂੰ ਕਿਵੇਂ ਸਮਝ ਜਾਣਗੇ, ਇਹਨਾਂ ਨੇ ਤਾਂ ਸਾਰਾ ਕੁਝ ਪਾ ਲਿਆ। ਸੋ ਪਹਿਲਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਕੋਈ ਨੈਗੇਟਿਵ ਗੱਲ ਉਹਨਾਂ ਦੇ ਸਾਹਮਣੇ ਨਾ ਰੱਖਾਂ ਵੀ ਮੇਰੀ ਲਾਈਫ ਦੇ ਵਿੱਚ ਕੀ ਸਟਰਗਲ ਰਹੀ ਹੈ। ਪਰ ਜਦੋਂ ਉਹਨਾਂ ਨੂੰ ਮੋਟੀਵੇਟ ਕਰਨ ਦਾ ਸਵਾਲ ਆਉਂਦਾ ਤਾਂ ਮੈਨੂੰ ਕਾਫੀ ਗੱਲਾਂ ਦੱਸਣੀਆਂ ਪੈਂਦੀਆਂ। ਜਿਵੇਂ ਕਿ ਤੁਸੀਂ ਕਹਿ ਲਓ ਕਿ ਜਦੋਂ ਮੈਂ ਆਇਲਸ ਕਰਨੀ ਸਟਾਰਟ ਕੀਤੀ ਸੀਗੀ, ਤਾਂ ਉਦੋਂ ਤੁਸੀਂ ਕਹਿ ਲਓ ਕਿ ਮੈਨੂੰ ਡੂ ਤੇ ਡਸ ਦਾ ਵੀ ਨਾ ਪ੍ਰੋਪਰ ਯੂਜ਼ੇਜ ਨਹੀਂ ਆਉਂਦਾ ਹੁੰਦਾ ਸੀਗਾ। ਮੈਂ ਕਲਾਸ ਦੇ ਵਿੱਚ ਇੱਕ ਕੁਐਸਚਨ ਸਟਾਰਟ ਕੀਤਾ ਡੂ ਨਾਲ, ਤਾਂ ਟੀਚਰ ਕਹਿੰਦਾ ਕਿ ਡਸ ਨਾਲ ਆਏਗਾ। ਮੈਂ ਅਗਲਾ ਕੁਐਸਚਨ ਡਸ ਨਾਲ ਸ਼ੁਰੂ ਕੀਤਾ ਤਾਂ ਉਹ ਕਹਿੰਦੇ ਡੂ ਨਾਲ ਆਏਗਾ। ਤਾਂ ਮੈਨੂੰ ਕਾਫੀ ਇੰਬੈਰੈਸਮੈਂਟ ਸ਼ੁਰੂ 'ਚ ਲੱਗੀ ਸੀਗੀ, ਜਿਹਦੇ ਕਾਰਨ ਕਿ ਫਿਰ ਮੈਂ ਖੁਦ ਜਾ ਕੇ ਲਾਇਬ੍ਰੇਰੀ 'ਚ ਆਪਣੀ ਤਿਆਰੀ ਕੀਤੀ, ਇਹ ਰੂਲਸ ਪੜ੍ਹੇ, ਮੈਂ ਆਪਣੀ ਗ੍ਰਾਮਰ ਠੀਕ ਕੀਤੀ। ਤਾਂ ਇਸ ਤੋਂ ਇਲਾਵਾ ਵੀ ਤੁਸੀਂ ਕਹਿ ਲਓ ਕਿ ਮੈਂ ਜਿਵੇਂ ਤੁਸੀਂ ਕਹ ਲਓ ਬਾਹਰ ਜਾਣ ਦਾ ਜਦੋਂ ਪਹਿਲੀ ਵਾਰੀ ਸੋਚਿਆ ਸੀਗਾ, ਤਾਂ ਮੈਂ ਟੌਪ ਯੂਨੀਵਰਸਿਟੀਜ਼ ਦੇ ਵਿੱਚ ਵੀ ਐਲੀਜੀਬਲ ਹੋ ਗਿਆ ਸੀਗਾ ਆਪਣੀ ਮਿਹਨਤ ਨਾਲ। ਤੁਸੀਂ ਕਹ ਲਓ ਕਿ ਇੰਟਰਵਿਊਜ਼ ਦੇ ਕੇ, GMAT ਵਗੈਰਾ ਦਾ ਐਗਜ਼ਾਮ ਕਲੀਅਰ ਕਰਕੇ। ਬਟ ਤੁਸੀਂ ਕਹ ਲਓ ਕਿ ਉਹ ਵੀ ਮੈਨੂੰ ਫਿਰ ਬਾਅਦ 'ਚ ਨਾ ਕਿਸੇ ਨੇ ਚਿੰਤਾ ਪਾਤੀ ਮਾਈਂਡ ਦੇ ਵਿੱਚ ਕਿ ਤੁਸੀਂ ਅੱਜ ਤੱਕ 1 ਰੁਪਇਆ ਵੀ ਨਹੀਂ ਕਮਾਇਆ, ਤਾਂ ਤੁਸੀਂ ਪੇਰੈਂਟਸ ਦੇ ਇੰਨੇ ਪੈਸੇ ਲਗਵਾਉਣ ਜਾ ਰਹੇ ਹੋ, ਤਾਂ ਤੁਸੀਂ ਕਦੋਂ ਮੋੜੋਗੇ। ਇਹ ਚੀਜ਼ ਨੇ ਮੈਨੂੰ ਉਸ ਟਾਈਮ ਤੇ ਇੱਕ ਸਟੈਪ ਬੈਕ ਲੈ ਲਿਆ ਮੈਂ, ਕਿ ਮੈਨੂੰ ਵਧੀਆ USA ਦਾ ਕਾਲਜ ਵੀ ਮਿਲ ਰਿਹਾ ਸੀਗਾ ਟੌਪ ਮੋਸਟ, ਬਟ ਮੈਂ ਸੋਚਿਆ ਕਿ ਨਹੀਂ, ਪਹਿਲਾਂ ਮੈਂ ਕੁਝ ਕਮਾਊਂਗਾ ਫਿਰ ਮੈਂ ਆਪਣਾ ਕੁਝ ਕਰੂੰਗਾ। ਤਾਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਕਹਿ ਲਓ ਕਿ ਮੇਰੀ ਲਾਈਫ ਦੇ ਵਿੱਚ ਬਾਰ-ਬਾਰ ਹੁੰਦੀਆਂ ਰਹੀਆਂ ਨੇ ਕਿ ਜਿਹੜਾ ਮੈਂ ਸੋਚਿਆ, ਜਿਸ ਤੇ ਮੈਂ ਸਾਲ ਵੀ ਲਾਤਾ, ਉਹ ਚੀਜ਼ ਵੀ ਮੈਨੂੰ ਫਾਈਨਲੀ ਛੱਡ ਕੇ ਕੋਈ ਹੋਰ ਚੀਜ਼ 'ਚ ਕਰਨਾ ਪਿਆ। ਪਰ ਜਦੋਂ ਆਪਾਂ ਮਿਹਨਤ ਕਰਦੇ ਹਾਂ, ਜਦੋਂ ਆਪਾਂ ਲਗਨ ਨਾਲ ਲੱਗੇ ਰਹਿੰਦੇ ਹਾਂ, ਤਾਂ ਉਹਦਾ ਰਿਜ਼ਲਟ ਆਉਂਦਾ ਹੈ। ਮੈਂ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਵੀ ਦੇਖੇ ਨੇ ਜਿਹੜੇ ਕਿ 14 ਵਾਰ ਐਗਜ਼ਾਮ ਦੇ ਕੇ ਜਿਨ੍ਹਾਂ ਨੇ ਐਗਜ਼ਾਮ ਕਲੀਅਰ ਕੀਤਾ, ਅਤੇ ਫਿਰ ਜਦੋਂ ਐਗਜ਼ਾਮ ਕਲੀਅਰ ਹੋ ਜਾਂਦਾ, ਉੱਧਰ ਦੀ ਤੁਸੀਂ ਕਹਿ ਲਓ ਕਿ ਆਪਣਾ ਟਾਰਗੇਟ ਅਚੀਵ ਕਰ ਲੈਂਦੇ, ਉੱਧਰ ਪਹੁੰਚ ਜਾਂਦੇ ਆ, ਤਾਂ ਉੱਧਰੋਂ ਮੈਸੇਜ ਆਉਂਦਾ ਕਿ ਸਰ ਹੁਣ ਮੈਨੂੰ ਯਾਦ ਨਹੀਂ ਹੈ ਮੈਂ ਕਿੰਨੀ ਵਾਰੀ ਪੇਪਰ ਦਿੱਤਾ, ਹੁਣ ਮੈਂ ਇੰਨਾ ਕੁ ਖੁਸ਼ ਹਾਂ ਕਿ ਜੋ ਵੀ ਮੇਰੀ ਮਿਹਨਤ ਲੱਗੀ ਹੈ ਉਹਦੇ ਵਿੱਚ ਸਭ ਕੁਝ ਪੋਜ਼ਿਟਿਵ ਰੰਗ ਲੈ ਕੇ ਆਈ ਹੈ। ਤਾਂ ਜਦੋਂ ਮੈਂ ਆਪਣੇ ਕਾਫੀ ਸਟੂਡੈਂਟਸ ਨਾਲ ਗੱਲ ਕਰਦਾ ਜਿਹੜੇ ਕਿ ਛੋਟੀ ਚੀਜ਼ 'ਤੇ ਨੈਗੇਟਿਵ ਹੋਏ ਰਹਿੰਦੇ ਨੇ ਕਿ ਮੇਰੇ ਤੋਂ ਲਾਸਟ ਕੁਝ ਦਿਨਾਂ ਤੋਂ ਇਹ ਨਹੀਂ ਹੋ ਰਿਹਾ ਜਾਂ ਕੁਝ ਮਹੀਨਿਆਂ ਤੋਂ ਇਹ ਚੀਜ਼ ਨਹੀਂ ਹੋ ਰਹੀ, ਤਾਂ ਕਈ ਵਾਰੀ ਆਪਾਂ ਨੂੰ ਉਦੋਂ ਨਾ ਇਹ ਦੇਖਣਾ ਪੈਂਦਾ ਹੈ ਕਿ ਗਲਤੀ ਹੋ ਕਿੱਥੇ ਰਹੀ ਹੈ, ਇੰਪਰੂਵਮੈਂਟ ਚਾਹੀਦੀ ਕਿੱਥੇ ਹੈ, ਉਸ ਚੀਜ਼ 'ਤੇ ਵਰਕ ਕਰਨਾ ਚਾਹੀਦਾ। ਜੇ ਆਪਾਂ ਹਥਿਆਰ ਸਿੱਟ ਕੇ ਬਹਿ ਜਾਈਏ ਕਿ ਨਹੀਂ ਕੁਝ ਹੋਣਾ ਨਹੀਂ, ਫਿਰ ਉਹ ਜੋ ਹੋ ਰਿਹਾ ਹੁੰਦਾ ਉਹ ਵੀ ਹੁਣ ਬੰਦ ਹੋ ਜਾਂਦਾ। ਪਰ ਤੁਹਾਡੇ ਪੋਜ਼ਿਟਿਵ ਰਹਿਣ ਦਾ ਕੀ ਰੀਜ਼ਨ ਸੀਗਾ? ਵੀ ਜਿਵੇਂ ਇੱਕ ਚੀਜ਼ ਸੋਚੀ ਨਹੀਂ ਹੋਈ, ਛੱਡੀ, ਦੂਜੀ 'ਚ ਚਲੇ ਗਏ, ਉਹਦੇ ਬਾਰੇ ਸਾਨੂੰ ਦੱਸੋ। ਤੁਸੀਂ ਕਹਿ ਲਓ ਕਿ ਸ਼ਾਇਦ ਇਹੀ ਇੱਕ ਸੀਕ੍ਰੇਟ ਆ ਵੀ ਜਿਹੜਾ ਸ਼ਾਇਦ ਤੁਹਾਡੀਆਂ ਗੱਲਾਂ ਬਾਤਾਂ ਤੋਂ ਸਾਨੂੰ ਪਤਾ ਲੱਗ ਜਾਵੇ ਵੀ ਇੱਕ ਚੀਜ਼ ਸਾਡੇ ਅਨੁਸਾਰ ਨਹੀਂ ਹੋ ਰਹੀ, ਠੀਕ ਆ, ਜੇ ਅਸੀਂ ਦੂਜੀ ਸਿਚੁਏਸ਼ਨ ਦੇ ਵਿੱਚ ਆ ਤਾਂ ਉੱਥੇ ਫਿਰ ਅਸੀਂ ਆਪਣੇ ਆਪ ਨੂੰ ਕਿਵੇਂ ਢਾਲਣਾ ਆ। ਤੁਸੀਂ ਕਹਿ ਲਓ ਕਿ ਸ਼ਾਇਦ ਮੈਂ ਨਾ ਕੁਝ ਪੋਜ਼ਿਟਿਵ ਲੋਕਾਂ ਨੂੰ ਮਿਲਦਾ ਰਿਹਾ ਆਪਣੀ ਲਾਈਫ ਦੇ ਵਿੱਚ, ਜਿਵੇਂ ਕਿ ਉਹਨਾਂ ਦੇ ਵਿੱਚ ਇੱਕ ਇਨਸਾਨ ਇਹੋ ਜਿਹਾ ਵੀ ਸੀਗਾ, ਉਹਨੂੰ 2 ਵਾਰ ਐਗਜ਼ਾਮ ਉਹਦਾ ਨਹੀਂ ਕਲੀਅਰ ਹੋਇਆ। ਤਾਂ ਮੈਂ ਉਹਦੇ ਨਾਲ ਕਿਹਾ ਕਿ ਹੁਣ ਤੇਰੀ ਕੀ ਸਟ੍ਰੈਟਜੀ ਆ, ਹੁਣ ਤੂੰ ਕੁਝ ਚੇਂਜ ਕਰੇਗਾ, ਕਿਤੇ ਹੋਰ ਜਾਏਗਾ? ਉਹ ਕਹਿੰਦਾ ਨਹੀਂ, ਹੁਣ ਮੈਂ IDP ਨੂੰ ਦੇਖੂੰਗਾ ਵੀ ਕਿੰਨੀ ਵਾਰੀ ਮੈਨੂੰ ਸਕੋਰ ਨਹੀਂ ਦਿੰਦੇ, ਤਾਂ ਮੈਂ ਤਾਂ ਪਿੱਛੇ ਪੈ ਗਿਆ, ਹੁਣ ਹੱਥ ਧੋ ਕੇ, ਹੁਣ ਤਾਂ ਮੈਂ ਲੈ ਕੇ ਹੀ ਰਹੂੰਗਾ। ਤਾਂ ਜਦੋਂ ਮੈਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਹਿ ਲਓ ਕਿ ਮਿਲਦਾ, ਉਹਨਾਂ ਦੀ ਪੋਜ਼ਿਟਿਵਿਟੀ ਦੇਖਦਾ ਹੈ ਕਿ ਉਹ ਹਾਰ ਨਹੀਂ ਮੰਨ ਰਹੇ। ਅਤੇ ਇਸੇ ਤਰ੍ਹਾਂ ਮੈਂ ਇੱਕ ਵਰਡ ਸਿੱਖਿਆ ਸੀਗਾ, ਉਦੋਂ ਮੈਂ ਆਪਣੀ ਵੋਕੈਬਲਰੀ ਇਨਹੈਂਸ ਕਰ ਰਿਹਾ ਸੀਗਾ, ਤਾਂ ਉਹ ਵਰਡ ਸੀਗਾ ਪਰਸੀਵੀਰੈਂਸ। ਪਰਸੀਵੀਰੈਂਸ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਸੈਟਬੈਕਸ ਹੋ ਰਹੇ ਹੁੰਦੇ ਨੇ, ਫੇਲੀਅਰਸ ਹੋ ਰਹੇ ਹੁੰਦੇ ਨੇ, ਉਸ ਤੋਂ ਬਾਅਦ ਵੀ ਤੁਸੀਂ ਹਾਰ ਨਾ ਮੰਨੋ। ਤਾਂ ਮੈਂ ਇਹ ਮਿੱਥ ਲਿਆ ਸੀਗਾ ਕਿ ਇਹ ਵਰਡ ਮੇਰੀ ਪਰਸਨੈਲਿਟੀ ਨੂੰ ਦਰਸਾਏਗਾ, ਤਾਂ ਮੈਂ ਇਹ ਵਰਡ ਨੂੰ ਲੈ ਕੇ ਚੱਲਦਾ ਕਿ ਇੱਕ ਵਾਰ ਫੇਲੀਅਰ ਹੋਇਆ, ਇੱਕ ਵਾਰੀ ਆਪਾਂ ਨੂੰ ਸੈਟਬੈਕ ਲੱਗਿਆ, ਤਾਂ ਮੈਂ ਇਹੀ ਕਹਿਣਾ ਕਿ ਦੇਖਦੇ ਹਾਂ ਹੁਣ ਆਪਾਂ ਨੂੰ ਕਿੰਨੀ ਵਾਰ ਟੈਸਟ ਕਰਦੇ ਹਾਂ, ਜੋ ਮੈਂ ਸੋਚਿਆ ਹੁਣ ਆਪਾਂ ਕਰ ਕੀ ਰਹਾਂਗੇ ਉਸ ਤਰ੍ਹਾਂ। ਜਿਵੇਂ ਜਿਹੜੇ
ਆਪਾਂ ਨਾ ਸਕੂਲ ਤੋਂ ਹੀ ਆਈਡੀਆ ਲਾ ਲੈਂਦੇ ਆ ਵੀ ਆਹ ਬੱਚੇ ਤਾਂ ਇੰਟੈਲੀਜੈਂਟ ਆ, ਇਹਨਾਂ ਦਾ ਜ਼ਿੰਦਗੀ 'ਚ ਕੁਝ ਬਣ ਜਾਊਗਾ ਕਿਉਂਕਿ ਇਹ 90% ਵਾਲੇ ਨੇ ਤੇ 90 ਤੋਂ ਜ਼ਿਆਦਾ ਵਾਲੇ ਨੇਗੇ। ਆਹ ਨੇ ਇਹਨਾਂ ਦੇ ਮਸਾ ਖਿੱਚ ਧੂ ਕੇ 60 ਆਉਂਦੇ ਨੇ ਜਾਂ 65 70 ਦੇ ਨੇੜੇ ਚਲੇ ਜਾਂਦੇ ਨੇਗੇ ਵੀ ਤੁਹਾਨੂੰ ਜ਼ਿੰਦਗੀ 'ਚ ਸੋਚਣਾ ਪੈਣਾ ਵੀ ਤੁਸੀਂ ਹੁਣ ਕਰੋਗੇ ਕੀ, ਹੈ ਨਾ। ਸੋ ਤੁਸੀਂ ਮੈਨੂੰ ਦੱਸੋ ਕਿ ਜਿਵੇਂ ਹੁਣ ਤੁਸੀਂ ਪਟਿਆਲੇ 'ਚ ਬਹੁਤ ਵੱਡਾ ਆਇਲ ਸੈਂਟਰ ਚਲਾਉਂਦੇ ਹੋ, ਤੁਸੀਂ ਬਹੁਤ ਸਕਸੈਸਫੁਲ ਚੱਲ ਰਿਹਾ ਵਾ। ਆਪਣੀ ਜ਼ਿੰਦਗੀ 'ਚ ਤੁਸੀਂ ਬਹੁਤ ਸਾਰੀਆਂ ਪੜ੍ਹਾਈਆਂ ਵੀ ਇੱਦਾਂ ਦੀਆਂ ਕੀਤੀਆਂ ਜਿਹੜੀਆਂ ਤੁਸੀਂ ਕਰਨੀਆਂ ਨਹੀਂ ਸੀ ਚਾਹੁੰਦੇ ਪਰ ਤੁਸੀਂ ਕੀਤੀਆਂ ਤੇ ਉਹਦੇ 'ਚ ਤੁਸੀਂ ਚੰਗਾ ਸਕੋਰ ਵੀ ਲਿਆ, ਹੈ ਨਾ। ਸੋ ਤੁਹਾਡੇ ਸਕਸੈਸਫੁਲ ਹੋਣ ਦੇ ਵਿੱਚ ਤੁਹਾਡੀ ਇੰਟੈਲੀਜੈਂਸ ਦਾ ਕਿੰਨਾ ਕੁ ਰੋਲ ਰਿਹਾ ਕਿ ਜਿਹੜੇ ਤੁਹਾਡੇ ਉਹ ਮਾਰਕਸ ਆਉਂਦੇ ਸੀ, ਤੁਹਾਡੀ ਪਰਸੈਂਟੇਜ ਆਉਂਦੀ ਸੀ ਸਕੂਲ ਟਾਈਮ ਦੇ ਵਿੱਚ ਉਹਦਾ? ਤੁਸੀਂ ਕਹਿ ਲਓ ਕਿ ਜੋ ਸਕੂਲ ਟਾਈਮ ਦੇ ਵਿੱਚ ਸਿੱਖਿਆ, ਮੈਨੂੰ ਲੱਗਦਾ ਉਸ ਤੋਂ ਤਾਂ ਬਹੁਤ ਹੀ ਅਲੱਗ ਚੀਜ਼ 'ਚ ਮੈਂ ਆਪਣਾ ਸਕਸੈਸ ਪਾਇਆ। ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਆਪਣੀ ਬੈਚਲਰ ਡਿਗਰੀ ਵੀ ਕਰ ਚੁੱਕਿਆ ਸੀ ਤਾਂ ਵੀ ਮੈਨੂੰ ਡੂ ਡਜ਼ ਦਾ ਫਰਕ ਨਹੀਂ ਪਤਾ ਸੀਗਾ। ਤਾਂ ਮੈਂ ਇੰਗਲਿਸ਼ ਦੇ ਫੀਲਡ ਦੇ ਵਿੱਚ ਜਿਹੜਾ ਸਕਸੈਸ ਪਾਇਆ ਉਹ ਮੈਂ ਕਹਿ ਸਕਦਾ ਕਿ ਠੀਕ ਹੈ, ਸਕੂਲ ਟਾਈਮ ਦੇ ਵਿੱਚ ਮੈਨੂੰ ਕੁਝ ਐਵੇਂ ਦੀਆਂ ਮੋਟੀਵੇਸ਼ਨਸ ਮਿਲੀਆਂ ਸੀਗੀਆਂ ਕਿ ਮੈਂ ਆਪਣਾ ਫੁੱਟਬਾਲ ਦੇ ਵਿੱਚ ਥੋੜ੍ਹਾ ਜਿਹਾ ਨਾਮ ਬਣਾ ਪਾਇਆ ਜਾਂ ਮੈਂ ਕੰਪਿਊਟਰ 'ਚ ਨਾਮ ਬਣਾ ਪਾਇਆ, ਥੋੜ੍ਹਾ ਆਪਣੇ ਆਪ 'ਤੇ ਯਕੀਨ ਆਉਣਾ ਸ਼ੁਰੂ ਹੋਇਆ ਸੀਗਾ। ਪਰ ਜਿਹੜਾ ਫਾਈਨਲੀ ਕੀਤਾ ਉਹ ਕਾਫੀ ਅਲੱਗ ਸੀਗਾ। ਤੇ ਇੱਕ ਵਾਰ ਮੈਨੂੰ ਇਹ ਕਿੱਸਾ ਵੀ ਯਾਦ ਹੈ, ਮੈਂ ਲਗਭਗ 6ਵੀਂ ਕਲਾਸ 'ਚ ਸੀਗਾ। ਮੈਂ ਉਦੋਂ ਬਹੁਤ ਸ਼ਰਾਰਤੀ ਹੁੰਦਾ ਸੀਗਾ। ਅਸੀਂ ਈਵਨ ਤੱਕ ਕਿ ਕਲਾਸ ਦੇ ਵਿੱਚ ਵੀ ਤੁਸੀਂ ਕਹ ਲਓ ਕਿ ਬਹੁਤ ਹੱਸਦੇ ਖੇਡਦੇ ਰਹਿੰਦੇ ਸੀ, ਇੱਕ ਦੂਜੇ ਨਾਲ ਪੰਗੇ ਲੈਂਦੇ ਰਹਿੰਦੇ ਸੀ। ਉਦੋਂ WWE ਬਹੁਤ ਕਾਮਨ ਸੀਗੀ ਤੇ ਅਸੀਂ ਉਹਦੇ ਵੀ ਕਾਫੀ ਫੈਨ ਸੀਗੇ। ਤਾਂ ਮੈਨੂੰ ਇੱਕ ਸਾਇੰਸ ਟੀਚਰ ਨੇ ਵੀ ਕਹਿਤਾ ਸੀਗਾ ਵੀ ਤੂੰ ਲਾਈਫ 'ਚ ਸਕਸੈਸਫੁਲ ਨਹੀਂ ਹੋਏਗਾ, ਤੂੰ ਜੇ 12ਵੀਂ ਵੀ ਪਾਸ ਕਰ ਗਿਆ ਤਾਂ ਦੇਖ ਲਈ। ਤਾਂ ਉਹ ਚੀਜ਼ ਵੀ ਮੈਨੂੰ ਥੋੜ੍ਹਾ ਜਿਹਾ ਲੱਗੀ ਸੀਗੀ ਕਿ ਨਹੀਂ, ਹੁਣ ਪ੍ਰੂਵ ਕਰਕੇ ਦਿਖਾਉਣਾ। ਤਾਂ ਮੈਂ ਆਪਣਾ ਰੈਂਕ ਥੋੜ੍ਹਾ ਸੁਧਾਰਨਾ ਸ਼ੁਰੂ ਕੀਤਾ ਕਲਾਸ ਦੇ ਵਿੱਚ। 10ਵੀਂ ਕਿਤੇ ਚਲਾ ਗਿਆ ਸੀਗਾ ਤਾਂ ਮੈਂ ਉਹਨੂੰ ਤੀਜੇ ਕਿਤੇ ਲੈ ਕੇ ਆਇਆ 10ਵੀਂ 'ਚ। ਅੱਛਾ। ਤੇ ਫਿਰ ਤੁਸੀਂ ਕਹਿ ਲਓ ਕਿ ਮੈਂ ਸਪੋਰਟਸ 'ਚ ਚੱਲ ਗਿਆ ਸੀਗਾ। ਬਟ ਤੁਸੀਂ ਕਹਿ ਲਓ ਕਿ ਹਾਂ, ਸਕੂਲ ਦੇ ਵਿੱਚ ਕੁਝ ਇਹੋ ਜਿਹੇ ਛੋਟੇ ਛੋਟੇ ਇੰਸੀਡੈਂਟਸ ਹੋਏ ਹੋਣਗੇ ਜਿਨ੍ਹਾਂ ਨੇ ਮੈਨੂੰ ਆਪਣੇ 'ਤੇ ਥੋੜ੍ਹਾ ਯਕੀਨ ਦਿਲਵਾਇਆ ਕਿ ਮੈਂ ਸ਼ਾਇਦ ਅੱਗੇ ਜਾ ਕੇ ਵੀ ਕੁਝ ਵੱਡਾ ਸਟੈਪ ਲੈ ਸਕਦਾ। ਤੁਸੀਂ ਆਇਲਸ ਦੇ ਵਿੱਚ ਤਾਂ ਆਏ ਸੀ ਕਿਉਂਕਿ ਤੁਹਾਡੀ ਇੰਗਲਿਸ਼ ਬਹੁਤ ਚੰਗੀ ਸੀਗੀ, ਪਰ ਜਿਵੇਂ ਤੁਸੀਂ ਕਿਹਾ ਡੂ ਡਜ਼ ਦਾ ਵੀ ਨਹੀਂ ਪਤਾ ਸੀਗਾ। ਬਹੁਤ ਵਾਰ ਇੱਦਾਂ ਹੁੰਦਾ ਲਾਈਫ ਦੇ ਵਿੱਚ ਵੀ। ਮੰਨ ਲਓ ਵੀ ਜਿਵੇਂ ਮੇਰਾ ਮੈਥ ਨਹੀਂ ਚੰਗਾ ਤਾਂ ਮੈਂ 10ਵੀਂ ਤੋਂ ਬਾਅਦ ਸੋਚ ਲਿਆ ਸੀ ਵੀ ਮੈਂ ਮੈਥ ਪੜ੍ਹਨਾ ਹੀ ਨਹੀਂ ਕਿਉਂਕਿ ਮੇਰਾ ਵਧੀਆ ਨਹੀਂ ਹੈਗਾ, ਹੈ ਨਾ। ਜਿਵੇਂ ਤੁਹਾਡੀ ਤਾਂ ਇੰਗਲਿਸ਼ ਨਹੀਂ ਚੰਗੀ ਸੀ, ਫਿਰ ਤੁਸੀਂ ਆਇਲਸ 'ਚ ਕਿੱਦਾਂ ਆ ਗਏ? ਤੁਸੀਂ ਕਹਿ ਲਓ ਕਿ ਜਦੋਂ ਮੇਰਾ SSBs 'ਚ ਨਾ ਜਾ ਸਕਿਆ ਮੈਂ, ਤਾਂ ਮੈਨੂੰ ਕੁਛ ਇੱਥੇ ਰਸਤਾ ਦਿਖ ਵੀ ਨਹੀਂ ਰਿਹਾ ਸੀਗਾ। ਤਾਂ ਮੈਂ ਪਹਿਲਾਂ ਤਾਂ ਕੈਟ ਦੀ ਤਿਆਰੀ ਕੀਤੀ ਸੀਗੀ MBA ਦੀ, ਤੇ ਉੱਥੇ ਹੀ ਇੱਕ ਕਲਾਸ ਦੇ ਵਿੱਚ ਜਦੋਂ ਮੈਂ ਆਪਣੇ ਕੁਐਸਚਨਸ ਪੁੱਛ ਰਿਹਾ ਸੀਗਾ ਤਾਂ ਮੇਰੇ ਤੋਂ ਸਹੀ ਤਰ੍ਹਾਂ ਕੁਐਸਚਨਸ ਨਹੀਂ ਪੁੱਛੇ ਗਏ। ਉਹ ਇੱਕ ਇੰਬੈਰੈਸਮੈਂਟ ਜਿਹੜੀ ਹੋਈ ਸੀਗੀ ਮੈਨੂੰ ਕਲਾਸ ਦੇ ਵਿੱਚ ਕਿ ਸਾਰੇ ਜਾਣੇ ਹੱਸ ਰਹੇ ਹੈ ਬਟ ਕਲੀਅਰ ਕੋਈ ਨਹੀਂ ਕਰ ਰਿਹਾ। ਜਦ ਕਿ ਇੱਕ ਟੀਚਰ ਦਾ ਰੋਲ ਹੋਣਾ ਚਾਹੀਦਾ ਹੈ ਵੀ ਜੇ ਸਟੂਡੈਂਟ ਤੋਂ ਗਲਤੀ ਹੋ ਗਈ ਤਾਂ ਆਪਾਂ ਉਹਨੂੰ ਦੱਸੀਏ ਕਿ ਗਲਤੀ ਕਿਉਂ ਹੋਈ ਤੇ ਤੂੰ ਕਿਵੇਂ ਠੀਕ ਕਰ ਸਕਦਾ। ਉਹ ਜਿਹੜੀ ਮੈਨੂੰ ਆਪਣੇ ਇੰਬੈਰੈਸਮੈਂਟ ਫੀਲ ਹੋਈ ਤਾਂ ਮੈਂ ਪਹਿਲਾਂ ਤਾਂ ਕੁਛ ਦਿਨ ਆਪਣੇ PG 'ਚ ਹੀ ਰਿਹਾ, ਨੈਗੇਟਿਵ ਹੋ ਰਿਹਾ ਸੀਗਾ। ਮੇਰਾ ਇੱਕ ਦੋਸਤ ਮਿਲਿਆ ਜਿਹੜਾ ਕਿ ਮੈਡੀਕਲ ਸਾਇੰਸ ਦੇ ਵਿੱਚ ਸੀਗਾ, ਤਾਂ ਉਹਨੇ ਬਹੁਤ ਵਧੀਆ ਕੋਈ ਐਗਜ਼ਾਮ ਕੱਢਣਾ ਸੀਗਾ। ਤਾਂ ਉਹਨੇ ਮੈਨੂੰ ਲਾਇਬ੍ਰੇਰੀ ਦਾ ਰਸਤਾ ਦਿਖਾਇਆ ਕਿ ਤੂੰ ਮੇਰੇ ਨਾਲ ਚੱਲਿਆ ਕਰ। ਤਾਂ ਉੱਥੇ ਮੈਨੂੰ ਕਾਮਿਕਸ 'ਚ ਇੰਟਰਸਟ ਪਿਆ, ਫਿਰ ਨੋਵਲਸ 'ਚ ਇੰਟਰਸਟ ਪਿਆ, ਫਿਰ ਮੈਂ ਕੁਛ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ। ਜਦੋਂ ਮੈਨੂੰ ਇਹ ਲੱਗਣ ਲੱਗਿਆ ਕਿ ਗ੍ਰਾਮਰ ਦੇ ਵਿੱਚ ਵੀ ਲੌਜਿਕ ਹੈ, ਕਿਉਂਕਿ ਆਪਾਂ ਪਹਿਲਾਂ ਸੁਣਦੇ ਆਉਂਦੇ ਹੁੰਦੇ ਹਾਂ ਕਿ ਗ੍ਰਾਮਰ 'ਚ ਤਾਂ ਜੀ ਐਕਸੈਪਸ਼ਨਸ ਹੀ ਨੇ, ਕੁਝ ਕਰੋ ਤਾਂ ਕੁਝ ਹੋਰ ਆ ਜਾਏਗਾ। ਸ਼ਾਇਦ ਮੇਰੇ ਸਵਾਲ ਤੁਹਾਨੂੰ ਰੈਪੀਟੀਸ਼ਨ ਲੱਗਣ, ਪਰ ਮੈਂ ਨਾ ਇਹ ਗੱਲ ਕਰਨਾ ਚਾਹੁੰਦੀ ਹਾਂ ਵੀ ਕਈ ਵਾਰੀ ਜ਼ਿੰਦਗੀ 'ਚ ਮੰਨ ਲਓ ਵੀ ਮੈਨੂੰ ਅੱਜ ਦੀ ਘੜੀ ਮੈਨੂੰ ਮੈਥ ਨਹੀਂ ਆ ਰਿਹਾ। ਜਿਵੇਂ ਮੈਨੂੰ 10ਵੀਂ 'ਚ ਮੈਥ ਨਹੀਂ ਸੀ ਆਉਂਦਾ, ਮੈਂ 10ਵੀਂ 'ਚ ਹੀ ਡਿਸਾਈਡ ਕਰ ਲਿਆ ਵੀ ਇੱਕ ਤੋਂ ਬਾਅਦ ਮੈਂ ਮੈਥ ਪੜ੍ਹਨਾ ਹੀ ਨਹੀਂ ਹੈਗਾ, ਹੈ ਨਾ। ਪਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਇੰਗਲਿਸ਼ ਕਈ ਵਾਰ ਤੁਸੀਂ ਉੱਥੇ ਵੀ ਕਨਫਿਊਜ਼ ਹੋ ਜਾਂਦੇ ਸੀ ਵੀ ਡੂ ਲਾਉਣਾ ਡਜ਼ ਲਾਉਣਾ ਹੈ ਨਾ। ਪਰ ਬਾਵਜੂਦ ਇਹਦੇ ਤੁਸੀਂ ਅੱਜ ਬਹੁਤ ਵੱਡਾ ਆਇਲ ਸੈਂਟਰ ਚਲਾ ਰਹੇ ਹੋ। ਕਿੰਨੇ ਸਾਰੇ ਸਟੂਡੈਂਟਸ ਨੂੰ ਤੁਸੀਂ ਇੰਗਲਿਸ਼ ਪੜ੍ਹਾ ਕੇ ਉਹਨਾਂ ਦਾ ਪੇਪਰ ਕਲੀਅਰ ਹੁੰਦਾ ਹੈ, ਜਾਂ ਤੁਸੀਂ ਖੁਦ 13 ਵਾਰ ਪੇਪਰ ਕਲੀਅਰ ਕਰ ਚੁੱਕੇ ਹੋ, ਹੈ ਨਾ। ਸੋ ਅਗਰ ਕੋਈ ਬੰਦਾ ਜ਼ਿੰਦਗੀ 'ਚ ਆਪਦੀ ਲਾਈਫ 'ਚ ਕਿਸੇ ਇੱਕ ਚੀਜ਼ 'ਚ ਇੱਕ ਵਾਰ ਫੇਲ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਚੀਜ਼ ਉਹਦੇ ਲਈ ਇੰਪੋਸੀਬਲ ਹੋ ਗਈ, ਹੈ ਨਾ। ਜੇ ਤੁਸੀਂ ਡੂ ਡਜ਼ ਨਾ ਜਾਣਨ ਦੀ ਬਜਾਏ ਬਾਵਜੂਦ ਵੀ ਤੁਸੀਂ ਕਿੱਡਾ ਵੱਡਾ ਸੈਂਟਰ ਚਲਾ ਸਕਦੇ ਹੋ ਤਾਂ ਜ਼ਿੰਦਗੀ 'ਚ ਕੁਝ ਵੀ ਹੋ ਸਕਦਾ, ਹੈ ਨਾ। ਸੋ ਉਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਫਿਰ ਉਸ ਪਾਸੇ ਕਿੱਦਾਂ ਆਏ। ਐਕਚੁਅਲੀ ਜਦੋਂ ਮੇਰਾ ਆਰਮੀ ਜਾਂ ਏਅਰਫੋਰਸ 'ਚ ਜਾਣ ਦਾ ਸੁਪਨਾ ਟੁੱਟ ਚੁੱਕਿਆ ਸੀਗਾ ਤਾਂ ਮੈਨੂੰ ਸਿਰਫ ਇੱਕੋ ਹੀ ਰਸਤਾ ਦਿਖਿਆ ਸੀਗਾ ਵੀ ਸ਼ਾਇਦ ਇੰਡੀਆ ਦੇ ਵਿੱਚ ਮੈਂ ਇੱਕ ਕੈਟ ਹੈ ਜਿਹਦੇ ਨਾਲ ਆਪਣਾ ਨਾਮ ਬਣਾ ਸਕਦਾ, ਵਧੀਆ MBA ਕਰ ਸਕਦਾ। ਉਸ ਦੇ ਵਿੱਚ ਵੀ ਦੋ ਚੀਜ਼ਾਂ ਦੀ ਮੇਨ ਰਿਕੁਆਇਰਮੈਂਟ ਸੀ, ਇੱਕ ਅੱਛਾ ਮੈਥਸ ਆਉਂਦੀ ਅਤੇ ਇੱਕ ਅੱਛਾ ਇੰਗਲਿਸ਼ ਆਉਂਦੀ। ਮੈਥਸ ਮੇਰਾ ਸਟਰੋਂਗ ਸੀਗਾ, ਬਟ ਜਦੋਂ ਮੈਂ ਇੰਗਲਿਸ਼ 'ਚ ਕਲਾਸ ਗਿਆ ਤਾਂ ਉੱਥੇ ਉਹੀ ਹੋਇਆ ਕਿ ਉੱਥੇ ਉਹੀ ਡੂ ਡਜ਼ ਦੀ ਮਿਸਟੇਕ ਹੋਈ ਜਿਹਦੇ ਕਾਰਨ ਮੈਨੂੰ ਇੰਬੈਰੈਸਮੈਂਟ ਫੀਲ ਹੋਈ। ਅੱਛਾ। ਤਾਂ ਉਹ ਤਾਂ ਹੁਣ ਮੈਨੂੰ ਸਮਝ ਆਈ ਹੈ ਕਿ ਐਕਚੁਅਲੀ ਉਦੋਂ ਚਾਹੀਦਾ ਸੀਗਾ ਟੀਚਰ ਨੂੰ ਕਿ ਉਹ ਮੈਨੂੰ ਸਮਝਾ ਦਿੰਦਾ ਕਿ ਡੂ ਦੇ ਵਿੱਚ ਫਰਕ ਕੀ ਹੈ ਅਤੇ ਡਜ਼ ਦੇ ਵਿੱਚ ਫਰਕ ਕੀ ਹੈ। ਬਟ ਅਗਰ ਉਹ ਟੀਚਰ ਉਸ ਟਾਈਮ 'ਤੇ ਉਹ ਕਲੀਅਰ ਕਰ ਦਿੰਦਾ ਨਾ ਤਾਂ ਉਹ ਮੇਰੇ ਮਨ ਦੇ ਅੰਦਰ ਲੱਗਣ ਨਾ ਆਉਂਦੀ
ਕਿ ਮੈਂ ਜਾ ਕੇ ਲਾਇਬ੍ਰੇਰੀ 'ਚ ਉਸ ਦੀਆਂ ਰਿਲੇਟਡ ਕਿਤਾਬਾਂ ਪੜ੍ਹਾਂ, ਗ੍ਰਾਮਰ ਸਿੱਖਾਂ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਗ੍ਰਾਮਰ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਐਕਸੈਪਸ਼ਨਸ ਹੀ ਨੇ ਤੇ ਉਹਨੂੰ ਸਿੱਖਿਆ ਨਹੀਂ ਜਾ ਸਕਦਾ ਬੜੀ ਜਲਦੀ। ਬਟ ਮੈਂ ਫਿਰ ਉੱਥੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਲਾਇਬ੍ਰੇਰੀ ਦੇ ਵਿੱਚ, ਤੇ ਉਦੋਂ ਜਦੋਂ ਮੇਰਾ ਇੰਗਲਿਸ਼ ਸਟਰੋਂਗ ਹੋਣੀ ਸ਼ੁਰੂ ਹੋਈ ਤਾਂ ਮੈਨੂੰ ਲੱਗਿਆ ਕਿ ਮੈਂ ਵਰਲਡ ਦੇ ਟੌਪ ਯੂਨੀਵਰਸਿਟੀਜ਼ 'ਚ ਜਾ ਸਕਦਾ। ਅੱਛਾ। ਤਾਂ ਮੈਂ ਉਦੋਂ ਫਸਟ ਟਾਈਮ ਆਇਲਸ ਦਿੱਤਾ ਸੀਗਾ ਆਪਣਾ ਫੋਰਨ ਸਟੱਡੀ ਲਈ। ਅੱਛਾ। ਤੇ ਉਸ ਤੋਂ ਬਾਅਦ ਮੈਂ 2-3 ਸਾਲ ਇਸ ਤੋਂ ਕੱਟ ਆਫ ਵੀ ਰਿਹਾ। ਬਟ ਜਦੋਂ ਮੈਨੂੰ ਲੱਗਿਆ ਕਿ ਮੇਰਾ ਦੁਬਾਰਾ ਤੋਂ ਉਹ ਸੁਪਨਾ ਪੂਰਾ ਹੋ ਸਕਦਾ, ਮੈਂ ਕੈਨੇਡਾ ਦੀ PR ਲਈ ਟਰਾਈ ਕਰ ਸਕਦਾ, ਤਾਂ 2017 ਦੇ ਵਿੱਚ ਮੈਂ ਦੁਬਾਰਾ ਸ਼ੁਰੂ ਕੀਤਾ ਸੀਗਾ। ਉਸ ਟਾਈਮ ਤੇ ਮੈਂ ਇੱਕ ਇੰਸਟੀਚਿਊਟ ਦੇ ਵਿੱਚ ਥੋੜੀ ਦੇਰ 2-3 ਮਹੀਨੇ ਜੌਬ ਵੀ ਕੀਤੀ ਸੀਗੀ, ਕਿਉਂਕਿ ਮੈਨੂੰ ਸੀਗਾ ਕਿ ਸ਼ਾਇਦ ਮੈਂ ਕੁਝ ਸ਼ੇਅਰ ਕਰਾਂਗਾ ਕਿਸੇ ਨਾਲ ਤਾਂ ਮੇਰੀ ਨੌਲੇਜ ਵਧੂਗੀ। ਇਹ ਮੇਰੇ ਪੇਰੈਂਟਸ ਨੇ ਹੀ ਸਿਖਾਇਆ ਹੋਇਆ ਸੀਗਾ ਕਿ ਗਿਆਨ ਜਿਹੜਾ ਹੈਗਾ ਉਹ ਸ਼ੇਅਰ ਕਰਨ ਨਾਲ ਵੱਧਦਾ ਹੈ। ਤੇ ਉਸ ਕਾਰਨ ਉਦੋਂ ਮੈਨੂੰ 2 ਕੁ ਮਹੀਨਿਆਂ 'ਚ ਕੁਝ ਇਹੋ ਜਿਹਾ ਰਿਅਲਾਈਜ਼ ਹੋਇਆ ਕਿ ਇਹ ਇੰਸਟੀਚਿਊਟਸ ਦੇ ਵਿੱਚ ਸਾਰਾ ਕੁਝ ਸਟੂਡੈਂਟਸ ਪੱਖੀ ਵੀ ਨਹੀਂ ਹੈਗਾ। ਅੱਛਾ। ਤਾਂ ਫਿਰ ਤੁਸੀਂ ਕਹਿ ਲਓ ਕਿ ਮੈਂ ਆਪਣੀ ਪ੍ਰੈਪਰੇਸ਼ਨ ਕੰਟੀਨਿਊ ਕੀਤੀ, ਆਪਣਾ 2 ਵਾਰ 8777 ਨਾਲ ਸਕੋਰ ਕਲੀਅਰ ਕੀਤਾ PR ਲਈ। ਬਟ ਹਜੇ ਮੇਰੀ ਥੋੜਾ ਟਾਈਮ ਸੀਗਾ ਕਿਉਂਕਿ ਮੇਰੀ ਸਿਰਫ ਬੈਚਲਰ ਡਿਗਰੀ ਸੀ, ਮੈਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰਨਾ ਸ਼ੁਰੂ ਕਰਤਾ। ਤਾਂ ਮੈਂ ਫੇਸਬੁੱਕ ਤੇ ਫ੍ਰੀ ਟਿਪਸ ਵੰਡਣ ਸ਼ੁਰੂ ਕਰਤੀਆਂ ਸੀਗੀਆਂ ਆਇਲਸ ਦੀਆਂ। ਹਾਂਜੀ। ਤੇ ਉਸ ਟਾਈਮ ਤੇ ਮੇਰੀ ਫਸਟ ਸਟੂਡੈਂਟ ਕੋਲੰਬੀਆ ਤੋਂ ਸੀ। ਅੱਛਾ। ਤੇ ਉਹ ਮੇਰੀ ਆਨਲਾਈਨ ਸਟੂਡੈਂਟ ਸੀਗੀ। ਉਹਨੇ ਕਿਹਾ ਕਿ ਮੈਂ ਤੁਹਾਡੇ ਤੋਂ ਸਿੱਖਣਾ ਚਾਹੁੰਦੀ ਹਾਂ, ਮੈਨੂੰ ਤੁਹਾਡੀਆਂ ਟਿਪਸ ਅੱਛੀਆਂ ਲੱਗੀਆਂ, ਤਾਂ ਮੈਂ ਉਹਨੂੰ 1-to-1 ਆਨਲਾਈਨ ਕਲਾਸ ਦਿੰਦਾ ਹੁੰਦਾ ਸੀਗਾ। ਦੂਸਰਾ ਸਟੂਡੈਂਟ ਮੇਰਾ ਮਲੇਸ਼ੀਆ ਤੋਂ ਸੀਗਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹਿ ਲਓ ਕਿ ਮੈਂ ਆਫਲਾਈਨ ਮੋਡ 'ਚ ਵੀ ਇੱਕ ਸਟੂਡੈਂਟ ਨਾਲ ਸ਼ੁਰੂ ਕੀਤਾ ਸੀਗਾ। ਉਸ ਇਕੱਲੇ ਸਟੂਡੈਂਟ ਨੂੰ ਮੈਂ 4 ਘੰਟੇ ਲੈ ਕੇ ਬੈਠਦਾ ਹੁੰਦਾ ਸੀਗਾ। ਅੱਛਾ। ਤੇ ਜਦੋਂ ਉਸ ਦਾ ਰਿਜ਼ਲਟ ਆਇਆ ਫਿਰ ਮੈਨੂੰ ਥੋੜਾ ਹੌਸਲਾ ਆਇਆ ਕਿ ਹੁਣ ਮੈਂ ਕੁਝ ਕਰ ਸਕਦਾ, ਤਾਂ ਮੈਂ ਹੁਣ ਥੋੜਾ ਪ੍ਰਮੋਟ ਕਰ ਸਕਦਾ। ਤਾਂ ਮੈਂ ਉਦੋਂ ਤੋਂ ਫਿਰ ਆਇਲਸ ਦੇ ਵਿੱਚ ਆ ਗਿਆ। ਇੱਕ ਗੱਲ ਆਪਣੀ ਵਿੱਚ ਇਹ ਰਹਿ ਗਈ ਕਿ ਜਦੋਂ ਤੁਹਾਡੇ ਕੋਲੇ ਓਪਰਚੁਨਿਟੀ ਸੀਗੀ ਕਿ ਤੁਸੀਂ ਅਮਰੀਕਾ ਦੀ ਵਧੀਆ ਯੂਨੀਵਰਸਿਟੀ 'ਚ ਜਾ ਕੇ ਪੜ੍ਹ ਸਕਦੇ ਸੀ, ਤਾਂ ਕਿਸੇ ਨੇ ਕਿਹਾ ਕਿ ਇੰਨੇ ਪੈਸੇ ਲਵਾ ਕੇ ਤੁਸੀਂ ਜਾ ਰਹੇ ਹੋ, ਕਦੋਂ ਤੁਸੀਂ ਵਾਪਸ ਕਰੋਗੇ ਪੇਰੈਂਟਸ ਦੇ, ਹੈ ਨਾ? ਸੋ ਉਦੋਂ ਵੀ ਤੁਹਾਡੇ ਮਨ 'ਚ ਆਇਆ ਸੀਗਾ ਕਿ ਇੱਧਰ ਮੈਂ ਉਨਾ ਕੁ ਪੈਸਾ ਕਮਾ ਕੇ ਜਾਵਾਂ ਜਾਂ ਮੈਂ ਆਪਣੇ ਲਈ ਕੁਝ ਕਰਕੇ ਜਾਵਾਂ? ਨਹੀਂ, ਉਦੋਂ ਮੇਰੀ ਉਮੀਦ ਇਹ ਸੀਗੀ ਕਿ ਮੈਂ ਇੱਕ ਵਾਰੀ ਜੇ ਇੱਥੇ 30-40 ਹਜ਼ਾਰ ਰੁਪਏ ਦੀ ਜੌਬ ਵੀ ਲੈ ਲਾਂ ਤਾਂ ਮੈਂ ਘੱਟੋ ਘੱਟ ਇਹ ਪ੍ਰੂਫ ਕਰ ਦਾਂਗਾ ਕਿ ਮੈਨੂੰ ਕੋਈ ਜੌਬ ਦਊਗਾ। ਮੈਨੂੰ ਆਪਣੇ ਆਪ ਤੇ ਇਹ ਹੌਸਲਾ ਵੀ ਨਹੀਂ ਸੀਗਾ ਕਿਉਂਕਿ ਮੈਂ 1 ਸਾਲ ਤਿਆਰੀ 'ਚ ਹੀ ਲਾਤਾ ਸੀਗਾ ਆਇਲਸ ਦੇ। ਤੇ ਕਾਲਜ ਪਾਸ ਆਊਟ ਹੋਣ ਤੋਂ ਬਾਅਦ ਤੁਸੀਂ ਕਹਿ ਲਓ ਕਿ 2015 ਦੇ ਵਿੱਚ ਅਗਸਤ ਦੇ ਵਿੱਚ ਮੈਂ ਜੌਬ ਜੁਆਇਨ ਕੀਤੀ ਸੀਗੀ। ਤਾਂ ਉਦੋਂ ਮੈਨੂੰ ਕੋਈ ਉਮੀਦ ਨਹੀਂ ਸੀਗੀ ਕਿ ਇੰਡੀਆ ਦੇ ਵਿੱਚ ਮੈਨੂੰ ਬਹੁਤ ਇੰਨਾ ਸਕਸੈਸ ਮਿਲੇਗਾ। ਤੇ ਉਸ ਟਾਈਮ ਤੇ ਮੈਨੂੰ ਜਿਹੜਾ ਮੇਰਾ ਡਰ ਸੀਗਾ ਕਿ ਸ਼ਾਇਦ ਮੈਂ ਬਾਹਰ ਜਾ ਕੇ ਇਹ ਪੈਸੇ ਮੋੜ ਨਹੀਂ ਪਾਊਂਗਾ, ਆਪਣੇ ਘਰਦਿਆਂ ਤੇ ਬਰਡਨ ਬਣ ਜਾਊਂਗਾ, ਉਸੇ ਨੇ ਮੈਨੂੰ ਇੱਕ ਸਟੈਪ ਬੈਕ ਕਰਵਾਤਾ। ਬਟ ਅੱਜ ਮੈਂ ਇਸ ਦੀ ਮਿਸਾਲ ਦਿੰਦਾ ਲੋਕਾਂ ਨੂੰ ਕਿਉਂਕਿ ਅੱਜ ਮੈਂ ਇਹ ਸੋਚਦਾ ਕਿ ਉਦੋਂ ਅਗਰ ਮੈਂ ਸਟੈਪ ਬੈਕ ਨਾ ਲਿਆ ਹੁੰਦਾ ਤਾਂ ਉਹ ਐਂਟਰਪ੍ਰੈਨਿਓਰਸ਼ਿਪ ਦਾ ਕੋਰਸ ਸੀਗਾ ਬੈਪਸਨ ਕਾਲਜ ਦੇ ਵਿੱਚ, ਜਿਹੜਾ ਕਿ ਦੁਨੀਆ ਦੇ ਵਿੱਚ ਨੰਬਰ 1 ਕਾਲਜ ਹੈ ਐਂਟਰਪ੍ਰੈਨਿਓਰਸ਼ਿਪ ਲਈ। ਤਾਂ ਜੋ ਮੈਂ ਇੰਡੀਆ 'ਚ ਸਕਸੈਸ ਪਾਇਆ ਤਾਂ ਸ਼ਾਇਦ ਮੈਂ ਉੱਥੇ ਵੀ ਸਿਲਿਕਨ ਵੈਲੀ ਦੇ ਵਿੱਚ ਐਂਜਲ ਇਨਵੈਸਟਰਸ ਹੁੰਦੇ ਆ ਜਿਨ੍ਹਾਂ ਦੇ ਸਾਹਮਣੇ ਤੁਸੀਂ ਆਪਣਾ ਆਈਡੀਆ ਰੱਖਦੇ ਹੋ ਤਾਂ ਉਹ ਤੁਹਾਡੇ ਬਿਜ਼ਨਸ ਦੇ ਵਿੱਚ ਪੈਸਾ ਲਗਾਉਂਦੇ ਆ। ਤਾਂ ਸ਼ਾਇਦ ਮੈਂ ਇਸ ਤੋਂ ਵੀ ਕੁਝ ਵੱਡਾ ਕਰ ਸਕਦਾ ਸੀਗਾ ਜੇ ਉਹ ਮੈਂ ਸਟੈਪ ਬੈਕ ਨਾ ਲੈਂਦਾ। ਤਾਂ ਮੈਂ ਕਾਫੀ ਸਟੂਡੈਂਟਸ ਅੱਜ ਕੱਲ੍ਹ ਵੀ ਸੋਚ ਰਹੇ ਹੁੰਦੇ ਨੇ ਕਿ ਮੈਂ ਸਟੱਡੀ ਛੱਡ ਕੇ PR ਤੇ ਹੀ ਚੱਲ ਜੂੰਗਾ 2-3 ਸਾਲਾਂ ਬਾਅਦ। ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਆਪਣੇ ਆਪ ਤੇ ਡਾਊਟ ਨਾ ਕਰੋ। ਮਤਲਬ ਜੇ ਤੁਸੀਂ ਆਪਣੇ ਆਪ ਤੇ ਇਨਵੈਸਟਮੈਂਟ ਲਾ ਰਹੇ ਹੋ, ਆਪਣੀ ਐਜੂਕੇਸ਼ਨ ਤੇ ਇਨਵੈਸਟਮੈਂਟ ਲਾ ਰਹੇ ਹੋ, ਤੇ ਜੇ ਤੁਹਾਡਾ ਤੁਸੀਂ ਕਹਿ ਲਓ ਕਿ ਫੈਸਲਾ ਤੁਹਾਡੇ ਦਿਲ ਤੋਂ ਹੈ ਤਾਂ ਤੁਸੀਂ ਸਕਸੈਸਫੁਲ ਹੋਵੋਗੇ ਹੀ ਹੋਵੋਗੇ। ਉਹ ਪੈਸੇ ਪੂਸੇ ਮੁੜ ਆਉਂਦੇ ਹੁੰਦੇ ਨੇ ਤੇ ਉਹ ਸਭ ਕੁਝ ਠੀਕ ਹੋ ਜਾਂਦਾ ਹੁੰਦਾ। ਜਿਹੜਾ ਆਪਾਂ ਨੂੰ ਪਹਿਲਾਂ ਨੈਗੇਟਿਵ ਲੱਗਦਾ ਕਿ ਇਹ ਹੋ ਪਾਊਗਾ ਕਿ ਨਹੀਂ ਹੋ ਪਾਊਗਾ, ਬਸ ਆਪਾਂ ਨੂੰ ਲੱਗੇ ਰਹਿਣ ਦੀ ਲੋੜ ਹੈਗੀ ਹੈ। ਤੁਸੀਂ 13 ਵਾਰ ਆਇਲਸ ਕਿਉਂ ਦਿੱਤਾ? ਇਹਦੇ ਵਿੱਚ ਵੀ ਤੁਸੀਂ ਕਹਿ ਲਓ ਕਿ ਮੇਰੇ ਨਾਲ ਕੁਝ ਕਿਸਮਤ ਦੇ ਨਾਲ ਇਹੋ ਜਿਹੇ ਖੇਲ ਰਹੇ ਨੇ ਕਿ ਮੈਂ ਜਿਹੜੀ ਚੀਜ਼ ਪਾਉਣ ਦੀ ਕੋਸ਼ਿਸ਼ ਕਰਦਾ ਉਹ ਜਲਦੀ ਮਿਲਦੀ ਨਹੀਂ ਹੈ। ਤਾਂ 2018 ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਆਪਣਾ 8777 ਕਲੀਅਰ ਕਰ ਲਿਆ ਸੀਗਾ, ਉਦੋਂ ਮੇਰੇ ਕੋਲ ਬੈਚਲਰ ਡਿਗਰੀ ਸੀ। ਅੱਛਾ। ਉਦੋਂ ਮੇਰੇ 435 ਸਕੋਰ ਬਣਦੇ ਸੀਗੇ, ਬਟ ਜਿਹੜਾ ਰਿਕੁਆਇਰਮੈਂਟ ਸੀ ਉਹ 438 ਦੀ ਸੀਗੀ। ਫਿਰ ਮੈਂ ਸਤੰਬਰ 'ਚ ਦੁਬਾਰਾ ਦਿੱਤਾ ਪਰ ਥੋੜੀ ਜਿਹੀ ਰਿਕੁਆਇਰਮੈਂਟ ਫਿਰ ਵੱਧ ਗਈ। ਅੱਛਾ। ਤੇ ਫਿਰ ਤੁਸੀਂ ਕਹਿ ਲਓ ਕਿ ਮੈਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰਕੇ 2020 'ਚ ਪੇਪਰ ਦਿੱਤਾ। ਤੇ ਉਦੋਂ ਮੈਂ 2 ਪੇਪਰ ਦਿੱਤੇ ਬਟ ਉਹਨਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਰਿਕੁਆਇਰਮੈਂਟ ਹਜੇ ਵੀ ਉੱਪਰ ਹੀ ਸੀਗੀ। ਫਿਰ ਕੋਵਿਡ ਆ ਗਿਆ। ਕੋਵਿਡ ਦੇ ਵਿੱਚ 6 ਮਹੀਨੇ ਨਿਕਲ ਗਏ। ਮੇਰਾ ਪੇਪਰ ਜਿਹੜਾ ਨਿਕਲਿਆ ਹੋਇਆ ਸੀਗਾ ਫਿਰ ਵੀ ਮੈਂ ਡਰਾਅ ਦੇ ਵਿੱਚ ਐਲੀਜੀਬਲ ਨਹੀਂ ਹੋ ਪਾਇਆ। ਅੱਛਾ। ਤਾਂ ਇਸ ਦੌਰਾਨ ਮੈਂ ਹੋਰ ਆਪਣਾ ਸਕੋਰ ਵਧਾਉਣ ਦੇ ਲਈ ਆਪਣਾ ਐਗਜ਼ਾਮ ਦਿੰਦਾ ਰਿਹਾ। ਤੇ ਫਿਰ ਮੈਨੂੰ ਡਰ ਜਿਹਾ ਵੀ ਹਟ ਗਿਆ ਸੀਗਾ। ਤੇ ਮੈਨੂੰ ਐਂ ਸੀਗਾ ਕਿ ਜੇ ਮੈਂ ਕੁਝ ਸਟੂਡੈਂਟਸ ਨੂੰ ਨਵੀਂ ਗੱਲ ਸਿਖਾਵਾਂ ਵੀ ਨਾ ਤਾਂ ਮੈਂ ਇੱਕ ਵਾਰੀ ਜਾ ਕੇ ਐਗਜ਼ਾਮ 'ਚ ਟੈਸਟ ਕਰ ਆਵਾਂ।
ਹੁਣ ਜਿਵੇਂ ਮੈਂ ਇਸ ਵਾਰੀ ਨਵਾਂ ਇੱਕ ਪੈਰਾਗ੍ਰਾਫ ਬਣਾਉਣ ਦਾ ਸਟਰਕਚਰ ਦੱਸਣਾ ਸੀਗਾ ਸਟੂਡੈਂਟਸ ਨੂੰ, ਤਾਂ ਮੈਂ ਲਾਸਟ ਪੇਪਰ ਉਸ ਨੂੰ ਟੈਸਟ ਕਰਨ ਲਈ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਇਹ ਪੈਰਾਗ੍ਰਾਫ 'ਚ ਵੀ 7.5 ਆ ਸਕਦੇ ਆ ਕਿ ਨਹੀਂ ਰਾਈਟਿੰਗ 'ਚ। ਤੇ ਹੁਣ ਮੈਂ ਅਗਰ ਤੁਸੀਂ ਕਹੋ ਕਿ ਚਾਹੇ ਮੈਨੂੰ ਕੈਨੇਡਾ ਦੀ PR ਆਉਣ ਵਾਲੀ ਹੀ ਹੈ, ਮੇਰਾ ਡਰਾ ਆ ਗਿਆ ਸੀਗਾ 2020 ਦੇ ਵਿੱਚ, 1.5 ਸਾਲ ਵੇਟ ਤੋਂ ਬਾਅਦ ਹੁਣ ਐਨ ਐਜ 'ਤੇ ਹੈ, ਪਰ ਹੁਣ ਵੀ ਮੈਂ ਚਾਹੇ PR ਵੀ ਮਿਲ ਜੇ ਫਿਰ ਵੀ IELTS ਦਾ ਪੇਪਰ ਤਾਂ ਦਿੰਦਾ ਕਿ ਜੋ ਮੈਂ ਸਿਖਾਉਂਦਾ ਉਹ ਵਰਡਿੰਗ ਐਕੂਰੇਟ ਹੈਗੀ ਹੈ ਕਿ ਉਹਦੇ ਵਿੱਚ ਕੋਈ ਗਲਤੀ ਹੈਗੀ ਹੈ, ਉਹਨੂੰ ਚੈੱਕ ਕਰਨ ਲਈ। ਵੈਸੇ ਤਾਂ ਸਾਡੀ ਗਵਰਨਮੈਂਟ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਸਾਡੇ ਬੱਚੇ ਇੱਧਰੋਂ ਬਾਹਰ ਨਾ ਜਾਣ, ਬ੍ਰੇਨ ਡਰੇਨ ਨਾ ਹੋਵੇ ਸਾਡਾ, ਹੈ ਨਾ, ਪਰ ਫਿਰ ਵੀ ਬਹੁਤ ਸਾਰੇ ਇੱਦਾਂ ਦੇ ਬੱਚੇ ਨੇ ਜਿਹੜੇ ਕਿ ਆਪਦਾ ਫਿਊਚਰ ਆ ਬਾਹਰਲੀਆਂ ਕੰਟਰੀਆਂ 'ਚ ਬੈਟਰ ਦੇਖਦੇ ਨੇਗੇ ਅਤੇ ਉਹ ਕੋਈ ਨਾ ਕੋਈ ਸੈਂਟਰ ਜੁਆਇਨ ਕਰਦੇ ਨੇ, IELTS ਦਾ ਪੇਪਰ ਦਿੰਦੇ ਨੇ। ਮੈਨੂੰ ਲੱਗਦਾ ਹੁੰਦਾ ਹੈ ਕਿ ਬਹੁਤ ਸਾਰੇ ਸੈਂਟਰ ਇੱਦਾਂ ਦੇ ਨੇ ਜਿਹੜੇ ਕਿ ਸਿਰਫ ਲੁੱਟ ਦਾ ਕਾਰਨ ਨੇਗੇ, ਤਾਂ ਉਹਨਾਂ ਦੇ ਲਈ ਅਸੀਂ ਗੱਲਬਾਤ ਕਰਨਾ ਚਾਹਾਂਗੇ। ਤੁਹਾਨੂੰ IELTS ਹਊਆ ਲੱਗਣੋਂ ਹਟ ਗਿਆ ਜਦ ਤੁਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਪ੍ਰਪੇਅਰ ਕਰਦੇ ਹੋ, ਸਟੂਡੈਂਟਸ ਨੂੰ, ਕਿ IELTS ਦਾ ਪੇਪਰ ਹਊਆ ਨਹੀਂ ਹੈਗਾ? ਹਾਂਜੀ, ਜਦੋਂ ਆਪਾਂ ਤੁਸੀਂ ਕਹਿ ਲਓ ਕਿ IELTS ਦੀ ਪ੍ਰੈਪਰੇਸ਼ਨ ਦੀ ਗੱਲ ਕਰਦੇ ਆ, ਇਹਦੇ ਵਿੱਚ ਨਾ ਬਹੁਤ ਸਾਰੇ ਫੈਕਟਰਸ ਆਉਂਦੇ ਨੇ। ਸਟੂਡੈਂਟ ਦੀ ਸਿਟਿੰਗ ਪਾਵਰ ਕਿੰਨੀ ਹੈ, ਉਹ 1 ਘੰਟਾ ਕੰਟੀਨਿਊਸਲੀ ਬੈਠ ਸਕਦਾ ਹੈ ਰੀਡਿੰਗ ਲਈ ਕਿ ਨਹੀਂ ਬੈਠ ਸਕਦਾ, ਉਹ ਸਟ੍ਰੈਸ ਕਿੰਨੀ ਜਲਦੀ ਲੈਂਦਾ ਹੈ, ਉਹਦੀ ਸਟ੍ਰੈਸ ਮੈਨੇਜਮੈਂਟ ਲਈ ਉਹ ਕੀ ਕਰਦਾ ਹੈ, ਉਹਨੂੰ ਬਰੀਥਿੰਗ ਐਕਸਰਸਾਈਜ਼ਸ ਆਉਂਦੀਆਂ ਨੇ ਕਿ ਨਹੀਂ ਆਉਂਦੀਆਂ, ਉਹ ਆਪਣਾ ਸਿਲੇਬਸ ਕਿਵੇਂ ਡਿਵਾਈਡ ਕਰਦਾ, ਉਹਨੂੰ ਟਾਈਮ ਮੈਨੇਜਮੈਂਟ ਆਉਂਦੀ ਹੈ ਕਿ ਨਹੀਂ ਆਉਂਦੀ। ਸੋ ਅਸੀਂ ਸਟੂਡੈਂਟਸ ਨੂੰ ਇਹ ਸਾਰੀਆਂ ਚੀਜ਼ਾਂ ਸਿਖਾਉਂਦੇ ਹਾਂ ਤਾਂ ਕਿ ਨਾ ਇਹ ਨਾ ਹੋ ਜਾਏ ਕਿ ਉਹ ਇਕੱਲੀ ਪ੍ਰੈਪਰੇਸ਼ਨ ਕੀਤੀ ਹੋਵੇ ਬਟ ਪੇਪਰ ਦੇ ਵਿੱਚ ਜਾ ਕੇ ਉਹ ਖਰਾਬ ਹੋ ਜਾਏ ਉਹਨਾਂ ਦੀ ਪ੍ਰੈਪਰੇਸ਼ਨ ਤੇ ਉਹ ਸਕੋਰ ਨਾ ਕਰ ਪਾਉਣ। ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਹਾਂ ਕੁਝ ਇੰਸਟੀਚਿਊਟਸ ਜਿਹੜੇ ਹੈਗੇ ਹੈ ਉਹ ਇੱਥੋਂ ਪੈਸਾ ਕਮਾਉਣ ਦਾ ਹੀ ਜ਼ਰੀਆ ਰੱਖਿਆ ਹੋਇਆ ਉਹਨਾਂ ਨੇ, ਇਹਨਾਂ ਨੂੰ ਐਜੂਕੇਸ਼ਨ ਵਾਂਗੂ ਨਹੀਂ ਲੈਂਦੇ। ਤਾਂ ਉਸ ਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਮੈਂ 2 ਮਹੀਨੇ ਕਿਤੇ ਜੌਬ ਕੀਤੀ ਸੀ। ਉੱਥੇ ਜਦੋਂ ਮੈਂ ਪਹਿਲੇ ਦਿਨ ਗਿਆ ਮੈਨੂੰ ਨਹੀਂ ਉੱਥੇ ਦੇ ਰੂਲਸ ਰੈਗੂਲੇਸ਼ਨਸ ਪਤਾ ਸੀਗੇ। ਮੈਂ ਕਿਸੇ ਇੱਕ ਲੜਕੀ ਦੀ ਸਪੀਕਿੰਗ ਲਈ ਤੇ ਮੈਂ ਉਹਨੂੰ 7.5 ਦੇਤੇ ਕਿਉਂਕਿ ਮੇਰੇ ਖੁਦ ਦੇ 7.5 ਸੀ ਤੇ ਮੈਨੂੰ ਆਪਣੇ ਤੋਂ ਵੀ ਉੱਪਰ ਦੇ ਲੈਵਲ ਦੀ ਲੱਗੀ। ਤਾਂ ਉਹ ਸਾਰੇ ਇੰਸਟੀਚਿਊਟ 'ਚ ਇੱਕ ਸ਼ੋਰ ਜਿਹਾ ਮਚ ਗਿਆ ਕਿ ਅੱਜ ਕਿਸੇ ਦੇ 7.5 ਆਏ ਨੇ। ਤੇ ਮੈਨੂੰ ਤੁਸੀਂ ਕਹਿ ਲਓ ਕਿ ਮੇਨ ਆਫਿਸ 'ਚ ਬੁਲਾ ਲਿਆ ਗਿਆ ਤੇ ਉੱਥੇ ਮੈਨੂੰ ਸਮਝਾਇਆ ਗਿਆ ਕਿ ਆਪਾਂ ਨਾ 6 ਤੋਂ ਉੱਪਰ ਕਿਸੇ ਨੂੰ ਬੈਂਡ ਨਹੀਂ ਦੇਣੇ। ਮੈਂ ਕਿਹਾ ਜੀ ਆਹ ਕਿਹੜੀ ਸਟ੍ਰੈਟਜੀ ਹੋਈ? ਉਹ ਕਹਿੰਦੇ ਕਿ ਇਹ ਫਿਰ ਜ਼ਿਆਦਾ ਓਵਰ ਕੌਨਫੀਡੈਂਸ 'ਚ ਹੋ ਜਾਂਦੇ ਨੇ, ਤੁਸੀਂ ਇਹਨਾਂ ਨੂੰ ਸਕੋਰ ਘੱਟ ਦੇਣਾ, ਤੁਸੀਂ ਇਹਨੂੰ ਦੇਣਾ 5, 5.5 ਜਾਂ 6 ਇੱਥੇ ਕੁ ਰੱਖਣੇ। ਤਾਂ ਮੈਂ ਕਿਹਾ ਮੇਰੇ ਤੋਂ ਤਾਂ ਇਹ ਹੋਊਗਾ ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਉਸ ਦੇ ਸਕੋਰ ਜਿਹੜੇ ਹੈਗੇ ਨੇ ਉਹ ਡਿਜ਼ਰਵ ਕਰਦੇ ਨੇ, ਡਿਜ਼ਰਵ ਕਰਦੀ ਹੈ। ਆਪਾਂ ਉਹਨੂੰ 6 ਕਿਵੇਂ ਕਹਿ ਦਈਏ, 6 ਤਾਂ ਬਹੁਤ ਹੀ ਨੀਚੇਲਾ ਲੈਵਲ ਹੋ ਗਿਆ। ਤੇ ਫਿਰ ਮੈਨੂੰ ਹੋਰ ਚੀਜ਼ਾਂ ਸਮਝ ਆਈਆਂ ਕਿ ਉੱਥੇ ਮੌਕ ਟੈਸਟ ਔਖੇ ਪਾ ਕੇ ਸਟੂਡੈਂਟਸ ਨੂੰ ਡਰਾ ਦਿੱਤਾ ਜਾਂਦਾ ਵੀ ਹਜੇ ਤੁਸੀਂ ਪੇਪਰ ਲਈ ਰੈਡੀ ਨਹੀਂ ਹੈਗੇ। ਤੇ ਉਹਨਾਂ ਦੇ ਲਈ ਮਟੀਰੀਅਲ ਚੇਂਜ ਕਰਕੇ ਜਾਂ ਫਿਰ ਤੁਸੀਂ ਕਹਿ ਲਓ ਕਿ ਪਹਿਲਾਂ ਕੁਝ ਹੋਰ ਪੜ੍ਹਾ ਕੇ ਪਹਿਲੇ 2 ਮਹੀਨੇ ਫਿਰ ਉਸ ਤੋਂ ਬਾਅਦ ਨਵਾਂ ਕਹਿ ਦੇਣਗੇ ਵੀ ਹੁਣ ਕਨਸੈਪਟ ਨਵਾਂ ਆ ਗਿਆ, ਹੁਣ ਤੁਸੀਂ ਇਹਨੂੰ ਸਿੱਖੋ। ਤਾਂ ਉਹਦੇ ਵਿੱਚ ਵੀ ਤੁਸੀਂ ਕਹਿ ਲਓ ਕਿ ਅਕੈਡਮਿਕ ਵਾਲੇ ਸਟੂਡੈਂਟਸ ਨੂੰ ਅਲੱਗ ਤਿਆਰੀ ਕਰਾਈ ਜਾਂਦੀ ਹੈ ਵੀ ਤੁਹਾਡੀ 6 ਦੀ ਤਿਆਰੀ ਹੋ ਰਹੀ ਹੈ, GT ਵਾਲਿਆਂ ਦੀ ਅਲੱਗ ਤਿਆਰੀ ਇਹਦੀ ਵੀ ਥੋੜੀ 7 ਦੀ ਹੋ ਰਹੀ ਹੈ। ਵੀ ਜੇ ਆਪਾਂ ਦੋਨਾਂ ਨੂੰ ਹੀ ਐਕੂਰੇਟ ਸਿਖਾਵਾਂਗੇ ਦੋਨਾਂ ਦੀ 7, 8 ਦੀ ਕਿਉਂ ਨਹੀਂ ਹੋ ਸਕਦੀ? ਤਾਂ ਇਹ ਚੀਜ਼ਾਂ ਫਿਰ ਮੈਂ ਕਾਫੀ ਓਬਜ਼ਰਵ ਕੀਤੀਆਂ ਕਿ ਹਾਂ ਇਹਦੇ ਵਿੱਚ ਇਹ ਸੋਚ ਹੈ ਕਿ ਸਟੂਡੈਂਟਸ ਨੂੰ ਬਿਠਾਈ ਰੱਖੋ ਤੇ ਉਹਨਾਂ ਤੋਂ ਪੈਸੇ ਬਣਾਈ ਜਾਓ। ਜਦ ਕਿ ਮੈਂ ਆਪਣੀ ਫਿਰ ਸੋਚ ਨਵੀਂ ਲੈ ਕੇ ਆਇਆ, ਮੈਂ ਆਪਣੇ ਸਾਰੇ ਟੀਚਰਸ ਦੇ ਵਿੱਚ ਵੀ ਜਾਂ ਹੋਰ ਸਾਰਿਆਂ ਦੇ ਵਿੱਚ ਵੀ ਇਹੀ ਪਾਉਂਦਾ ਕਿ ਜੇ ਇੱਕ ਸਟੂਡੈਂਟ ਰਿਜ਼ਲਟ ਲੈ ਕੇ ਆਊਗਾ ਤਾਂ 4 ਸਟੂਡੈਂਟ ਲੈ ਕੇ ਆਊਗਾ। ਤਾਂ ਜਿੰਨੀ ਜਲਦੀ ਜਾਊਗਾ ਉਨੀ ਜਲਦੀ 4 ਆਉਣਗੇ ਤਾਂ ਉਨਾ ਮਲਟੀਪਲਾਈ ਹੋਊਗਾ। ਤਾਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਟੂਡੈਂਟ ਦਾ ਟਾਈਮ ਵੀ ਜ਼ਿਆਦਾ ਨਾ ਲੱਗੇ ਤੇ ਉਹਨੂੰ ਐਕੂਰੇਟ ਇਨਫੋਰਮੇਸ਼ਨ ਮਿਲ ਜੇ। ਤਾਂ ਉਹਦੇ ਨਾਲ ਹੋਰ ਫਲਰਿਸ਼ ਹੋ ਰਿਹਾ। ਤੁਸੀਂ ਕਹਿ ਲਓ ਕਿ ਹੁਣ ਪਟਿਆਲੇ ਦੇ ਵਿੱਚ ਜਦੋਂ ਆਪਾਂ ਸਰਚ ਕਰਦੇ ਹਾਂ IELTS ਤਾਂ ਉਹਦੇ ਵਿੱਚ ਹੁਣ ਕੁਝ ਕੁ ਈਅਰਸ ਦੇ ਵਿੱਚ ਹੀ ਸਾਡਾ ਟੌਪ ਤੇ ਵੀ ਆਉਣਾ ਸ਼ੁਰੂ ਹੋ ਗਿਆ। ਕਿਉਂਕਿ IELTS ਨੂੰ ਤਾਂ ਹੁਣ ਉਹਨਾਂ ਨੇ ਸ਼ਾਰਟ ਟਰਮ ਕੋਰਸ ਹੀ ਬਣਾ ਰੱਖਿਆ। ਮੈਂ ਦੇਖਿਆ ਬਹੁਤ ਸਾਰੇ ਡਿਗਰੀਆਂ ਹੋ ਰੱਖੀਆਂ ਨੇ ਜੀ ਇਹਦੀਆਂ। ਤੁਸੀਂ ਕਹਿ ਲਓ ਕਿ ਪਿੰਡਾਂ ਦੇ ਵਿੱਚ ਤਾਂ ਇਹਦੀਆਂ ਸਾਲ ਦੀਆਂ ਡਿਗਰੀਆਂ ਹੋ ਰੱਖੀਆਂ ਨੇ। ਹਾਂ, ਕਿਉਂਕਿ ਬਹੁਤ ਸਾਰੇ ਇਦਾਂ ਦੇ ਮੈਂ ਬੱਚਿਆਂ ਨੂੰ ਜਾਣਦੀ ਕਿਉਂਕਿ ਮੈਂ ਪਟਿਆਲੇ ਜਦੋਂ ਰਹਿੰਦੀ ਸੀ PG 'ਚ, ਬਹੁਤ ਸਾਰੇ ਬੱਚੇ ਉਦੋਂ PG 'ਚ IELTS ਦੀ ਤਿਆਰੀ ਕਰਦੇ ਹੁੰਦੇ ਸੀਗੇ। ਤਾਂ ਉਹਨਾਂ 'ਚੋਂ ਕੋਈ 6 ਮਹੀਨੇ ਤੋਂ ਕਰ ਰਿਹਾ ਸੀ, ਕੋਈ 8 ਮਹੀਨੇ ਤੋਂ ਕਰ ਰਿਹਾ ਸੀ, ਕੋਈ 2 ਮਹੀਨਿਆਂ 'ਚ ਟੈਸਟ ਦੇ ਕੇ ਜਾ ਰਿਹਾ ਸੀਗਾ। ਤੇ ਮੈਨੂੰ ਤੁਸੀਂ ਦੱਸਿਓ ਕਿ ਮੈਨੂੰ ਲੌਜਿਕ ਨਹੀਂ ਸਮਝ ਆਇਆ ਅੱਜ ਤੱਕ ਵੀ 8 ਘੰਟੇ IELTS ਦੀ ਕਲਾਸ ਕਿਉਂ ਹੁੰਦੀ ਆ? ਕਿਉਂਕਿ ਪਹਿਲਾਂ 4 ਘੰਟੇ ਉਹ ਪੜ੍ਹਦੇ ਨੇ, ਉਹ ਕਹਿੰਦੇ ਨੇ ਵੀ ਤੁਹਾਡੀ ਉਹ ਜ਼ਿਆਦਾ ਵਧੀਆ ਤਿਆਰੀ ਹੋਊਗੀ, ਤਾਂ 4 ਘੰਟੇ ਉਹ ਫਿਰ ਸ਼ਾਮ ਨੂੰ ਸਲੋਟ ਲਾਉਂਦੇ ਨੇਗੇ ਇੱਕ। ਤਾਂ ਮੈਂ ਬੱਚੇ ਜਦੋਂ ਕਲਾਸ ਲਾ ਕੇ ਆਉਂਦੇ ਹੁੰਦੇ ਸੀ ਤਾਂ ਇਹ ਨਹੀਂ ਸੀ ਹੁੰਦਾ ਵੀ ਅੱਜ ਉਹ ਕੁਝ ਸਿੱਖ ਕੇ ਆਏ ਨੇ, ਉਹ ਜ਼ਿਆਦਾ ਸਟ੍ਰੈਸਫੁਲ ਹੁੰਦੇ ਸੀਗੇ ਕਿ ਹਾਏ ਹੁਣ ਕੱਲ ਨੂੰ ਵੀ ਜਾਣਾ ਪੈਣਾ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਸਮਝਾਉਂਦਾ। ਸਪੋਜ਼ ਕਰੋ ਕਿ ਤੁਸੀਂ ਇੱਕ ਕਿੱਲ ਨੂੰ ਇੱਕ ਦੀਵਾਰ ਦੇ ਵਿੱਚ ਠੋਕਣਾ ਤੇ ਜੇ ਤੁਸੀਂ ਉਹਨੂੰ ਹੱਥ ਨਾਲ ਹੀ ਲੱਗੇ ਰਹੇ, ਚਾਹੇ ਤੁਸੀਂ ਜਿੰਨੀ ਮਰਜ਼ੀ ਦੇਰ ਲੱਗੇ ਰਹੋ, ਉਹ ਕਿੱਲ ਅੰਦਰ ਨਹੀਂ ਜਾਣੀ। ਤਾਂ ਇਸੇ ਤਰ੍ਹਾਂ ਅਗਰ ਤੁਸੀਂ ਰੋਜ਼ ਸੇਮ ਚੀਜ਼ ਪ੍ਰੈਕਟਿਸ ਕਰੀ ਜਾਓਗੇ
ਤਾਂ ਤੁਹਾਡੀ ਕੋਈ ਇੰਪਰੂਵਮੈਂਟ ਨਹੀਂ ਆਣੀ, ਕਿਉਂਕਿ ਤੁਸੀਂ ਕੁਝ ਤਰੀਕਾ ਨਹੀਂ ਬਦਲ ਕੇ ਦੇਖਿਆ ਜਾਂ ਫਿਰ ਤੁਸੀਂ ਆਪਣੀ ਕੋਈ ਗ੍ਰਾਮਰ ਦੀ ਨੌਲੇਜ ਨਹੀਂ ਅਪਡੇਟ ਕੀਤੀ ਜਾਂ ਤੁਸੀਂ ਟੈਕਨੀਕ ਨਹੀਂ ਚੇਂਜ ਕੀਤੀ, ਤਾਂ ਉਹਦੇ ਨਾਲ ਕੁਝ ਇੰਪਰੂਵਮੈਂਟ ਨਹੀਂ ਆਣੀ। ਇਹ ਨਾ ਇੱਕ ਸੈਲਫ ਸੈਟਿਸਫੈਕਸ਼ਨ ਟਾਈਪ ਦੀ ਚੀਜ਼ ਮਿਲਦੀ ਹੈ ਸਟੂਡੈਂਟਸ ਨੂੰ ਵੀ ਅਸੀਂ ਚਾਰੇ ਸੈਕਸ਼ਨ ਕਰ ਲਏ ਤਾਂ ਇਹਦਾ ਮਤਲਬ ਅਸੀਂ ਮਿਹਨਤ ਕੀਤੀ ਹੈ ਤੇ ਮਿਹਨਤ ਦਾ ਫਲ ਮਿਲੇਗਾ। ਬਟ ਜੋ ਮੇਰੀ ਥਿਊਰੀ ਹੈ ਉਹ ਇਹ ਹੈ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤਾਂ ਇਹ ਚੀਜ਼ ਗਲਤ ਹੈ ਕਿ ਸਿਰਫ ਪ੍ਰੈਕਟਿਸ ਤੁਹਾਨੂੰ ਪਰਫੈਕਟ ਕਰ ਦੋ। ਜੇ ਕਹੀਏ ਕੋਈ ਜਿਮ ਲਾ ਰਿਹਾ ਤਾਂ ਉਹ ਗਲਤ ਤਰੀਕੇ ਨਾਲ ਲਾਈ ਜਾਊਗਾ ਤਾਂ ਉਹਦੇ ਡੋਲੇ ਨਹੀਂ ਬਣ ਜਾਣਗੇ। ਜੇ ਕੋਈ ਕਾਰ ਸਿੱਖ ਰਿਹਾ ਤਾਂ ਜੇ ਉਹ ਇਕੱਲਾ ਹੀ ਲੱਗਿਆ ਰਹੂਗਾ ਤਾਂ ਉਹਦੀ ਕੋਈ ਕਾਰ ਵਧੀਆ ਨਹੀਂ ਚੱਲ ਪਊਗੀ ਉਹ ਤੋਂ। ਤਾਂ ਪ੍ਰੈਕਟਿਸ ਇਨ ਅ ਰਾਈਟ ਡਾਇਰੈਕਸ਼ਨ ਮੇਕਸ ਅ ਮੈਨ ਪਰਫੈਕਟ। ਜਦ ਤੱਕ ਤੁਹਾਨੂੰ ਡਾਇਰੈਕਸ਼ਨ ਨਹੀਂ ਮਿਲਦੀ, ਜਦ ਤੱਕ ਤੁਹਾਡੀ ਕੁਝ ਚੀਜ਼ ਚੇਂਜ ਨਹੀਂ ਹੁੰਦੀ, ਤੁਹਾਡਾ ਉੱਥੋਂ ਦੀ ਤੁਸੀਂ ਕਹਿ ਲਓ ਕਿ ਤੁਸੀਂ ਉੱਥੋਂ ਚੇਂਜ ਨਹੀਂ ਹੋ ਸਕਦੇ। ਤਾਂ ਇੰਸਟੀਟਿਊਟਸ ਦੀ ਇਹ ਸਟ੍ਰੈਟਜੀ ਹੈ ਕਿ 4 ਘੰਟਿਆਂ 'ਚੋਂ ਇੰਨੀ ਕੀ ਫੀਸ ਦੇਣਗੇ ਸਟੂਡੈਂਟ, ਜੇ 8 ਘੰਟੇ ਕਰ ਦਾਂਗੇ ਤਾਂ ਉਹ ਫੀਸ ਜ਼ਿਆਦਾ ਦੇਣ ਲਈ ਵੀ ਮੰਨ ਜਾਣਗੇ। ਜੇ ਉਹਨਾਂ ਨੂੰ 2 ਮਹੀਨੇ ਦੀ ਇਕੱਠੀ ਫੀਸ ਭਰਾ ਲਾਂਗੇ ਤਾਂ ਜੋ 4 ਦਿਨਾਂ 'ਚ ਅੱਕ ਵੀ ਗਏ ਤਾਂ 2 ਮਹੀਨੇ ਤਾਂ ਉਹਨਾਂ ਨੂੰ ਬਾਉਂਡ ਹੋ ਗਏ ਫੀਸ ਭਰ ਕੇ। ਤੇ ਜੇ ਆਇਲਸ 'ਚ ਸਕੋਰ ਨਹੀਂ ਆਇਆ ਤਾਂ ਪੀਟੀ ਵੱਲ ਨੂੰ ਆਪਾਂ ਤਾਂ ਖੇਲ ਦਾਂਗੇ ਕਿ ਪੀਟੀ ਆਸਾਨ ਹੈਗੀ ਹੈ, ਉਸ ਤੋਂ ਬਾਅਦ ਕੁਝ ਹੋਰ ਆਸਾਨ ਹੈਗਾ। ਠੀਕ ਹੈ, ਤਾਂ ਇਹ ਨਾ ਉਹਨਾਂ ਨੇ ਤੁਸੀਂ ਕਹਿ ਲਓ ਕਿ ਸਟੂਡੈਂਟਸ ਨੂੰ ਪਾਸ ਕਰਨ ਲਈ ਨਹੀਂ ਤਰੀਕੇ ਬਣਾਏ ਹੋਏ, ਇਹ ਉਹਨਾਂ ਨੇ ਸਟੂਡੈਂਟਸ ਨੂੰ ਬਿਠਾਈ ਰੱਖਣ ਲਈ ਤਰੀਕੇ ਬਣਾਏ ਹੋਏ ਨੇ। ਤੇ ਸਟੂਡੈਂਟਸ ਨੂੰ ਫਿਰ ਐਵੇਂ ਦਾ ਯਕੀਨ ਹੋਣ ਲੱਗ ਜਾਂਦਾ। ਜਿਵੇਂ ਪਹਿਲੀ ਵਾਰੀ ਆਪਣੇ ਸਟੂਡੈਂਟਸ ਨੂੰ ਇਹ ਗੱਲ ਕਹੀ ਸੀਗੀ ਨਾ ਕਿ ਤੁਸੀਂ 4 ਸੈਕਸ਼ਨ ਨਹੀਂ ਕਰਨੇ ਇੱਕ ਦਿਨ 'ਚ, ਤੁਸੀਂ 2 ਸੈਕਸ਼ਨ ਲਓ। ਇੱਕ ਸੈਕਸ਼ਨ ਜਿਵੇਂ ਰਾਈਟਿੰਗ ਲਿਆ, ਉਸ 'ਤੇ ਲਿਖਿਆ, ਉਸ ਤੋਂ ਬਾਅਦ ਤੁਸੀਂ ਨੈੱਟ 'ਤੇ ਪੜ੍ਹੋ ਕਿ ਹੋਰ ਕੀ ਕੁਝ ਲਿਖ ਸਕਦੇ ਸੀਗੇ, ਉਹਦੇ ਐਨਾਲਿਸਿਸ ਕਰੋ, ਜੋ ਤੁਹਾਡੀਆਂ ਕਮੀਆਂ ਨੇ ਉਹ 'ਤੇ ਕੰਮ ਕਰੋ ਪੂਰਾ ਦਿਨ। ਤੇ ਗ੍ਰਾਮਰ ਵਗੈਰਾ 'ਤੇ ਜਾਂ ਜਿਹੜੀ ਵੀ ਤੁਹਾਡੀਆਂ ਕਮੀਆਂ ਨਿਕਲਦੀਆਂ ਨੇ ਉਹ 'ਤੇ ਕੰਮ ਕਰੋ। ਅਗਲੇ ਦਿਨ ਜੇ ਤੁਸੀਂ ਰੀਡਿੰਗ ਲੈਂਦੇ ਹੋ ਤਾਂ ਤੁਸੀਂ ਰੀਡਿੰਗ 'ਚ ਦੇਖੋ ਕਿ ਮੈਂ ਕਿੱਥੇ ਗਲਤੀ ਕਰ ਰਿਹਾ, ਕਿਉਂ ਗਲਤੀ ਕਰ ਰਿਹਾ, ਉਹਦੇ ਨਾਲ ਦੀਆਂ ਵੀਡੀਓਜ਼ ਦੇਖੋ ਜਾਂ ਉਹਦੇ ਨਾਲ ਦੀਆਂ ਚੀਜ਼ਾਂ ਸਿੱਖੋ। ਬਟ ਇੰਸਟੀਟਿਊਟਸ 'ਚ ਕੀ ਹੈ ਕਿ ਉਹ ਲਿਸਨਿੰਗ ਕਰਨਗੇ। ਹੁਣ ਲਿਸਨਿੰਗ 'ਚ ਜੋ ਗਲਤੀਆਂ ਹੋਈਆਂ ਨੇ ਉਹ ਹਜੇ ਦੇਖਣ ਦਾ ਟਾਈਮ ਨਹੀਂ ਮਿਲਦਾ, ਨਾਲ ਦੀ ਨਾਲ ਰੀਡਿੰਗ ਸ਼ੁਰੂ ਹੋ ਜਾਂਦੀ ਹੈ। ਰੀਡਿੰਗ ਕਰਨਗੇ, ਉਹਦੇ ਵਿੱਚ ਜੋ ਗਲਤੀਆਂ ਹੋਈਆਂ ਉਹ ਡਿਸਕਸ ਕਰਨ ਦਾ ਟਾਈਮ ਨਹੀਂ ਮਿਲਿਆ, ਨਾਲ ਦੀ ਨਾਲ ਰਾਈਟਿੰਗ ਸ਼ੁਰੂ ਹੋ ਗਈ। ਰਾਈਟਿੰਗ ਤੱਕ ਉਹਨਾਂ ਦਾ ਵੈਸੇ ਹੀ ਤੁਸੀਂ ਕਹਿ ਲਓ ਕਿ ਇੰਟਰਸਟ ਘੱਟ ਚੁੱਕਿਆ ਹੁੰਦਾ, ਕਿਉਂਕਿ ਉਹ 2 ਘੰਟਿਆਂ ਦੇ ਲਗਾਤਾਰ ਲੱਗੇ ਹੁੰਦੇ, ਇੰਨੀ ਸਿਟਿੰਗ ਕੈਪੈਸਿਟੀ ਹੁੰਦੀ ਨਹੀਂ ਉਹਨਾਂ ਦੀ। ਬਿਲਕੁਲ। ਤੇ ਉਹ ਵੀ ਫਿਰ ਉਹ ਮਜਬੂਰੀ ਜਿਹੀ 'ਚ ਕਰਦੇ ਆ, ਕੰਪਲੀਟ ਹੁੰਦੀਆਂ, ਕਾਪੀਆਂ ਫੜਾ ਦਿੰਦੇ ਆ, ਅਗਲੇ ਦਿਨ ਆਉਂਦੇ ਆ, ਕਾਪੀਆਂ ਟਿੱਕੇ ਵੱਜੇ ਹੁੰਦੇ ਆ, ਕ੍ਰਾਸ ਵੱਜੇ ਹੁੰਦੇ ਆ, ਪਰ ਉਹਦੇ 'ਤੇ ਹਜੇ ਉਹਨਾਂ ਨੂੰ ਤਰੀਕਾ ਨਹੀਂ ਸਿਖਾਇਆ ਜਾਂਦਾ, ਉਹ ਅਗਲੀ ਟੌਪਿਕ ਦੇ ਦਿੱਤਾ ਜਾਂਦਾ ਵੀ ਚਲੋ ਜੀ ਆਹ ਵੀ ਕਰ ਲਓ। ਤਾਂ ਇੱਕ ਤਰ੍ਹਾਂ ਉਹਨਾਂ ਨੂੰ ਨਾ ਸੋਚਣ ਦਾ ਵੀ ਨਹੀਂ ਟਾਈਮ ਮਿਲ ਰਿਹਾ, ਉਹਨਾਂ ਨੂੰ ਜਾਲ 'ਚ ਫਸਾ ਰੱਖਿਆ। ਸਰ ਇੱਕ ਮੈਂ ਦੇਖਿਆ ਕਿ ਕਈ ਇੰਸਟੀਟਿਊਟ ਕਹਿ ਦਿੰਦੇ ਨੇ ਕਿ 2 ਮਹੀਨੇ ਹਾਲੇ ਤੁਸੀਂ ਬੇਸਿਕ ਦੀਆਂ ਕਲਾਸਾਂ ਲਓ, ਤਾਂ ਉਸ ਤੋਂ ਬਾਅਦ ਫਿਰ ਜਿਵੇਂ ਜਿਹੜੇ ਸਾਡੇ ਐਕਚੁਅਲ ਟਾਸਕ ਹੁੰਦੇ ਨੇ ਉਹ ਉਹਨਾਂ ਨੂੰ ਦੇਣਾ ਸ਼ੁਰੂ ਕਰਦੇ ਨੇ ਜਾਂ ਉਹ ਫਿਰ ਚੇਂਜ ਹੋ ਜਾਂਦੇ ਨੇਗੇ। ਤਾਂ ਇੱਕ ਆਇਲਸ ਦੇ ਵਿੱਚ ਮੰਨ ਲਓ ਵੀ ਕਿਸੇ ਨੇ 6 6.5 ਦਾ ਸਕੋਰ ਕਰਨਾ ਆ, ਤਾਂ ਉਹਨੂੰ ਕਿੰਨੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ? ਕੋਈ ਬੱਚਾ, ਕੋਈ ਐਗਜ਼ਾਮਪਲ ਦੇ ਕੇ ਅਗਰ ਤੁਸੀਂ ਮੈਨੂੰ ਸਮਝਾ ਸਕੋ ਵੀ ਜਿਸ ਬੱਚੇ ਦੀ ਇੰਗਲਿਸ਼ ਇੰਨੀ ਕੁ ਹੈਗੀ ਆ ਤਾਂ ਉਹਨੂੰ ਕਿੰਨੀ ਕੁ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ ਵੀ ਉਹ 6 6.5 ਸਕੋਰ ਲੈ ਸਕਦਾ ਹੈ? ਦੇਖੋ, ਇੱਕ ਫਿਜ਼ਿਕਸ ਦਾ ਲਾਅ ਹੈ ਕਿ ਜੇ ਆਪਾਂ ਨੇ ਡਿਸਟੈਂਸ ਕੱਢਣਾ ਹੋਵੇ ਤਾਂ ਆਪਾਂ ਨੂੰ ਸਪੀਡ ਤੇ ਟਾਈਮ ਦੀ ਜ਼ਰੂਰਤ ਹੈਗੀ ਹੈ। ਬਿਲਕੁਲ। ਤਾਂ ਸੇਮ ਚੀਜ਼ ਹੈ ਕਿ ਜੇ ਆਪਾਂ ਨੇ ਦੇਖਣਾ ਹੋਵੇ ਕਿ ਆਪਾਂ ਨੂੰ ਕਿੰਨਾ ਟਾਈਮ ਲੱਗਣਾ ਹੈ ਪ੍ਰੈਪਰੇਸ਼ਨ ਦੇ ਵਿੱਚ, ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡਾ ਇਨੀਸ਼ੀਅਲ ਲੈਵਲ ਕੀ ਹੈ, ਕਿ ਉੱਥੋਂ ਦੀ ਆਪਾਂ ਨੇ ਕਿੱਥੇ ਤੱਕ ਪਹੁੰਚਣਾ, ਕੀ ਕਮੀਆਂ ਨੇ ਸਾਡੇ ਦੇ ਵਿੱਚ। ਜਦ ਤੱਕ ਉਹ ਕਮੀਆਂ ਨਹੀਂ ਪਤਾ ਲੱਗਣਗੀਆਂ ਉਦ ਤੱਕ ਤੁਸੀਂ ਡਿਸਾਈਡ ਹੀ ਨਹੀਂ ਕਰ ਸਕਦੇ ਵੀ ਤੁਹਾਨੂੰ ਕਿੰਨਾ ਟਾਈਮ ਲੱਗੂਗਾ। ਦੂਸਰੀ ਚੀਜ਼ ਜਿਹੜਾ ਫੈਕਟਰ ਇੰਪੋਰਟੈਂਟ ਹੈ ਉਹ ਤੁਹਾਡੀ ਗ੍ਰਾਸਪਿੰਗ ਸਪੀਡ ਹੈ। ਵੀ ਜੇ ਤੁਹਾਨੂੰ ਇੱਕ ਦਿਨ ਦੇ ਵਿੱਚ ਜ਼ਿਆਦਾ ਚੀਜ਼ਾਂ ਦੱਸਦੀਆਂ ਤਾਂ ਤੁਸੀਂ ਉਹ ਲੈ ਪਾਓਗੇ, ਅਬਜ਼ੌਰਬ ਕਰ ਪਾਓਗੇ ਕਿ ਘੱਟ ਕਰ ਪਾਓਗੇ। ਬਿਲਕੁਲ। ਹਾਂ। ਤਾਂ ਹਰੇਕ ਸਟੂਡੈਂਟ ਦਾ ਜਿਹੜਾ ਟਾਈਮ ਹੈ ਨਾ ਉਹ ਅਲੱਗ-ਅਲੱਗ ਨਿਕਲਦਾ ਹੈ। ਇੱਕ ਸਟੂਡੈਂਟ ਮੇਰੇ ਕੋਲ ਇਹੋ ਜਿਹਾ ਵੀ ਰਿਹਾ ਜਿਹੜਾ 15 ਦਿਨਾਂ ਦੇ ਵਿੱਚ 5.5 ਤੋਂ 7 ਬੈਂਡ ਲੈ ਗਿਆ ਰਾਈਟਿੰਗ 'ਚ। ਅੱਛਾ। ਤੇ ਜਿਹੜੀ ਰਾਈਟਿੰਗ ਤੁਸੀਂ ਕਹ ਲਓ ਕਿ ਉਂਝ 7 ਬੈਂਡ ਲੈਣ ਲਈ ਸਾਲ ਤੋਂ ਤਿਆਰੀਆਂ ਕਰਦੇ ਰਹਿੰਦੇ ਨੇ ਸਟੂਡੈਂਟਸ। ਤੇ ਕੁਝ ਮੇਰੇ ਕੋਲ ਇਹੋ ਜਿਹੇ ਸਟੂਡੈਂਟਸ ਵੀ ਹੈ ਜਿਨ੍ਹਾਂ ਨੇ ਅੱਧਾ ਬੈਂਡ ਹੀ ਇੰਪਰੂਵ ਕੀਤਾ ਹੈ, ਜਦ ਕਿ 2.5-3 ਮਹੀਨੇ ਲੱਗ ਗਏ, ਪਰ ਸਹੀ ਤਿਆਰੀ ਕੀਤੀ ਹੈ, ਸਭ ਕੁਝ ਮਿਹਨਤ ਵੀ ਕੀਤੀ ਹੈ, ਬਟ ਸ਼ਾਇਦ ਉਹਨਾਂ ਦੀ ਗ੍ਰਾਸਪਿੰਗ ਸਲੋ ਹੈ ਜਾਂ ਫਿਰ ਉਹਨਾਂ ਦੀਆਂ ਕਮੀਆਂ ਕੁਝ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਕਿ ਅੱਧਾ ਬੈਂਡ ਵੀ ਪੂਰਾ ਕਰਨ ਲਈ ਬਹੁਤ ਮਿਹਨਤ ਮੰਗਦੀਆਂ ਸੀਗੀਆਂ। ਬਟ ਗੱਲ ਇਹ ਹੈ ਕਿ ਜੇ ਆਪਾਂ ਨੂੰ ਕਮੀਆਂ ਨਹੀਂ ਪਤਾ ਲੱਗਣਗੀਆਂ ਤੇ ਆਪਾਂ ਸੇਮ ਚੀਜ਼ ਕਰੀ ਜਾਵਾਂਗੇ ਤਾਂ ਕਦੇ ਵੀ ਨਹੀਂ, ਨੈਵਰ ਐਂਡਿੰਗ ਪ੍ਰੋਸੈਸ ਹੋ ਜਾਏਗਾ। ਉਹ ਚੱਲਦਾ ਹੀ ਰਹੇਗਾ, ਤੁਸੀਂ ਜਿੰਨੀ ਮਰਜ਼ੀ ਦੇਰ ਲਾ ਲਓ। ਇੱਕ ਮੈਂ ਹੋਰ ਦੇਖਿਆ ਵੀ ਜਿਵੇਂ ਆਇਲਸ ਦੀਆਂ ਕਲਾਸਾਂ ਦੇ ਵਿੱਚ ਬਹੁਤ ਜ਼ਿਆਦਾ ਸਟਰੈਂਥ ਹੁੰਦੀ ਹੈ, 40-40 ਨਿਆਣੇ ਵੀ ਬੈਠੇ ਹੁੰਦੇ ਨੇ ਕਲਾਸ 'ਚ, ਜਾਂ 50-50 ਬੱਚੇ ਕਲਾਸ 'ਚ ਬੈਠੇ ਹੁੰਦੇ ਨੇ, ਇਹ ਸਹੀ ਆ?
ਇੰਨੇ ਬੱਚਿਆਂ ਨੂੰ ਇੱਕ ਟਾਈਮ ਤੇ ਪੜਾਇਆ ਜਾ ਸਕਦਾ? ਜਿਵੇਂ ਤੁਸੀਂ ਕਿਹਾ ਕਿ ਬੱਚੇ ਦੀਆਂ ਪ੍ਰੋਬਲਮ ਆਇਡੈਂਟੀਫਾਈਜ਼ ਹੋਣੀਆਂ ਬਹੁਤ ਜ਼ਰੂਰੀ ਨੇਗੀਆਂ, ਵੀ ਇਹਦੇ ਤੇ ਅਸੀਂ ਇਹਦੀ ਕਿਹੜੀ ਗੱਲ ਤੇ ਅਸੀਂ ਜ਼ਿਆਦਾ ਮਿਹਨਤ ਕਰਨੀ ਆ, ਜਾਂ ਇਹ ਕਿਹੜੀ ਗੱਲ ਦੇ ਵਿੱਚ ਥੋੜਾ ਜਿਹਾ ਪਿੱਛੇ ਆ ਤੇ ਇਹਦੀ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ, ਤਾਂ ਉਹ 40 ਬੱਚਿਆਂ ਦੀ ਜੇ ਕਲਾਸ 50 ਬੱਚਿਆਂ ਦੀ ਕਲਾਸ ਹੁੰਦੀ ਆ ਤਾਂ ਟਿਊਟਰ ਕੋਲੇ ਜਾਂ ਇੰਸਟ੍ਰਕਟਰ ਕੋਲੇ ਇੰਨਾ ਟਾਈਮ ਹੁੰਦਾ ਵੀ ਉਹ 50 ਬੱਚਿਆਂ ਨੂੰ ਇਵੈਲੂਏਟ ਕਰ ਸਕੇ, ਜਾਂ ਆਪਾਂ ਕਹਿ ਸਕੀਏ ਵੀ ਉਹਨਾਂ ਨੂੰ ਓਬਜ਼ਰਵ ਕਰ ਸਕੇ ਵੀ ਕਿਹੜੇ ਬੱਚੇ ਤੇ ਮੈਂ ਕਿਹੜੇ ਬੱਚੇ ਦੀ ਕਿਹੜੀ ਗੱਲ ਤੇ ਮੈਂ ਧਿਆਨ ਜ਼ਿਆਦਾ ਦੇਣਾ ਆ। ਆਇਲਸ ਟਿਊਟਰਿੰਗ 'ਚ ਨਾ ਮੈਂ ਇਹੀ ਸਿੱਖਿਆ ਕਿ ਇਹਦੇ ਵਿੱਚ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਹਰ ਸਟੂਡੈਂਟ ਅਲੱਗ ਹੈ। ਉਹਦੀਆਂ ਗਲਤੀਆਂ ਅਲੱਗ ਨੇ, ਕਿਸੇ ਦੀ ਸਪੈਲਿੰਗ ਦੀਆਂ ਨੇ, ਕਿਸੇ ਦੀਆਂ ਗ੍ਰਾਮਰ ਦੀਆਂ ਨੇ, ਕਿਸੇ ਦੀਆਂ ਸਿਟਿੰਗ ਕੈਪੈਸਿਟੀ ਦੀਆਂ ਨੇ, ਕਿਸੇ ਦਾ ਕੁਝ ਅਲੱਗ ਚੀਜ਼ਾਂ ਨੇ। ਬਿਲਕੁਲ। ਤਾਂ ਇਹਦੇ ਵਿੱਚ ਮੈਂ ਇਹ ਅਬਜ਼ਰਵ ਕੀਤਾ ਕਿ ਜੇ ਇੱਕ ਟੀਚਰ ਨੂੰ ਇੱਕ ਸਟੂਡੈਂਟ ਪਿੱਛੇ 45 ਮਿੰਟ ਵੀ ਨਹੀਂ ਮਿਲਦੇ ਤਾਂ ਉਹ ਉਹਨਾਂ ਨੂੰ ਅਬਜ਼ਰਵ ਨਹੀਂ ਕਰ ਸਕਦਾ। ਅੱਛਾ। ਜੇ ਤੁਸੀਂ ਕਹ ਲਓ ਕਿ ਰਾਈਟਿੰਗ ਚੈੱਕ ਕਰਨੀ ਹੈ ਤੇ ਆਪਾਂ ਡੀਪਲੀ ਚੈੱਕ ਕਰਨੀ ਹੈ ਤਾਂ ਟਾਸਕ 2 ਨੂੰ ਉੱਪਰੋਂ ਚੈੱਕ ਕਰਦੇ ਹੋਏ ਉਹਦੇ ਵਿੱਚੋਂ ਗਲਤੀਆਂ ਕੱਢਦੇ ਹੋਏ ਤੇ ਉਹਨੂੰ ਫਿਰ ਸਟੂਡੈਂਟ ਨੂੰ ਸਮਝਾਉਂਦੇ ਹੋਏ ਕਿ ਦੇਖ ਇਹ ਗਲਤੀ ਇਸ ਤਰ੍ਹਾਂ ਹੈ, ਤੂੰ ਅਗਲੀ ਵਾਰੀ ਇਹ ਨਹੀਂ ਕਰਕੇ ਲਿਖ ਆਣੀ, ਤਾਂ ਟਾਸਕ 2 ਤੇ ਟਾਸਕ 1 ਨੂੰ ਘੱਟੋ ਘੱਟ ਅੱਧਾ ਘੰਟਾ ਲੱਗ ਜਾਂਦਾ ਹੈ ਤੇ 45 ਮਿੰਟ ਤੱਕ ਲੱਗ ਸਕਦੇ ਆ ਸਮਝਾਉਣ 'ਚ। ਅੱਛਾ। ਇਹ ਮੈਂ ਪਹਿਲਾਂ ਸਟੂਡੈਂਟਸ ਦੀਆਂ ਨਾਲ ਬੈਠ ਕੇ ਕਾਪੀਆਂ ਚੈੱਕ ਕਰਦਾ ਹੁੰਦਾ ਸੀਗਾ ਤਾਂ ਮੈਨੂੰ ਪਤਾ ਹੈ। ਉਸ ਤੋਂ ਬਾਅਦ ਸਪੀਕਿੰਗ ਤੇ ਵੀ ਆਪਾਂ ਨੂੰ 20-25 ਮਿੰਟ ਤਾਂ ਚਾਹੀਦੇ ਹੁੰਦੇ ਨੇ। ਤਾਂ ਇੱਕ ਸਟੂਡੈਂਟ ਜੇ 10 ਸਟੂਡੈਂਟ ਪਿੱਛੇ ਇੱਕ ਟੀਚਰ ਹੈ ਉੱਥੇ ਤੱਕ ਆਪਾਂ ਸਮਝ ਸਕਦੇ ਹਾਂ ਕਿ ਇਹ ਜਾਇਜ਼ ਹੈ ਤੇ ਇੱਥੇ ਪ੍ਰੈਪਰੇਸ਼ਨ ਵਧੀਆ ਹੋ ਰਹੀ ਹੈ। ਬਿਲਕੁਲ। ਜਦੋਂ ਇਸ ਤੋਂ ਵੱਧ ਜਾਂਦਾ ਅਕਾਊਂਟ ਤਾਂ ਉਹੀ ਹੈ ਕਿ ਟੀਚਰ ਨੇ ਪਹਿਲੀਆਂ 4-5 ਕਾਪੀਆਂ ਤਾਂ ਇੰਟਰਸਟ ਨਾਲ ਪੜ੍ਹਨੀਆਂ, ਫਿਰ ਉਹਨੇ ਦੇਖਣਾ ਕਿ ਇੰਨਾ ਪਹਾੜ ਪਿਆ ਤੇ ਮੈਂ ਜਾਣਾ ਵੀ ਹੈ ਘਰ ਨੂੰ, ਤਾਂ ਉਹਨੇ ਟਿੱਕੇ ਟੁੱਕੇ ਮਾਰ ਕੇ ਬਾਕੀ ਦੀਆਂ ਕਾਪੀਆਂ ਐਵੇਂ ਵੰਡ ਦੇਣੀਆਂ ਨੇ। ਜਾਂ ਫਿਰ ਤੁਸੀਂ ਕਹਿ ਲਓ ਕਿ ਕਿਸੇ ਇੱਕ ਸਟੂਡੈਂਟ ਦਾ ਕਿਸੇ ਟਾਈਪ ਦਾ ਜਿਹੜਾ ਕੁਐਸਚਨ ਹੋਏਗਾ ਉਹ ਕਲੀਅਰ ਨਹੀਂ ਹੋ ਪਾਏਗਾ ਤੇ ਉਹ ਸਟੂਡੈਂਟ ਤਾਂ ਉੱਥੇ ਸਫਰ ਕਰਦਾ ਰਹਿ ਗਿਆ ਚਾਹੇ ਬਾਕੀ ਨੂੰ ਕਲੀਅਰ ਹੋ ਗਿਆ। ਤਾਂ ਕੋਈ ਨਾ ਕੋਈ ਤਾਂ ਸਫਰ ਕਰਦਾ ਇਹਦੇ ਵਿੱਚ। ਕਿਉਂਕਿ ਮੈਂ ਇਹ ਚੀਜ਼ ਪ੍ਰੈਕਟੀਕਲੀ ਦੇਖੀ ਆ, ਜਿਹੜੇ ਮੇਰੇ ਨਾਲ ਰੂਮਮੇਟ ਹੁੰਦੇ ਸੀਗੇ ਤਾਂ ਆਉਂਦੇ ਹੁੰਦੇ ਸੀ ਕਹਿੰਦੇ ਸੀ ਅੱਜ ਦਾ ਟਾਸਕ ਵੀ ਮੇਰੇ 3 ਟਾਸਕ ਪੈਂਡਿੰਗ ਪਏ ਨੇ, ਹਲੇ ਤੱਕ ਟੀਚਰ ਨੇ ਨੋਟਬੁੱਕ ਹੀ ਨਹੀਂ ਦੇਖੀ ਹੈਗੀ, ਜਾਂ ਮੈਂ ਪਿਛਲੇ 4 ਦਿਨਾਂ ਤੋਂ ਮੇਰੇ ਟਿਊਟਰ ਦੇ ਨਾਲ ਕੋਈ ਕਨਵਰਸੇਸ਼ਨ ਹੀ ਨਹੀਂ ਹੋਈ, ਤਾਂ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੈਂ ਕੁਝ ਗਰੋ ਕੀਤਾ ਜਾਂ ਕੁਝ ਨਹੀਂ ਕੀਤਾ। ਤਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਉੱਥੇ ਵੀ ਫਿਰ ਕੀ ਫਾਇਦਾ, ਬੱਚਿਆਂ ਤੋਂ ਤੁਸੀਂ 20,000 ਰੁਪਏ ਫੀਸਾਂ ਭਰਾ ਰਹੇ ਹੋ ਤੇ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਉਹਨੂੰ ਇਹ ਦੱਸਣ ਦੇ ਲਈ ਕਿ ਤੁਸੀਂ ਗਰੋ ਕਰ ਰਹੇ ਹੋ ਜਾਂ ਇੰਪਰੂਵ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੈਗੇ, ਹੈ ਨਾ। ਬਿਲਕੁਲ ਜੀ, ਬਿਲਕੁਲ। ਹੁਣ ਇਸੇ ਕਾਰਨ ਨਾ ਤੁਸੀਂ ਕਹਿ ਲਓ ਕਿ ਕਾਫੀ ਕਨਸੈਪਟਸ ਨੇ ਜਿਹੜੇ ਗਰੁੱਪ 'ਚ ਸਿਖਾਏ ਜਾ ਸਕਦੇ ਨੇ ਤੇ ਕੁਝ ਕਨਸੈਪਟਸ ਨੇ ਜਿਹੜੇ ਕਿ ਇੰਡੀਵਿਜੂਅਲੀ ਹੀ ਸਿਖਾਏ ਜਾ ਸਕਦੇ ਨੇ। ਅੱਛਾ। ਇਹ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ ਕਿ ਜਿਵੇਂ ਤੁਸੀਂ ਸਟੂਡੈਂਟਸ ਨੂੰ ਅਗਰ ਗ੍ਰਾਮਰ ਦਾ ਕੋਈ ਕਨਸੈਪਟ ਸਿਖਾ ਰਹੇ ਹੋ ਜਾਂ ਫਿਰ ਉਹਨਾਂ ਨੂੰ ਐਸੇ ਦਾ ਸਟਰਕਚਰ ਸਿਖਾ ਰਹੇ ਹੋ, ਇਹ ਗਰੁੱਪ 'ਚ ਸਿਖਾਇਆ ਜਾ ਸਕਦਾ ਤੇ ਉੱਥੇ ਸਾਰੇ ਸਟੂਡੈਂਟਸ ਨੂੰ ਇਕੱਠੇ ਬਿਠਾ ਕੇ ਉਹਨਾਂ ਤੋਂ ਨਾਲ ਕਨਵਰਸੇਸ਼ਨ ਵੀ ਕੀਤੀ ਜਾ ਸਕਦੀ ਹੈ ਕਿ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ। ਬਟ ਜਦ ਤੱਕ ਇੰਡੀਵਿਜੂਅਲੀ ਅਟੈਂਸ਼ਨ ਨਹੀਂ ਮਿਲੇਗੀ ਸਟੂਡੈਂਟਸ ਦੀ ਇੰਪਰੂਵਮੈਂਟ ਪੋਸੀਬਲ ਨਹੀਂ ਹੈ। ਮੈਂ ਪਰਸਨਲੀ ਤੁਹਾਡੇ ਐਕਸਪੀਰੀਅੰਸ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕਿਹੜੀ ਕਲਾਸ ਤੋਂ ਬਾਅਦ ਬੱਚੇ ਤੁਹਾਡੇ ਕੋਲ ਜ਼ਿਆਦਾ ਆਉਂਦੇ ਨੇ ਆਇਲਸ ਦੀ ਟ੍ਰੇਨਿੰਗ ਲਈ? +2 ਕਰਨ ਤੋਂ ਬਾਅਦ, ਗ੍ਰੈਜੂਏਸ਼ਨ ਤੋਂ ਬਾਅਦ ਜਾਂ ਮਾਸਟਰ, ਮਤਲਬ ਜ਼ਿਆਦਾਤਰ ਕਿਹੜੇ ਬੱਚੇ ਆ ਰਹੇ ਨੇਗੇ? ਤੁਸੀਂ ਕਹਿ ਲਓ ਕਿ ਸਾਡੇ ਕੋਲੇ ਜ਼ਿਆਦਾਤਰ ਇਸ ਟਾਈਮ ਤੇ 12th ਦੇ ਨੇ। ਅੱਛਾ। ਕਿਉਂਕਿ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਉਸ ਟਾਈਮ ਤੇ ਹਜੇ ਉਹਨਾਂ ਨੇ ਆਪਣਾ ਕਾਲਜ ਨਹੀਂ ਡਿਸਾਈਡ ਕੀਤਾ ਹੁੰਦਾ। ਜਦੋਂ ਕਿਸੇ ਨੇ ਕਾਲਜ ਡਿਸਾਈਡ ਕਰ ਲਿਆ ਜਾਂ ਜੌਬ 'ਚ ਹੋ ਗਿਆ ਤਾਂ ਉਹਨਾਂ ਦਾ ਕੁਛ ਨਾ ਕੁਛ ਤੁਸੀਂ ਕਹਿ ਲਓ ਕਿ ਡਿਸੀਜਨ ਹੋਇਆ ਹੁੰਦਾ, ਤਾਂ ਉਹ ਸਿਰਫ ਇੰਪਰੂਵਮੈਂਟ ਲਈ ਦੇਖ ਰਹੇ ਹੁੰਦੇ ਨੇ। ਲੇਕਿਨ +2 ਵਾਲੇ ਤਾਂ ਇਹਨੂੰ ਆਪਣਾ ਕੈਰੀਅਰ ਹੀ ਸਮਝ ਕੇ ਆਉਂਦੇ, ਇਸ ਲਈ ਉਹ ਜ਼ਿਆਦਾ ਹੈਗੇ ਨੇ। ਈਵਨ ਤੱਕ ਕਿ ਤੁਸੀਂ ਕਹਿ ਲਓ ਕਿ 10ਵੀਂ ਵਾਲੇ ਸਟੂਡੈਂਟਸ ਵੀ ਸਟਾਰਟ ਹੋ ਗਏ ਨੇ ਹੁਣ ਤਾਂ, ਜਿਹੜੇ ਕਿ ਤਿਆਰੀ ਸ਼ੁਰੂ ਕਰ ਦਿੰਦੇ ਕਿਉਂਕਿ 2 ਸਾਲ ਇਹਦੀ ਵੈਲਿਡਿਟੀ ਹੈ ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸਾਲ ਤਾਂ ਸਾਨੂੰ ਤਿਆਰੀ 'ਚ ਲੱਗ ਜਾਣਾ। ਤਾਂ ਇਸ ਤਰ੍ਹਾਂ ਦੀ ਸੋਚ ਕਾਰਨ। ਪਰ ਤੁਸੀਂ ਉਹਨਾਂ ਦੇ ਨਾਲ ਗੱਲ ਕਰਦੇ ਹੋ ਕਿ ਤੁਸੀਂ ਆਇਲਸ ਕਿਉਂ ਕਰਨਾ ਚਾਹੁੰਦੇ ਹੋ, ਵੀ ਬਾਹਰ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ? ਤੁਸੀਂ ਓਵਰਆਲ ਕੁਛ ਕੱਢਿਆ ਕਨਕਲੂਜਨ ਕਿ ਬੱਚੇ ਇੱਧਰ ਕਿਉਂ ਨਹੀਂ ਰਹਿਣਾ ਚਾਹੁੰਦੇ ਜਾਂ ਕਿਉਂ ਆਇਲਸ ਕਰਕੇ ਬਾਹਰ ਬੈਟਰ ਫਿਊਚਰ ਦੇਖਦੇ ਨੇਗੇ ਉਹਨਾਂ ਦੀ ਗੱਲਬਾਤ ਤੋਂ? ਹਾਂਜੀ, ਇਹਦੇ ਵਿੱਚ ਤੁਸੀਂ ਕਹਿ ਲਓ ਕਿ ਕੁਝ ਹੱਦ ਤੱਕ ਤਾਂ ਇਹ ਹੈ ਕਿ ਸਟੂਡੈਂਟਸ ਨੂੰ ਨਹੀਂ ਪਤਾ ਕਿ ਉਹ ਬਾਹਰ ਜਾ ਕੇ ਕੀ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਆਇਲਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਟੱਡੀ ਵੀਜ਼ੇ ਦਾ ਐਕਚੁਅਲੀ ਪ੍ਰੋਸੈਸ ਕੀ ਹੈ ਤੇ ਉਦੋਂ ਉਹਨਾਂ ਨੂੰ ਫਿਰ ਆਪਣਾ ਕੋਰਸ ਚੂਜ਼ ਕਰਦੇ ਨੇ, ਉਦੋਂ ਆਪਣਾ ਕਾਲਜ ਵਗੈਰਾ ਚੂਜ਼ ਕਰਦੇ ਨੇ ਕਿ ਕਿੱਥੇ ਜਾਣਾ, ਕੀ ਕਰਨਾ। ਬਟ ਇਹ ਵੀ ਗੱਲ ਨਹੀਂ ਹੈ ਕਿ ਆਪਾਂ ਸਾਰੇ ਸਟੂਡੈਂਟਸ ਨੂੰ ਇਸੇ ਕੈਟਾਗਰੀ 'ਚ ਪਾ ਦਈਏ। ਆਪਣੇ ਕੋਲੇ ਤੁਸੀਂ ਕਹਿ ਲਓ ਕਿ 30-40% ਸਟੂਡੈਂਟ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਬਾਹਰ ਕੋਈ ਪਹਿਲਾਂ ਹੀ ਨੋਨ ਵਾਲੇ ਹੈਗੇ ਨੇ, ਉਹ ਉਹਨਾਂ ਨਾਲ ਕੰਪੇਅਰ ਕਰਦੇ ਨੇ, ਉਰੇ ਦੇ ਨਾਲ ਕੰਪੇਅਰ ਕਰਦੇ ਨੇ। ਹੁਣ ਜਿਵੇਂ ਉਰੇ ਵੀ ਕੋਈ ਇੰਜੀਨੀਅਰਿੰਗ ਕਰਕੇ ਅਗਰ ਤੁਸੀਂ ਕਹਿ ਲਓ ਕਿ ਜੋਬ ਲੱਗਦਾ ਤਾਂ ਉਹਨੂੰ 10-15 ਹਜ਼ਾਰ ਦੀ ਸੈਲਰੀ ਮਿਲਦੀ ਹੈ। ਬਾਹਰ ਵਾਲੇ ਆਪਣਾ ਤੁਸੀਂ ਕਹਿ ਸਕਦੇ ਹੋ ਦਿਖਾਵਾ ਕਰਦੇ ਆ ਜਾਂ ਕੁਝ ਕਰਦੇ ਆ ਤਾਂ ਉਸ ਤੋਂ ਉਹ ਪ੍ਰਭਾਵਿਤ ਹੋ ਜਾਂਦੇ ਨੇ। ਅਦਰਵਾਈਜ਼ ਤੁਸੀਂ ਕਹਿ ਲਓ ਕਿ ਜਿਵੇਂ ਮੈਂ ਵੀ ਆਪਣੀ 3.5 ਸਾਲ ਜੋਬ ਕੀਤੀ ਹੈ
ਤਾਂ ਇੰਡੀਆ ਦੇ ਵਿੱਚ ਤੁਸੀਂ ਕਹਿ ਲਓ ਕਿ ਜੌਬਸ ਦੇ ਵਿੱਚ ਗਰੋਥ ਵੀ ਥੋੜ੍ਹੀ ਲਿਮਿਟਿਡ ਹੈ ਅਤੇ ਵਰਕਿੰਗ ਆਵਰਸ ਵੀ ਬਹੁਤ ਜ਼ਿਆਦਾ ਨੇ। ਜਿਵੇਂ ਆਪਾਂ ਕਹੀਏ ਕਿ ਬੈਂਕਾਂ ਦੇ ਵਿੱਚ ਜਿਹੜੇ ਜੌਬ ਕਰ ਰਹੇ ਨੇ ਉਹਨਾਂ ਨੂੰ ਓਵਰ ਟਾਈਮ ਕਰਨਾ ਪੈਂਦਾ ਹੈ, ਕਾਰਪੋਰੇਟ 'ਚ ਜਿਹੜੇ ਜੌਬ ਕਰ ਰਹੇ ਨੇ, ਬਟ ਬਾਹਰ ਦੇ ਵਿੱਚ ਥੋੜ੍ਹਾ ਜਿਹਾ ਇਹੋ ਜਿਹਾ ਹੈਗਾ ਕਿ ਤੁਹਾਨੂੰ ਆਪਣੇ ਟਾਈਮ ਤੋਂ ਬਾਅਦ ਕਾਲ ਨਹੀਂ ਆਉਂਦੀ, ਜਾਂ ਕੁਛ ਇਹੋ ਜਿਹੀਆਂ ਫੈਸਿਲਿਟੀਜ਼ ਹੈਗੀਆਂ ਨੇ ਜਿੱਥੇ ਕਿ ਉਹਨਾਂ ਨੇ ਗੌਰ ਕੀਤਾ ਹੋਇਆ ਹੈ ਕਿ ਆਪਾਂ ਸਟੱਡੀ ਵੀ ਇਹੋ ਜਿਹੀ ਰੱਖੀਏ ਜਿਹਦੇ ਨਾਲ ਜੌਬ ਮਿਲੇ, ਉਸ ਤੋਂ ਬਾਅਦ ਜੌਬ ਦੇ ਵਿੱਚ ਵੀ ਇਨਵਾਇਰਨਮੈਂਟ ਵਧੀਆ ਰੱਖੀਏ, ਇੱਕ ਮਿਨੀਮਮ ਵੇਜ ਰੱਖੀਏ, ਤੇ ਇਹ ਚੀਜ਼ਾਂ ਜਿਹੜੀਆਂ ਇਹ ਵੀ ਫੈਕਟਰ ਹੈਗੀਆਂ ਨੇ ਕੁਛ ਇਹਦੇ ਵਿੱਚ। ਤੁਸੀਂ ਉਹਨਾਂ ਨਾਲ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਇੱਧਰ ਤੁਸੀਂ ਆਪਣਾ ਫਿਊਚਰ ਕਿਉਂ ਨਹੀਂ ਦੇਖ ਰਹੇ? ਬਿਲਕੁਲ, ਤੁਸੀਂ ਕਹਿ ਲਓ ਕਿ ਮੈਂ ਸਟੂਡੈਂਟਸ ਨੂੰ ਇਹ ਕਹਿੰਦਾ ਕਿ ਜਦੋਂ ਤੱਕ ਤੁਹਾਨੂੰ, ਅਗਰ ਤੁਸੀਂ ਕਹਿ ਲਓ ਕਿ ਡਿਸੀਜ਼ਨ ਤੁਹਾਡਾ ਇਹ ਪੱਕਾ ਨਹੀਂ ਹੈਗਾ ਕਿ ਮੈਂ ਬਾਹਰ ਜਾ ਕੇ ਕੀ ਕਰਨਾ ਹੈ, ਉਦੋਂ ਤੱਕ ਉਹਦੇ 'ਤੇ ਮਿਹਨਤ ਵੀ ਨਹੀਂ ਹੋ ਸਕਦੀ। ਜਦੋਂ ਤੱਕ ਤੁਹਾਨੂੰ ਇਹ ਹੈ ਨਹੀਂ ਕਿ ਮੈਨੂੰ ਆਹ ਮਿਲੇਗਾ ਅਤੇ ਮੈਂ ਇਹੀ ਚਾਹੁੰਦਾ ਜੋ ਮੈਨੂੰ ਮਿਲੇਗਾ, ਉਦੋਂ ਤੱਕ ਤੁਸੀਂ ਸੋਚੋਗੇ ਕਿ ਠੀਕ ਹੈ, ਜੇ ਮੇਰੇ ਤੋਂ ਨਹੀਂ ਹੋ ਰਿਹਾ ਤਾਂ ਨਹੀਂ ਹੋ ਰਿਹਾ, ਮੇਰੇ ਤੋਂ ਨਹੀਂ ਹੋਣਾ ਇਹ। ਤਾਂ ਮੈਂ ਕਾਫੀ ਸਟੂਡੈਂਟਸ ਨੂੰ ਇਹ ਵੀ ਕਹਿੰਦਾ ਹੈ ਕਿ ਜੇ ਤੁਹਾਨੂੰ ਇੰਡੀਆ ਦੇ ਵਿੱਚ ਹੀ ਲੱਗਦਾ ਹੈ ਕਿ ਤੁਹਾਡਾ ਲਗਾਵ ਹੈਗਾ, ਜਿਵੇਂ ਤੁਸੀਂ ਕਹਿ ਲਓ ਕਿ ਕੁਛ ਜਣਿਆਂ ਨੂੰ ਪੰਜਾਬੀ ਗਾਣੇ ਪਸੰਦ ਹੈ, ਬਿਲਕੁਲ, ਅਤੇ ਉਸ ਤੋਂ ਇਲਾਵਾ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਪੰਜਾਬੀ ਖਾਣਾ ਪਸੰਦ ਹੈ, ਤਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਹਰ ਇਸ ਤੋਂ ਬਿਨਾਂ ਰਹੋਗੇ ਕਿਵੇਂ? ਜੇ ਤੁਸੀਂ ਇੰਨਾ ਪਸੰਦ ਹੈ ਕਿ ਤੁਸੀਂ ਦਿਨ ਦੇ ਵਿੱਚ ਇਹ ਪੰਜਾਬੀ ਗਾਣਿਆਂ ਤੋਂ ਬਿਨਾਂ ਨਹੀਂ ਰਹਿ ਸਕਦੇ, ਤੁਸੀਂ ਪੰਜਾਬੀ ਖਾਣੇ ਤੋਂ ਬਿਨਾਂ ਨਹੀਂ ਰਹਿ ਸਕਦੇ, ਤੁਸੀਂ ਇੱਥੇ ਦੇ ਵਿਆਹਾਂ ਸ਼ਾਦੀਆਂ 'ਚ ਜਾਣਾ ਨਹੀਂ ਰਹਿ ਸਕਦੇ, ਇੱਥੇ ਦੇ ਕੱਪੜੇ ਤੁਸੀਂ ਨਹੀਂ ਛੱਡ ਸਕਦੇ, ਤਾਂ ਉੱਥੇ ਜਾ ਕੇ ਤੁਹਾਨੂੰ ਥੋੜ੍ਹਾ ਮੋਟਾ ਢਲਣਾ ਪੈਣਾ ਹੈ। ਇਹ ਸਾਰੀਆਂ ਚੀਜ਼ਾਂ ਨਹੀਂ ਮਿਲਣਗੀਆਂ ਤੁਹਾਨੂੰ। ਬਿਲਕੁਲ। ਤਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਪਸੰਦ ਹੈ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਹੁਣ ਤੁਸੀਂ ਕਹਿ ਲਓ ਕਿ ਇੱਕ ਮੇਰੇ ਰਿਲੇਟਿਵ ਦੀ ਵੀ ਮੈਨੂੰ ਸੁਜੈਸ਼ਨ ਆਈ ਸੀ ਕਿ ਵੀ ਇਹ ਸਾਡਾ ਜਿਹੜਾ ਬੱਚਾ ਹੈਗਾ ਉਹ ਇੰਗਲਿਸ਼ 'ਚ ਵਧੀਆ ਨਹੀਂ ਹੈਗਾ, ਪੜ੍ਹਾਈ 'ਚ ਵੀ ਵਧੀਆ ਨਹੀਂ ਹੈਗਾ, ਇਹ ਸੁਜੈਸ਼ਨ ਕਰੋ ਵੀ ਤੇਰੇ ਕੋਲੇ ਆਇਲਸ ਲਾ ਦਈਏ, ਤੂੰ ਇਹਨੂੰ ਬਾਹਰ ਕੱਢ ਦੇਗਾ। ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਕਿਉਂ ਨਹੀਂ ਤੁਸੀਂ ਇਹਨੂੰ ਕੋਈ ਹੱਥੀਂ ਕੰਮ ਕਰਵਾ ਕੇ ਦੇਖਦੇ ਉਰੇ। ਜੇ ਆਪਾਂ ਕਹੀਏ ਕਿ ਇਲੈਕਟ੍ਰੀਸ਼ੀਅਨ ਹੈ, ਉਹਦੀ ਵੀ ਇੱਥੇ 40-50 ਹਜ਼ਾਰ ਤੱਕ ਜੇ ਉਹਨੂੰ ਸਕਿੱਲ ਕੰਮ ਆਉਂਦੀ ਹੈ ਤਾਂ ਕਮਾ ਰਹੇ ਨੇ। ਜਿਵੇਂ ਸਾਡੇ ਕੋਈ ਠੀਕ ਕਰਨ ਆਉਂਦਾ ਤਾਂ ਉਹ ਦੱਸਦੇ ਨੇ ਕਿ 50-60 ਹਜ਼ਾਰ ਅਸੀਂ ਮਹੀਨੇ ਦਾ ਕਮਾ ਲੈਂਦੇ ਹਾਂ। ਤਾਂ ਜੇ ਆਪਣੇ ਕੋਲ ਉਸ ਤਰ੍ਹਾਂ ਦੀਆਂ ਜੌਬਸ ਨਹੀਂ ਹੈਗੀਆਂ ਕਿ ਆਪਾਂ ਨੂੰ ਉੱਥੇ ਗਰੋਥ ਨਹੀਂ ਮਿਲ ਰਹੀ, ਜਾਂ ਕਾਰਪੋਰੇਟਸ ਜਿਹੜੇ ਹੈਗੇ ਐਕਸਪਲੋਇਟ ਕਰ ਰਹੇ ਨੇ, ਤਾਂ ਕਿਉਂ ਨਹੀਂ ਆਪਾਂ ਕੋਈ ਆਪਣਾ ਹੱਥੀਂ ਕੰਮ ਸਿੱਖ ਲਈਏ। ਬਿਲਕੁਲ, ਹਾਂ। ਜਿਵੇਂ ਸੈਲੂਨ ਦਾ ਕੰਮ ਹੈਗਾ, ਜਾਂ ਫਿਰ ਇਹੋ ਜਿਹੇ ਬਿਊਟੀ ਦੇ ਕੰਮ ਹੈਗੇ ਆ, ਕੁਕਿੰਗ ਦੇ ਕੰਮ ਹੈਗੇ ਆ, ਇਹਦੇ ਵਿੱਚ ਵੀ ਬੰਦਾ ਇੱਥੇ ਵਧੀਆ ਗਰੋਥ ਕਰ ਸਕਦਾ। ਬਟ ਕੁਛ ਹੱਦ ਤੱਕ ਤੁਸੀਂ ਕਹਿ ਲਓ ਕਿ ਜਦੋਂ ਬੰਦੇ ਦੇ ਸਾਰੇ ਦੋਸਤ ਬਾਹਰ ਚੱਲ ਜਾਣ ਤੇ ਉਹਨੂੰ ਫਿਰ ਇੱਥੇ ਇਕੱਲਾਪਣ ਵੀ ਲੱਗਦਾ, ਤੇ ਉਹ ਵੀ ਇੱਕ ਕਾਰਨ ਬਣ ਜਾਂਦਾ। ਇੱਕ ਸਾਨੂੰ ਇਹ ਦੱਸੋ ਕਿ ਬੱਚੇ ਨੂੰ ਆਇਲਸ ਸ਼ੁਰੂ ਕਦੋਂ ਕਰਨੀ ਚਾਹੀਦੀ ਆ? ਮੰਨ ਲਓ ਕਿ ਮੰਨ ਲਓ ਵੀ ਮੈਂ ਆਇਲਸ ਸ਼ੁਰੂ ਕਰਨੀ ਆ, ਪਰ ਇਸ ਤੋਂ ਪਹਿਲਾਂ ਦੀਆਂ ਮੇਰੀਆਂ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ ਨੇ? ਇੱਕ ਬਹੁਤ ਹੀ ਜ਼ਰੂਰੀ ਸਵਾਲ ਸੀਗਾ, ਕਿਉਂਕਿ ਤੁਸੀਂ ਕਹਿ ਲਓ ਕਿ ਬਹੁਤ ਸਾਰੇ ਸਟੂਡੈਂਟਸ ਆਪਣਾ ਟਾਈਮ ਤੇ ਮਨੀ ਇਸੀ ਕਾਰਨ ਵੇਸਟ ਕਰ ਲੈਂਦੇ ਨੇ, ਕਿਉਂਕਿ ਉਹ ਸਿੱਧਾ ਸੋਚਦੇ ਨੇ ਕਿ ਇੰਸਟੀਟਿਊਟ ਹੀ ਸਾਰਾ ਕੁਝ ਕਰਾਏਗਾ, ਅਸੀਂ ਆਪਣੀ ਕੋਈ ਪਹਿਲਾਂ ਪ੍ਰੈਪਰੇਸ਼ਨ ਨਹੀਂ ਕਰਕੇ ਜਾਣੀ, ਤੇ ਨਾ ਹੀ ਆਪਾਂ ਕੋਈ ਮਾਈਂਡ ਬਣਾ ਕੇ ਜਾਣਾ ਹੈ। ਆਪਾਂ ਸਿੱਧਾ ਜਾ ਕੇ ਆਇਲਸ ਇੰਸਟੀਟਿਊਟ ਦੇ ਹੱਥ ਸਭ ਕੁਝ ਕਰ ਦੇਣਾ ਕਿ ਤੁਸੀਂ ਸਾਨੂੰ ਕਰਾਓ, ਤੇ ਉਸ ਤੋਂ ਬਾਅਦ ਚਾਹੇ ਉਹ ਜ਼ਿਆਦਾ ਟਾਈਮ ਲਵਾਉਣ ਜਾਂ ਜੋ ਮਰਜ਼ੀ ਹੋਵੇ। ਬਿਲਕੁਲ। ਤਾਂ ਮੇਰੇ ਹਿਸਾਬ ਨਾਲ ਜਿਵੇਂ ਇਹਦੇ ਵਿੱਚ 4 ਸੈਕਸ਼ਨਸ ਹੈਗੇ ਨੇ, ਤਾਂ ਸਟੂਡੈਂਟ ਨੂੰ ਆਪਣੇ ਆਪ ਨੂੰ 4ਾਂ ਤੇ ਥੋੜ੍ਹਾ ਚੈੱਕ ਕਰਨ ਦੀ ਲੋੜ ਹੈ। ਜਿਵੇਂ ਰੀਡਿੰਗ ਦੇ ਵਿੱਚ ਉਹਨੂੰ ਦੇਖਣ ਦੀ ਲੋੜ ਹੈ ਕਿ ਉਹ ਮੈਂ 1 ਘੰਟਾ ਕਿਤਾਬ ਲੈ ਕੇ ਬੈਠ ਵੀ ਸਕਦਾ ਕਿ ਨਹੀਂ। ਅਗਰ ਉਹਦੀ ਸਿਟਿੰਗ ਕੈਪੈਸਿਟੀ ਨਹੀਂ ਹੈਗੀ ਤਾਂ ਜਿਹੜੀ ਅਕੈਡਮਿਕ ਦੀ ਜਾਂ ਆਪਾਂ ਕਹਿ ਲਈਏ GT ਦੀ ਵੀ ਰੀਡਿੰਗ ਹੈ ਉਹ ਹਾਰਡ ਹੈ। ਉਹਦੇ ਨਾਲੋਂ ਆਪਣੇ ਇੰਟਰਸਟ ਦੀਆਂ ਕੁਝ ਨੋਵਲਸ ਲੈ ਕੇ ਪਹਿਲਾਂ ਉਹਨਾਂ ਨਾਲ ਬੈਠਣਾ ਸਿੱਖ ਸਕਦਾ ਕਿ 1-2 ਘੰਟੇ ਕਿਤਾਬਾਂ ਨਾਲ ਲੈ ਕੇ ਬਿਨਾਂ ਵਿੱਚ ਮੋਬਾਈਲ ਫੋਨ ਚੈੱਕ ਕੀਤੇ, ਜਾਂ ਫਿਰ ਬਿਨਾਂ ਇੱਧਰ ਉੱਧਰ ਭਟਕੇ, ਬਿਨਾਂ ਪਾਣੀ ਪੂਣੀ ਪੀਣ ਜਾਂ ਹੋਰ ਖਾਣ ਪੀਣ ਜਾਣ ਜਾਂ ਅੱਖਾਂ ਧੋਣ, ਇਹੋ ਜਿਹੇ ਬਹਾਨੇ ਬਿਨਾਂ ਬਣਾਏ ਅਗਰ ਉਹ 1 ਘੰਟਾ ਬੈਠ ਸਕੇਗਾ ਤਾਂ ਹੀ ਉੱਥੇ ਜਾ ਕੇ ਉਹ ਆਪਣੀ ਰੀਡਿੰਗ ਸੋਲਵ ਕਰ ਸਕੇਗਾ। ਇਸੀ ਤਰ੍ਹਾਂ ਅਗਰ ਆਪਾਂ ਰਾਈਟਿੰਗ ਜਾਂ ਸਪੀਕਿੰਗ ਦੀ ਗੱਲ ਕਰੀਏ ਤਾਂ ਇਹਨਾਂ ਦੇ ਲਈ ਆਪਾਂ ਨੂੰ ਆਈਡੀਆਜ਼ ਦੀ ਲੋੜ ਹੁੰਦੀ ਹੈ। ਆਪਾਂ ਨੂੰ ਜ਼ਰੂਰੀ ਹੁੰਦਾ ਹੈ ਕਿ ਆਪਾਂ ਜੇ ਇਨਵਾਇਰਨਮੈਂਟ 'ਤੇ ਲਿਖ ਰਹੇ ਹਾਂ ਜਾਂ ਆਪਾਂ ਕਿਸੇ ਵੀ ਟੌਪਿਕ 'ਤੇ ਬੋਲ ਰਹੇ ਹਾਂ, ਆਪਾਂ ਨੂੰ ਉਸ ਦੀਆਂ 4 ਗੱਲਾਂ ਪਤਾ ਹੋਣ। ਤਾਂ ਜੇ ਇਹ ਚੀਜ਼ਾਂ ਨਹੀਂ ਪਤਾ ਤਾਂ ਕੋਈ ਬੇਸਿਕ ਆਈਡੀਆਜ਼ ਦੀ ਬੁੱਕ ਲੈ ਸਕਦੇ ਹਾਂ, ਜਿਵੇਂ ਐਸੇਜ਼ ਦੀ ਬੁੱਕ ਲੈ ਕੇ ਉਹਦੇ 'ਚੋਂ ਆਪਾਂ 100-200 ਐਸੇ ਪੜ੍ਹ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਲੋਕੀ ਕਿਵੇਂ ਲਿਖਦੇ ਆ ਐਸੇ, ਅਸੀਂ ਕੀ ਕੁਝ ਪਾ ਸਕਦੇ ਹਾਂ। ਫਿਰ ਸਟਰਕਚਰ ਸਿੱਖਣ ਜੋਗਾ ਹੀ ਰਹਿ ਜਾਂਦਾ ਹੈ ਕਿ ਤੁਸੀਂ ਬਸ ਇਹ ਦੇਖਣਾ ਹੁੰਦਾ ਹੈ ਕਿ ਮੈਂ ਕਿਸ ਤਰ੍ਹਾਂ ਦੇ ਪੰਕਚੁਏਸ਼ਨ ਮਾਰਕਸ ਜਾਂ ਤੁਸੀਂ ਕਹਿ ਲਓ ਕਿ ਸਟਰਕਚਰ ਪਾਊਂਗਾ ਜਿਹਦੇ ਨਾਲ ਮੈਂ ਆਪਣੇ ਆਈਡੀਆਜ਼ ਪਾਊਂਗਾ। ਸਟੂਡੈਂਟਸ ਆਪਣੇ ਆਈਡੀਆ ਬਿਲਡਿੰਗ ਵੀ ਜਿਹੜੀ ਹੈਗੀ ਉਹ ਇੰਸਟੀਟਿਊਟ 'ਚ ਜਦੋਂ ਜਾ ਕੇ ਕਰਦੇ ਆ ਤਾਂ ਉੱਥੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ। ਤੇ ਇਸ ਤੋਂ ਇਲਾਵਾ ਲਿਸਨਿੰਗ ਦੀ ਜੇ ਗੱਲ ਆਪਾਂ ਕਰੀਏ
ਤਾਂ ਜੇ ਸਟੂਡੈਂਟ ਦਾ ਮਨ ਬਹੁਤ ਜਲਦੀ ਭਟਕਦਾ ਹੈ, ਜਿਵੇਂ ਕਿ ਤੁਸੀਂ ਕਹਿ ਲਓ ਕਿ ਉਧਰ ਆਡੀਓ ਚੱਲ ਰਹੀ ਹੈ ਬਟ ਉਹਦੇ ਵਿੱਚ ਦਿਮਾਗ ਲੱਗ ਹੀ ਨਹੀਂ ਰਿਹਾ, ਆਪਣਾ ਸਿਰਫ ਕਿਤੇ ਘਰ ਦੀ ਗੱਲ ਯਾਦ ਆ ਗਈ, ਕਿਤੇ ਕੁਝ ਹੋਰ ਯਾਦ ਆ ਗਿਆ, ਕੁਝ ਹੋਰ ਹੀ ਵੱਜੀ ਜਾ ਰਿਹਾ ਆਪਣੇ ਦਿਮਾਗ ਦੇ ਵਿੱਚ, ਤਾਂ ਆਪਣਾ ਲਿਸਨਿੰਗ 'ਚ ਧਿਆਨ ਲੱਗਣਾ ਹੀ ਨਹੀਂ। ਤੇ ਉਹ ਕੁਝ ਦਿਨ ਇਹੋ ਜਿਹੇ ਨਿਕਲ ਜਾਣੇ ਆ, 10-15 ਦਿਨ ਜਾਂ 20 ਦਿਨ, ਜਦ ਤੱਕ ਆਪਣਾ ਮਾਈਂਡ ਸੈੱਟ ਹੋ ਰਿਹਾ ਜਿਹਦੇ ਆਪਾਂ ਫ੍ਰੀ 'ਚ ਹੀ ਫੀਸ ਦੇ ਰਹੇ ਹਾਂ। ਬਿਲਕੁਲ। ਤਾਂ ਉਹ ਚੀਜ਼ ਆਪਾਂ ਕੁਝ ਮੈਡੀਟੇਸ਼ਨ ਟਰਾਈ ਕਰਕੇ ਜਾਂ ਆਪਣਾ ਹਾਈਪਰ ਐਕਟੀਵਿਟੀ ਦਿਨ ਦੇ ਵਿੱਚ ਘਟਾ ਕੇ ਫੋਕਸ ਲੈ ਕੇ ਆ ਸਕਦੇ ਹਾਂ, ਤਾਂ ਕਿ ਆਪਣੀ ਫਿਰ ਪ੍ਰੈਪਰੇਸ਼ਨ ਵਾਂਗੂ ਹੀ ਰਹੇ। ਐ ਨਹੀਂ ਹੈਗਾ ਕਿ ਬਸ ਉੱਥੇ ਮੂਡ ਸੈੱਟ ਕਰਨ ਜਾ ਰਹੇ ਹਾਂ ਪਹਿਲਾਂ। ਬਿਲਕੁਲ। ਹੋਰ ਬਹੁਤ ਸਾਰੇ ਆਇਲਸ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਆਪਾਂ ਬਾਰੀਕੀ 'ਚ ਜਾ ਕੇ ਕਰ ਸਕਦੇ ਹਾਂ, ਪਰ ਇੱਕ ਹੋਰ ਮਿੱਥਾ ਵੀ ਜਿਹੜਾ ਐਕਡੈਮਿਕ ਦਾ ਪੇਪਰ ਆ ਤੇ ਜਿਹੜਾ ਜਰਨਲ ਦਾ ਪੇਪਰ ਆ, ਵੀ ਜਰਨਲ ਦਾ ਪੇਪਰ ਸੌਖਾ ਹੁੰਦਾ ਵਾ ਐਕਡੈਮਿਕ ਨਾਲੋਂ, ਇਹ ਸੱਚੀ ਹੈਗੀ ਇਹ ਗੱਲ? ਇਹ ਜਿਹੀਆਂ ਬਹੁਤ ਸਾਰੀਆਂ ਮਿਥਸ ਨੇ। ਤੁਸੀਂ ਕਹਿ ਲਓ ਕਿ ਸਟੂਡੈਂਟਸ ਨੂੰ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਜੀਟੀ ਨਾਲ ਦੋਗੇ ਪਤਾ ਨਹੀਂ ਸੌਖਾ ਆਏਗਾ, ਪਤਾ ਨਹੀਂ ਔਖਾ ਆਏਗਾ। ਹਾਂਜੀ, ਹਾਂ। ਜਾਂ ਫਿਰ ਕਿਸੇ ਇੱਕ ਲੋਕੇਸ਼ਨ ਤੇ ਜਾਓਗੇ, ਜਿਵੇਂ ਮੋਗੇ ਜਾ ਕੇ ਪੇਪਰ ਦੋਗੇ। ਮੈਂ ਅਗਲਾ ਸਵਾਲ ਮੈਂ ਇਹੀ ਕਰਨਾ ਚਾਹੁੰਦੀ ਸੀ ਵੀ ਜੇ ਤੁਸੀਂ ਕਿਸੇ ਰੂਰਲ ਏਰੀਆ ਦੇ ਵਿੱਚ ਜਾ ਕੇ ਪੇਪਰ ਦੇਣੇ, ਜਿਵੇਂ ਮੋਗਾ, ਬਰਨਾਲਾ, ਜਿਹੜੇ ਕਿ ਸ਼ਹਿਰਾਂ ਤੋਂ ਥੋੜਾ ਦੂਰ ਰਹਿ ਜਾਂਦੇ ਨੇ, ਵੀ ਉੱਥੇ ਤੁਹਾਡਾ ਸਕੋਰ ਚੰਗਾ ਆਊਗਾ? ਹਾਂਜੀ, ਇਹ ਬਹੁਤ ਸਾਰੇ ਸਟੂਡੈਂਟਸ ਦੇ ਦਿਮਾਗ 'ਚ ਚੱਲ ਰਹੀਆਂ, ਕਿਉਂਕਿ ਪਿਛਲੇ 8-10 ਸਾਲਾਂ ਤੋਂ ਜਾਂ ਉਸ ਤੋਂ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਕਿ ਟੀਚਰਸ ਪਤਾ ਨਹੀਂ ਕਿਸ ਬਿਹਾਫ ਤੇ ਦੱਸਦੇ ਰਹੇ ਨੇ ਕਿ ਸਟੂਡੈਂਟਸ ਇਹ ਚੀਜ਼ਾਂ ਮੰਨਣ ਸ਼ੁਰੂ ਕਰ ਦਿੰਦੇ ਨੇ। ਹੁਣ ਇਹਦੇ ਵਿੱਚ ਜਦੋਂ ਆਪਾਂ ਤਹਿ ਤੱਕ ਜਾਂਦੇ ਤਾਂ ਇਹ ਪਤਾ ਲੱਗਦਾ ਕਿ ਇੱਕ ਸਟੂਡੈਂਟ ਸੀਗਾ ਜਿਹਨੇ ਹਜੇ ਸਿਰਫ IDP ਦਾ ਪੇਪਰ ਦਿੱਤਾ, ਉਹਦਾ ਸਕੋਰ ਨਹੀਂ ਆਇਆ, ਤਾਂ ਉਹ ਕਹਿੰਦਾ ਕਿ ਬ੍ਰਿਟਿਸ਼ ਕੌਂਸਲ ਸੌਖਾ ਹੁੰਦਾ। ਤਾਂ ਮਤਲਬ ਤੁਸੀਂ ਕਹਿ ਲਓ ਕਿ ਉਹਨੇ ਪੇਪਰ ਹਜੇ ਦਿੱਤਾ ਵੀ ਨਹੀਂ ਤੇ ਉਹ ਸਿੱਧੀ ਇਹ ਜਿਹਾ ਮਨ ਦੇ ਵਿੱਚ ਬਿਠਾ ਰਿਹਾ ਦੂਸਰੇ ਲੋਕਾਂ ਦੇ। ਹਾਂ, ਬਿਲਕੁਲ। ਤਾਂ ਦੂਸਰੇ ਬੰਦੇ ਨੂੰ ਤਾਂ ਪਤਾ ਨਹੀਂ ਹੈਗਾ ਕਿ ਬ੍ਰਿਟਿਸ਼ ਕੌਂਸਲ ਸੌਖਾ ਹੈ ਕਿ IDP, ਉਹ ਤਾਂ ਨਵੀਂ ਤਿਆਰੀ ਕਰਨ ਲੱਗੇ ਆ, ਉਹਨੇ ਤਾਂ ਮੰਨ ਲੈਣਾ ਜੋ ਉਹਨੂੰ ਕਿਹਾ ਜਾਣਾ। ਇਸੇ ਤਰ੍ਹਾਂ ਕੁਝ ਸਟੂਡੈਂਟ ਸਾਡੇ ਮੋਗੇ ਪੇਪਰ ਦੇਣ ਗਏ ਬਟ ਉੱਥੇ ਵੀ ਸਕੋਰ ਨਹੀਂ ਆਇਆ, ਪਟਿਆਲੇ ਦਿੱਤਾ, ਉਹਨਾਂ ਦਾ ਆ ਗਿਆ। ਤਾਂ ਉਹਨਾਂ ਨੂੰ ਜਿਹੜਾ ਵਹਿਮ ਸੀਗਾ ਕਿ ਪਟਿਆਲੇ ਨਹੀਂ ਆਉਂਦਾ, ਉਹ ਵੀ ਜ਼ਰੂਰ ਹੋ ਗਿਆ। ਹੁਣ ਇਸ ਦੇ ਵਿੱਚ ਮੇਰੀ ਵਧੀਆ ਰਿਸਰਚ ਇਸ ਤਰ੍ਹਾਂ ਹੈ ਕਿ ਮੈਂ 13 ਵਾਰ ਪੇਪਰ ਦਿੱਤਾ ਹੈ। ਮੈਂ ਦਿੱਲੀ ਵੀ ਪੇਪਰ ਦਿੱਤਾ ਹੈ, ਮੈਂ ਚੰਡੀਗੜ੍ਹ ਵੀ ਪੇਪਰ ਦਿੱਤਾ ਹੈ, ਮੈਂ ਪਟਿਆਲੇ ਵੀ ਪੇਪਰ ਦਿੱਤਾ ਹੈ, ਤਾਂ ਮੈਂ ਸਾਰੇ ਕਿਤੇ ਸਕੋਰ ਸੇਮ ਪਾਇਆ। ਚਾਹੇ ਉਹ ਮੇਰਾ ਅਕੈਡਮਿਕ ਦਾ ਪੇਪਰ ਸੀਗਾ, ਉਸ ਤੋਂ ਫਿਰ ਮੈਂ 20 ਦਿਨਾਂ ਬਾਅਦ GT ਦਾ ਦਿੱਤਾ, ਦੋਨਾਂ 'ਚ ਸਕੋਰ ਸੇਮ ਆ ਰਿਹਾ ਲਗਭਗ। ਤੁਸੀਂ ਕਹਿ ਲਓ ਕਿ ਉਹ ਮੈਨੂੰ ਪਤਾ ਹੈ ਕਿ ਮੇਰੀ ਪਰਫਾਰਮੈਂਸ ਹੈ, ਜੇ ਮੇਰਾ ਧਿਆਨ ਹਟਿਆ ਤਾਂ ਮੇਰੀ ਲਿਸਨਿੰਗ ਦੇ ਵਿੱਚ ਸਕੋਰ ਘਟੇਗਾ, ਜੇ ਮੈਂ ਕੁਝ ਤੁੱਕੇ ਲਗਾਏ ਤਾਂ ਮੇਰੇ ਰੀਡਿੰਗ 'ਚ ਜਾਣਗੇ, ਜੇ ਮੈਂ ਗੱਲ ਬਣਾ ਨਹੀਂ ਪਾਇਆ ਤਾਂ ਮੇਰੀ ਰਾਈਟਿੰਗ ਜਾਂ ਸਪੀਕਿੰਗ 'ਚ ਸਕੋਰ ਜਾਣਗੇ। ਤਾਂ ਇਹ ਮੈਨੂੰ ਹਮੇਸ਼ਾ ਪਤਾ ਹੈ ਕਿ ਆਪਣਾ ਸਕੋਰ ਤੁਹਾਨੂੰ ਆਪ ਜੇ ਰਿਸਪੌਂਸਿਬਿਲਿਟੀ ਲੈਂਦੇ ਹੋ ਤਾਂ ਹੀ ਤੁਸੀਂ ਉਹਨੂੰ ਇੰਪਰੂਵ ਕਰ ਪਾਓਗੇ। ਜੇ ਤੁਸੀਂ ਇੱਧਰ ਉੱਧਰ ਦੇ ਫੈਕਟਰਸ ਤੇ ਛੱਡੀ ਜਾਂਦੇ ਹੋ ਕਿ ਸ਼ਾਇਦ ਡੇਟ ਨਹੀਂ ਸਹੀ ਸੀਗੀ ਜਾਂ ਹੋਰ ਨਹੀਂ ਸੀਗੇ, ਇਹ ਸਾਰੇ ਐਕਸਕਿਊਜ਼ ਨੇ। ਪਰ ਜਰਨਲ ਦਾ ਪੇਪਰ ਸੌਖਾ ਹੁੰਦਾ ਐਕਡੈਮਿਕ ਨਾਲੋਂ ਜਾਂ ਨਹੀਂ? ਫਿਰ ਨਹੀਂ, ਪੇਪਰ ਜਿਹੜਾ ਹੈਗਾ ਨਾ ਉਹ ਬੜਾ ਇਸ ਤਰ੍ਹਾਂ ਬਣਾਇਆ ਗਿਆ ਕਿ ਇੱਕ ਬੈਂਡ ਸਕੋਰ ਦਾ ਮਤਲਬ ਹੈ ਕੁਝ। ਜੇ ਤੁਸੀਂ ਕਹੋ ਕਿ 7 ਬੈਂਡ ਹੈਗੇ ਨੇ ਤਾਂ ਉਹ ਇੱਕ ਲੈਵਲ ਹੈ ਇੰਗਲਿਸ਼ ਦਾ, ਜੋ ਕਿ ਅਕੈਡਮਿਕ 'ਚ ਵੀ ਸੇਮ ਹੋਊਗਾ, GT 'ਚ ਵੀ ਸੇਮ ਹੋਊਗਾ। ਹੁਣ ਜਿਵੇਂ ਅਕੈਡਮਿਕ ਦੀ ਰੀਡਿੰਗ ਥੋੜੀ ਜਿਹੀ ਟਫ ਹੁੰਦੀ ਹੈ, ਪਰ ਉੱਥੇ 30 ਸਕੋਰ ਤੇ ਹੀ ਤੁਹਾਡੇ 7 ਬੈਂਡ ਹੋ ਜਾਂਦੇ ਆ। GT ਦੀ ਰੀਡਿੰਗ ਥੋੜੀ ਸੌਖੀ ਹੁੰਦੀ ਹੈ, ਉੱਥੇ 34 ਤੇ 7 ਹੁੰਦੇ ਨੇ। ਪਰ ਜੇ ਇੱਕ ਸਟੂਡੈਂਟ 34 ਲੈ ਰਿਹਾ GT 'ਚ, ਉਹ ਅਕੈਡਮਿਕ ਦਊਗਾ, ਉਹਦੇ 30 ਕੀ ਆਉਣਗੇ, ਕਿਉਂਕਿ ਬੈਂਡ ਸਕੋਰ ਅਲਟੀਮੇਟਲੀ ਉੱਥੇ ਕੀ ਆਏਗਾ ਜੋ ਤੁਹਾਡਾ ਲੈਵਲ ਹੈ। ਉਹ ਤੁਹਾਡਾ ਡੇ ਟੂ ਡੇ ਪਰਫਾਰਮੈਂਸ ਚੇਂਜ ਹੁੰਦੀ ਹੈ, ਜਿਹਦੇ ਕਾਰਨ ਕੀ ਤੁਸੀਂ ਕਹੋ ਕਿ ਸਕੋਰ ਚੇਂਜ ਹੁੰਦੇ ਨੇ। ਇੱਕ ਸਵਾਲ ਮੇਰਾ ਹੋਰ ਸੀਗਾ ਵੀ ਜਿਵੇਂ ਜਦੋਂ ਰਾਈਟਿੰਗ ਦਾ ਟਾਸਕ ਤੁਹਾਨੂੰ ਦਿੱਤਾ ਜਾਂਦਾ ਜਾਂ ਜਦੋਂ ਆਪਾਂ ਸਪੀਕਿੰਗ ਕਰਦੇ ਹਾਂ, ਹੈ ਨਾ, ਤਾਂ ਉੱਥੇ ਬਹੁਤ ਸਟਰਕਚਰ ਦੇ ਵਿੱਚ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਮੰਨ ਲਓ ਕੋਈ ਰਾਈਟਿੰਗ ਦਾ ਟੌਪਿਕ ਆ, ਹੈ ਨਾ, ਉਹ ਮੈਨੂੰ ਹੋਊਗਾ ਕਿ ਮੈਂ ਉਹੀ ਲਿਖਾਂ ਜੋ ਮੈਂ ਪੜ੍ਹਿਆ, ਕਿਤੋਂ ਲਿਖਿਆ ਪੜ੍ਹਿਆ। ਬਹੁਤ ਸਾਰੇ ਲੋਕੀ ਨੇ ਕਿ ਜਿਹੜੇ ਕਹਿ ਦਿੰਦੇ ਨੇ ਕਿ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਉਹਦੇ ਵਿੱਚ ਲਿਖ ਕੇ ਆਇਆ। ਮੰਨ ਲਓ ਵੀ ਮੈਨੂੰ ਕਿਸੇ ਮਾਰਕੀਟ ਦੀ ਲੋਕੇਸ਼ਨ ਦਾ ਆ ਗਿਆ, ਕੋਈ ਤੁਹਾਡੀ ਕੋਈ ਮਾਰਕੀਟ ਸੀਨ ਆ ਜਾਂ ਕੋਈ ਤੁਹਾਡੀ ਮਾਰਕੀਟ ਜਾਂ ਫੇਵਰੇਟ ਫੂਡ ਪਲੇਸ ਆ ਕੋਈ, ਤੁਸੀਂ ਉਹਦੇ ਬਾਰੇ ਲਿਖਣਾ ਆ। ਬਹੁਤ ਸਾਰੇ ਲੋਕੀ ਕਹਿ ਦਿੰਦੇ ਨੇ ਕਿ ਅਸੀਂ ਉਹੀ ਚੀਜ਼ ਲਿਖੀ ਆ ਜੋ ਅਸੀਂ ਕਿਤੇ ਲਿਖੀ ਹੋਈ ਪੜ੍ਹੀ ਸੀਗੀ। ਜੇ ਕਈ ਲੋਕ ਕਹਿ ਦਿੰਦੇ ਨੇ ਵੀ ਨਹੀਂ, ਉਵੇਂ ਜ਼ਿਆਦਾ ਨੰਬਰ ਵਧੀਆ ਆਉਂਦੇ ਨੇ ਵੀ ਜਿਹੜਾ ਸੱਚੀ ਤੁਹਾਡਾ ਕੋਈ ਫੂਡ ਪੁਆਇੰਟ ਫੇਵਰੇਟ ਆ ਤਾਂ ਤੁਸੀਂ ਉਹਦੇ ਬਾਰੇ ਲਿਖ ਕੇ ਆਵੋ। ਓਕੇ, ਸੋ ਇਹਦੇ ਵਿੱਚ ਕੁਝ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਜਿਹੜੀ ਪਹਿਲੀ ਚੀਜ਼ ਇਹ ਹੈ ਕਿ ਤੁਸੀਂ ਆਪਣੇ ਵੱਲੋਂ ਗੱਲਾਂ ਬਣਾ ਸਕਦੇ ਹੋ ਕਿ ਤੁਹਾਨੂੰ ਰਿਐਲਿਟੀ ਹੀ ਲਿਖਣੀ ਪਏਗੀ। ਹੁਣ ਆਇਲਸ ਦੇ ਵਿੱਚ ਤੁਹਾਡੀ ਨੌਲੇਜ ਨਹੀਂ ਚੈੱਕ ਹੁੰਦੀ। ਜੇ ਤੁਸੀਂ ਇਹ ਵੀ ਕਹਿ ਦੋਗੇ ਕਿ ਮੇਰਾ ਘਰ ਤਾਜ ਮਹਿਲ ਦੇ ਨਾਲ ਹੈ, ਤਾਂ ਕੋਈ ਉਹਨੂੰ ਗਲਤ ਨਹੀਂ ਕਰਨ ਲੱਗਿਆ, ਜਾ ਕੇ ਚੈੱਕ ਨਹੀਂ ਕਰਨ ਲੱਗਿਆ। ਜੇ ਤੁਸੀਂ ਕੋਈ ਡੇਟ ਗਲਤ ਲਿਖ ਦੋਗੇ, ਕੁਝ ਇਹੋ ਜਿਹੀਆਂ ਚੀਜ਼ਾਂ ਗਲਤ ਲਿਖ ਦੋਗੇ ਤਾਂ ਉਹਦਾ ਸਕੋਰ ਨਹੀਂ ਕੱਢਦਾ, ਕਿਉਂਕਿ ਇਹ ਪੇਪਰ ਕਮਿਊਨੀਕੇਸ਼ਨ ਦਾ ਹੈ। ਤੁਸੀਂ ਆਪਣੀ ਗੱਲ ਕਿੰਨੀ ਸਮਝਾ ਪਾ ਰਹੇ ਹੋ। ਤਾਂ ਜੇ ਤੁਸੀਂ ਗਲਤ ਨੌਲੇਜ ਯੂਜ਼ ਕਰਕੇ ਵੀ ਗੱਲ ਸਮਝਾਤੀ ਤਾਂ ਉਹ ਮੰਨੀ ਜਾਂਦੀ ਹੈ। ਦੂਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ
ਇੱਕ ਕਿਸੇ ਇੰਸਟੀਚਿਊਟ 'ਚ ਸਟਰਕਚਰ ਸਿਖਾਇਆ ਗਿਆ ਹੈ, ਜੇ ਆਪਾਂ ਉਹੀ ਸਟਰਕਚਰ ਜਾ ਕੇ ਪਾ ਕੇ ਆਵਾਂਗੇ ਪੇਪਰ ਦੇ ਵਿੱਚ ਤਾਂ ਹੀ ਸਕੋਰ ਆਣਗੇ, ਤਾਂ ਐਸੀ ਚੀਜ਼ ਨਹੀਂ ਹੈ। ਕਿਉਂਕਿ ਫੋਰਨ ਦੇ ਵਿੱਚ ਨਾ ਯੂਨੀਵਰਸਿਟੀਜ਼ ਦੇ ਵਿੱਚ ਐਸੇ ਰਾਈਟਿੰਗ ਸਿਖਾਈ ਜਾਂਦੀ ਹੈ ਤੇ ਮੈਂ ਆਪਣੀ ਪ੍ਰੈਪਰੇਸ਼ਨ ਥੋੜੀ ਉੱਥੋਂ ਕੀਤੀ ਹੈ, ਤਾਂ ਉੱਥੇ ਕੁਝ ਚੀਜ਼ਾਂ ਫਲੈਕਸੀਬਲ ਵੀ ਹੈ ਤੇ ਕੁਝ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਐਸੇ ਦੇ ਵਿੱਚ। ਬਿਲਕੁਲ ਬਿਲਕੁਲ। ਜਿਵੇਂ ਤੁਸੀਂ ਕਹਿ ਲਓ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਤਰ੍ਹਾਂ ਦੀ ਲਾਈਨ ਲਿਖੋਗੇ ਤਾਂ ਹੀ ਤੁਹਾਡੇ ਸਕੋਰ ਆਣਗੇ, ਬਟ ਜੇ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਟੌਪਿਕ ਨਹੀਂ ਦੱਸਦੇ ਕੀ ਹੈਗਾ ਕਿ ਜਾਂ ਫਿਰ ਤੁਸੀਂ ਅੱਗੇ ਕਰਨ ਕੀ ਵਾਲੇ ਹੋ, ਤਾਂ ਉਹਦਾ ਸਕੋਰ ਨਹੀਂ ਆਏਗਾ। ਉਹ ਚੀਜ਼ ਹੁਣ ਤੁਸੀਂ ਕਿਸੇ ਵੀ ਵਰਡਸ 'ਚ ਦੱਸ ਦਿਓ। ਬਿਲਕੁਲ, ਹਾਂਜੀ। ਇਸੇ ਤਰ੍ਹਾਂ ਅਗਰ ਤੁਸੀਂ ਇੱਕ ਪੈਰਾਗ੍ਰਾਫ ਦੇ ਵਿੱਚ ਇੱਕ ਟੌਪਿਕ ਤੇ ਨਹੀਂ ਰਹਿੰਦੇ ਤੇ ਭਟਕਦੇ ਹੀ ਰਹਿੰਦੇ ਹੋ, ਕਦੇ ਕਿਸੇ ਗੱਲ ਤੇ ਕਦੇ ਕਿਸੇ ਗੱਲ ਤੇ, ਤਾਂ ਉਹਦਾ ਸਕੋਰ ਘੱਟ ਆਏਗਾ। ਇਹ ਨਹੀਂ ਹੈਗਾ ਕਿ ਤੁਸੀਂ ਜੋ ਮਰਜ਼ੀ ਲਿਖੀ ਜਾਓ ਤੇ ਸਾਹਮਣੇ ਵਾਲੇ ਨੂੰ ਪ੍ਰੈਜ਼ੈਂਟ ਕਰ ਦਿਓ ਕਿ ਮੇਰੀ ਤਾਂ ਮਨ 'ਚ ਇਹੀ ਸੀਗਾ ਤੇ ਸਕੋਰ ਦੇ ਦਿਓ। ਕੁਛ ਹੱਦ ਤੱਕ ਉਹਨਾਂ ਦੇ ਰੂਲਸ ਨੇ, ਬਟ ਕੁਛ ਹੱਦ ਤੱਕ ਤੁਸੀਂ ਕਹ ਲਓ ਕ੍ਰੈਮਿੰਗ ਕਰਾਈ ਜਾਂਦੀ ਹੈ। ਕ੍ਰੈਮਿੰਗ ਦੇ ਸਕੋਰ ਵੀ ਘਟਦੇ ਨੇ, ਕਿਉਂਕਿ ਆਨਸਰ ਸ਼ੀਟ ਨੂੰ ਜਦੋਂ ਪਲਟ ਕੇ ਦੇਖਦੇ ਨਾ ਆਪਾਂ ਪਿੱਛੇ ਨੀਚੇ ਲਿਖਿਆ ਹੁੰਦਾ ਹੈ ਕਿ ਮੈਮੋਰਾਈਜ਼ਡ ਤੇ ਪੈਨਲਟੀ ਹੈ। ਅੱਛਾ। ਤਾਂ ਜੇ ਤੁਸੀਂ ਕੁਝ ਮੈਮੋਰਾਈਜ਼ਡ ਕਰਕੇ ਜਾਓਗੇ, ਮਤਲਬ ਕਿ ਤੁਸੀਂ ਇੱਕ ਲਾਈਨ ਰੱਟ ਕੇ ਚਲੇ ਗਏ, ਦੋ ਲਾਈਨਾਂ ਰੱਟ ਕੇ ਚਲੇ ਗਏ, ਸੇਮ ਟੂ ਸੇਮ ਲਿਖਤੀਆਂ, ਤਾਂ ਐਗਜ਼ਾਮੀਨਰ ਉਸ ਤੇ ਪੈਨਲਟੀ ਲਗਾ ਕੇ ਤੁਹਾਡਾ ਸਕੋਰ ਘਟਾ ਸਕਦਾ ਹੈ। ਅੱਛਾ, ਹਾਂਜੀ, ਬਿਲਕੁਲ। ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਕਈ ਲੋਕ ਕਹਿ ਦਿੰਦੇ ਨੇ ਕਿ ਮੈਨੂੰ ਤਿੰਨੋਂ ਮੋਡਿਊਲ ਸੌਖੇ ਲੱਗਦੇ ਆ, ਲਿਸਨਿੰਗ, ਰਾਈਟਿੰਗ, ਸਪੀਕਿੰਗ, ਵੀ ਮੈਨੂੰ ਰੀਡਿੰਗ ਔਖੀ ਲੱਗਦੀ ਆ। ਮੈਕਸਿਮਮ ਮੈਂ ਲੋਕਾਂ ਤੋਂ ਇਹ ਸੁਣਿਆ ਕਿ ਰੀਡਿੰਗ 'ਚ ਸਕੋਰ ਸਟੇਬਲ ਨਹੀਂ ਹੋ ਰਿਹਾ। ਰੀਡਿੰਗ ਦਾ ਟਾਸਕ ਕਿਉਂ ਸਾਰਿਆਂ ਨੂੰ ਇੰਨਾ ਔਖਾ ਲੱਗਦਾ? ਕਿ ਵਾਕਈ ਉਹ ਔਖਾ ਟਾਸਕ ਹੁੰਦਾ? ਅੱਜ ਤੱਕ ਤਾਂ ਤੁਸੀਂ ਕਹਿ ਲਓ ਕਿ ਮੈਂ ਇਹ ਜਿਹਾ ਸੁਣਿਆ ਹੈ ਕਿ ਕਾਫੀ ਸਟੂਡੈਂਟ ਕਹਿੰਦੇ ਕਿ ਪਹਿਲਾਂ ਨਾਲੋਂ ਰੀਡਿੰਗ ਔਖੀ ਆਉਣ ਲੱਗ ਗਈ ਜਾਂ ਪਹਿਲਾਂ ਨਾਲੋਂ ਲਿਸਨਿੰਗ ਔਖੀ ਆਉਣ ਲੱਗ ਗਈ। ਮੈਂ 2014 'ਚ ਪਹਿਲੀ ਵਾਰੀ ਪੇਪਰ ਦਿੱਤਾ ਸੀਗਾ, ਤਾਂ ਮੈਨੂੰ ਲੱਗਦਾ ਕਿ ਡਿਫਿਕਲਟੀ ਲੈਵਲ ਸੇਮ ਹੈ 2014 ਤੇ 2022 ਦਾ। ਐਕਚੁਅਲੀ ਕੀ ਹੋ ਰਿਹਾ ਹੈ ਕਿ 2014 ਦੇ ਵਿੱਚ ਸਮਾਰਟਫੋਨ ਇੰਨੇ ਪਪੂਲਰ ਨਹੀਂ ਹੋਏ ਸੀ, ਤਾਂ ਜਿਹੜੇ ਸਟੂਡੈਂਟਸ ਸੀਗੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਫਿਰ ਵੀ ਆਦਤ ਸੀਗੀ। ਹਾਂਜੀ। ਤੇ ਅੱਜ ਕੱਲ੍ਹ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਵੀਡੀਓ 'ਚ ਹੀ ਸਾਰਾ ਕੁਝ ਮਿਲ ਰਿਹਾ, ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਨੀਡ ਨਹੀਂ ਫੀਲ ਹੋ ਰਹੀ, ਤਾਂ ਉਹਨਾਂ ਦਾ ਟੈਕਸਟ ਤੋਂ ਲਗਾਵ ਹਟਦਾ ਜਾ ਰਿਹਾ ਤੇ ਉਹ ਟੈਕਸਟ 'ਚ ਟੈਕਸਚੁਅਲ ਇਨਫੋਰਮੇਸ਼ਨ ਨਹੀਂ ਪੜ੍ਹ ਪਾ ਰਹੇ, ਲੰਬਾ ਟਾਈਮ ਨਹੀਂ ਬੈਠ ਪਾ ਰਹੇ। ਬਿਲਕੁਲ। ਜਿਹਦੇ ਕਾਰਨ ਕਿ ਰੀਡਿੰਗ ਔਖੀ ਬਣੀ ਹੋਈ ਹੈ ਅੱਜ ਕੱਲ੍ਹ। ਜਦੋਂ ਤੱਕ ਆਪਾਂ ਆਦਤ ਨਹੀਂ ਪਾਵਾਂਗੇ ਨਾ ਕਿ ਅਸੀਂ ਕਿਤਾਬ ਲੈ ਕੇ 1-2 ਘੰਟੇ ਲਗਾਤਾਰ ਬੈਠ ਪਾਈਏ, ਉਦੋਂ ਤੱਕ ਰੀਡਿੰਗ ਔਖੀ ਲੱਗਦੀ ਹੈ। ਜਿਹੜੇ ਬੰਦੇ ਨੂੰ ਇਹਦੀ ਆਦਤ ਹੁੰਦੀ ਹੈ ਉਹਨੂੰ ਸੌਖੀ ਲੱਗਦੀ ਹੈ। ਬਿਲਕੁਲ। ਇੱਕ ਸਪੀਕਿੰਗ ਦੀ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਹੁੰਦਾ ਹੈ ਕਿ ਮੈਂ ਉੱਦਾਂ ਜਦੋਂ ਆਪਸ 'ਚ ਫਰੈਂਡਸ ਦੇ ਨਾਲ ਗੱਲ ਕਰਦਾ ਤਾਂ ਉਦੋਂ ਠੀਕ ਹੁੰਦਾ, ਵੀ ਜਦੋਂ ਮੇਰਾ ਮੌਕ ਟੈਸਟ ਹੁੰਦਾ ਜਾਂ ਜਦੋਂ ਮੇਰੀ ਫਾਈਨਲ ਸਪੀਕਿੰਗ ਹੋਈ ਸੀਗੀ ਵੀ ਉਦੋਂ ਮੈਂ ਇੱਕਦਮ ਘਬਰਾ ਗਿਆ। ਉਸ ਦੇ ਵਿੱਚ ਇਹ ਹੁੰਦਾ ਹੈ ਕਿ ਆਪਾਂ ਜਦੋਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਹੁੰਦੇ ਹਾਂ, ਆਪਾਂ ਉਹਨਾਂ ਨਾਲ ਕੰਫਰਟੇਬਲ ਹੁੰਦੇ ਹਾਂ ਕਿਉਂਕਿ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਆਪਾਂ ਉਹਨਾਂ ਨਾਲ ਰੋਜ਼ ਮਿਲਦੇ ਹਾਂ, ਆਪਾਂ ਨੂੰ ਪਤਾ ਹੈ ਕਿ ਉਹਨਾਂ ਦਾ ਬਿਹੇਵੀਅਰ ਕੀ ਹੈ, ਸਾਡਾ ਬਿਹੇਵੀਅਰ ਕੀ ਹੈ, ਇੱਕ ਦੂਜੇ ਨਾਲ ਮੈਚ ਹੋਇਆ। ਬਟ ਜਦੋਂ ਆਪਾਂ ਇੱਕ ਐਗਜ਼ਾਮੀਨਰ ਨੂੰ ਮਿਲਦੇ ਹਾਂ ਤਾਂ ਉੱਥੇ ਤੁਸੀਂ ਕਹਿ ਲਓ ਕਿ ਉਹ ਨਵਾਂ ਬੰਦਾ ਹੁੰਦਾ ਆਪਣੇ ਲਈ, ਤੇ ਉਹ ਬੜਾ ਡੀਸੈਂਟ ਜਿਹਾ ਲੱਗਦਾ। ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਸਾਨੂੰ ਜੱਜ ਕਰ ਰਹੇ, ਇਹਦੀ ਇੰਗਲਿਸ਼ ਬਹੁਤ ਹਾਈ ਹੈ, ਸਾਨੂੰ ਪਤਾ ਨਹੀਂ ਕੀ ਸੋਚ ਰਹੇ। ਤਾਂ ਉੱਥੇ ਆਪਾਂ ਨੂੰ ਜਿਹੜੇ ਸੈਲਫ ਡਾਊਟਸ ਹੁੰਦੇ ਨੇ ਉਹ ਕਰ ਦਿੰਦੇ ਆ। ਇਹਦਾ ਹੱਲ ਇਹੀ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਨਵੇਂ ਲੋਕਾਂ ਨਾਲ ਗੱਲਾਂ ਕਰੀਏ, ਸਟ੍ਰੇਂਜਰਸ ਨਾਲ। ਜਿਵੇਂ ਕਿ ਤੁਸੀਂ ਔਨਲਾਈਨ ਕੁਝ ਇਹੋ ਜਿਹੇ ਕਲੱਬਸ ਵੀ ਲੱਭ ਸਕਦੇ ਹੋ ਜਿਹੜੇ ਕਿ ਸਕਾਈਪ 'ਤੇ ਜਾਂ ਜ਼ੂਮ 'ਤੇ ਇੱਕ ਦੂਜੇ ਨਾਲ ਗੱਲ ਕਰਨ ਦੇ ਕੰਮ ਆਉਂਦੇ ਨੇ। ਮੈਂ ਆਪਣਾ ਜਿਹੜੀ ਤੁਸੀਂ ਕਹਿ ਲਓ ਕਿ ਸ਼ਾਈਨੈਸ ਸੀਗੀ ਉਹ ਇਸ ਤਰ੍ਹਾਂ ਹੀ ਜਦੋਂ ਪਹਿਲੀ ਵਾਰੀ ਮੈਨੂੰ ਸਪੀਕਿੰਗ ਦੇਣੀ ਸੀ ਇਸ ਤਰ੍ਹਾਂ ਹੀ ਦੂਰ ਕੀਤੀ ਸੀਗੀ ਕਿ ਕੁਝ ਵੀਅਤਨਾਮ ਦੇ ਹੋ ਗਏ, ਕੁਝ ਅਰਬ ਕੰਟਰੀਜ਼ ਦੇ ਹੋ ਗਏ, ਕੁਝ ਫਿਲੀਪੀਨਸ ਦੇ ਹੋ ਗਏ, ਹੋਰ ਜਿਹੜੀਆਂ ਕੰਟਰੀਜ਼ ਦੇ ਤੁਸੀਂ ਕਹਿ ਲਓ ਕਿ ਆਇਲਸ ਪ੍ਰੈਪਰੇਸ਼ਨ ਕਰ ਰਹੇ ਹੋ ਉਹਨਾਂ ਨਾਲ ਮੈਂ ਇੰਗਲਿਸ਼ 'ਚ ਗੱਲ ਕਰਕੇ ਦੇਖੀ। ਜਦੋਂ ਮੈਨੂੰ ਲੱਗਿਆ ਕਿ ਮੈਂ ਇਹਨਾਂ ਨੂੰ ਵੀ ਗੱਲ ਆਪਣੀ ਸਮਝਾ ਸਕਦਾ, ਫਿਰ ਮੈਨੂੰ ਕੌਨਫੀਡੈਂਸ ਹੋ ਗਿਆ ਵੀ ਹੁਣ ਕੋਈ ਵੀ ਬੰਦਾ ਸਾਹਮਣੇ ਆ ਜਾਏ ਆਪਾਂ ਨੂੰ ਸਮਝਾ ਸਕਦੇ। ਬਿਲਕੁਲ। ਐਕਸੈਂਟ ਵੀ ਫਰਕ ਪਾਉਂਦਾ ਆ। ਕਈ ਲੋਕੀ ਜਿੱਦਾਂ ਵੀ ਕਹਿੰਦੇ ਨੇ ਕਿ ਜਦੋਂ ਮੈਂ ਗੱਲ ਕਰਾਂ ਜਾਂ ਮੇਰੀ ਸਪੀਕਿੰਗ ਹੋਵੇ ਤਾਂ ਉਹਦੇ 'ਚ ਇੱਕ ਐਕਸੈਂਟ ਆਵੇ, ਉਹ ਵੀ ਫਰਕ ਪਾਉਂਦਾ ਹੈ ਸਕੋਰ ਦਾ? ਮੈਂ ਤੁਹਾਨੂੰ ਇਹਦਾ ਵੀ ਉਦਾਹਰਨ ਦੇ ਕੇ ਸਮਝਾਉਣਾ ਹੈ। ਸਪੋਜ਼ ਕਰੋ ਕਿ ਤੁਹਾਡੇ ਕੋਲੇ ਇੱਕ ਬੰਦਾ ਨੇਪਾਲ ਤੋਂ ਆਇਆ ਹੈ, ਇੱਕ ਬੰਦਾ ਤੁਹਾਡੇ ਕੋਲੇ ਅਫਗਾਨਿਸਤਾਨ ਤੋਂ ਆਇਆ ਹੈ ਤੇ ਇੱਕ ਸਾਊਥ ਤੋਂ ਆਇਆ ਹੈ। ਜਦੋਂ ਉਹ ਬੋਲਣਗੇ ਤੁਹਾਨੂੰ ਪਤਾ ਲੱਗ ਜਾਏਗਾ ਕੌਣ ਕਿੱਥੋਂ ਆਇਆ। ਬਿਲਕੁਲ ਸਹੀ ਗੱਲ। ਹਾਂ, ਉਹ ਆਪਣਾ ਇਹ ਲੁਕਾ ਨਹੀਂ ਸਕਦੇ ਕਿ ਉਹ ਕਿੱਥੋਂ ਆਏ ਨੇ। ਐਕਸੈਂਟ ਚੇਂਜ ਨਹੀਂ ਹੁੰਦਾ, ਬਟ ਕਲੈਰਿਟੀ ਮੈਟਰ ਕਰਦੀ ਹੈ। ਜੇ ਤੁਸੀਂ ਉਸ ਵਰਡ ਨੂੰ ਕਿਸੇ ਹੋਰ ਵਰਡ ਵਾਂਗੂ ਪ੍ਰੋਨਾਉਂਸ ਕਰਦੇ ਹੋ ਤੇ ਦੂਸਰੇ ਨੂੰ ਕੁਝ ਹੋਰ ਸਮਝ ਆ ਗਿਆ, ਉਹਦਾ ਸਕੋਰ ਘਟੇਗਾ। ਬਟ ਐਕਸੈਂਟ ਆਪਣਾ ਪੰਜਾਬੀਆਂ ਦਾ ਥੋੜਾ ਜਿਹਾ ਪੰਜਾਬੀ ਟੱਚ ਤਾਂ ਰਹੇਗੀ, ਪਤਾ ਲੱਗ ਜਾਂਦਾ ਕਿ ਬੰਦਾ ਪੰਜਾਬ ਤੋਂ ਆਇਆ। ਬਿਲਕੁਲ। ਹਾਂਜੀ। ਇੱਕ ਹੋਰ ਗੱਲ, ਜਿਵੇਂ ਆਪਣੇ ਨਾ ਇੱਕ ਟ੍ਰੈਂਡ ਹੀ ਚੱਲ ਗਿਆ ਵੀ ਫਲਾਣੇ ਨੇ ਵੀ ਆਇਲਸ ਕਰ ਲਈ, ਤੂੰ ਵੀ ਕਰ ਲਾ, ਉਹਨੇ ਵੀ ਕਰ ਲਈ। ਜਾਂ ਜਿਵੇਂ ਕਈ ਵਾਰ ਪੇਰੈਂਟਸ ਜਦੋਂ ਆਪਣੇ ਸੋਸ਼ਲ ਸਰਕਲ 'ਚ ਬੈਠਦੇ ਨੇ ਤਾਂ ਉਹ ਆਪਦੇ ਫਰੈਂਡਸ ਨਾਲ ਗੱਲ ਕਰਦੇ ਨੇ ਤਾਂ ਉਹ ਗੱਲਬਾਤ ਸੁਣ ਕੇ ਘਰੇ ਆ ਕੇ ਆਪਦੇ ਬੱਚੇ ਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਫਲਾਣੇ ਮੇਰੇ ਦੋਸਤ ਦਾ ਬੇਟਾ ਉਹਨੇ ਆਇਲਸ ਕਰ ਲਈ, ਉਹ ਚਲੇ ਗਿਆ,
ਮੇਰੀ ਫਰੈਂਡ ਦੀ ਬੇਟੀ ਸੀ, ਉਹਨੇ ਆਇਲਸ ਕਰ ਲਈ, ਉਹ ਚਲੇ ਵੀ ਗਈ, ਉਹਨੇ ਹੁਣ 2.5 ਸਾਲਾਂ 'ਚ ਉੱਥੇ ਪੱਕੀ ਵੀ ਹੋ ਜਾਣਾ, ਉਹਨੇ ਤਾਂ ਸੈਟਲ ਹੋ ਜਾਣਾ ਆ। ਸੋ ਕਈ ਵਾਰੀ ਬੱਚਾ ਨਹੀਂ ਚਾਹੁੰਦਾ ਹੁੰਦਾ, ਪਰ ਪੇਰੈਂਟਸ ਉਹਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੂੰ ਵੀ ਆਇਲਸ ਕਰ, ਤੂੰ ਵੀ ਬਾਹਰ ਹੀ ਜਾ। ਸੋ ਇਹ ਚੀਜ਼ ਕਿੰਨੀ ਕੁ ਸਹੀ ਆ? ਇਸ ਤੇ ਮੈਨੂੰ ਇੱਕ ਐਗਜ਼ਾਮਪਲ ਯਾਦ ਆਉਂਦੀ ਹੈ। ਮੇਰੀ ਇੱਕ ਆਨਲਾਈਨ ਸਟੂਡੈਂਟ ਸੀਗੀ, ਉਹਨੇ ਮੈਨੂੰ ਹੱਸ ਕੇ ਕਿਹਾ ਸੀਗਾ ਕਿ ਸਰ ਮੈਂ ਤਾਂ PhD ਕਰੀ ਹੋਈ ਹੈ, ਪਰ ਮੈਂ ਆਪਣੇ ਪੇਰੈਂਟਸ ਦੀ ਨਜ਼ਰ ਦੇ ਵਿੱਚ ਨਾ ਜਿਹੜੀ ਨਾਲ ਦੇ ਗੁਆਂਢ ਦੇ ਵਿੱਚ ਆਇਲਸ ਕਰਕੇ ਚਲੀ ਗਈ 12ਵੀਂ ਤੋਂ ਬਾਅਦ, ਉਸ ਤੋਂ ਨੀਚੇ ਹੈ। ਤਾਂ ਵੀ ਮੇਰੀ PhD ਕਮਾਈ ਹੋਈ ਵੀ ਨਾ ਤੁਸੀਂ ਕਹਿ ਲਓ ਕਿ ਕੋਈ ਵੈਲਿਊ ਦੀ ਨਹੀਂ ਰਹੀ। ਤਾਂ ਇਹ ਚੀਜ਼ ਹੈ ਕਿ ਤੁਸੀਂ ਕਹਿ ਲਓ ਕਿ ਪੇਰੈਂਟਸ ਕਈ ਵਾਰੀ ਪੁਸ਼ ਕਰਦੇ ਆ, ਈਵਨ ਤੱਕ ਕਿ ਸਪਾਊਸ ਪੁਸ਼ ਕਰਦੇ ਆ ਕਿ ਅਸੀਂ ਜਾਣਾ ਚਾਹੁੰਦੇ ਹਾਂ ਤਾਂ ਸਾਡਾ ਸਪਾਊਸ ਤਿਆਰੀ ਕਰੇ। ਤਾਂ ਇਸ ਤਰ੍ਹਾਂ ਦੇ ਪ੍ਰੈਸ਼ਰਸ ਹੈਗੇ ਨੇ ਸੋਸਾਇਟੀ ਦੇ ਵਿੱਚ। ਬੰਦਾ ਇੱਧਰ ਖੁਸ਼ ਹੁੰਦਾ ਹੈ ਤੇ ਉਹਨੂੰ ਜਿੰਨੀ ਕੁ ਲਾਈਫ ਚਾਹੀਦੀ ਹੁੰਦੀ ਹੈ ਉਨੀ ਕੁ ਮਿਲ ਵੀ ਰਹੀ ਹੁੰਦੀ ਹੈ, ਪਰ ਉਹ ਸੋਸਾਇਟੀ ਚਾਹੁੰਦੀ ਰਹਿੰਦੀ ਹੈ ਕਿ ਹੋਰ ਕੁਝ ਕਰੇ, ਹੋਰ ਵਧੇ, ਹੋਰ ਅੱਗੇ ਜਾਵੇ, ਤਾਂ ਉਹਨੂੰ ਪੁਸ਼ ਹੁੰਦੀ ਹੈ ਇੱਕ। ਇਹਦੇ ਵਿੱਚ ਬੰਦੇ ਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਉਹਦੀ ਖੁਦ ਦੀ ਇੰਟਰਸਟ ਅਗਰ ਨਹੀਂ ਹੈ ਤਾਂ ਉਹ ਐਕਸਪਲੇਨ ਕਰੇ ਬੈਠ ਕੇ ਕਿ ਮੈਨੂੰ ਕਿਉਂ ਇੱਧਰ ਦਾ ਠੀਕ ਲੱਗ ਰਿਹਾ ਹੈ, ਮੈਂ ਕਿਉਂ ਨਹੀਂ ਇੰਨਾ ਤੁਸੀਂ ਕਹਿ ਲਓ ਕਿ ਪ੍ਰੈਸ਼ਰ ਝੇਲਣਾ ਚਾਹੁੰਦਾ, ਜਾਂ ਫਿਰ ਮੈਂ ਇੱਧਰ ਮੇਰਾ ਕੀ ਪੈਸ਼ਨ ਹੈ, ਤੇ ਉਹ ਐਕਸਪਲੇਨ ਕਰ ਸਕਦਾ। ਇਸ ਤੋਂ ਇਲਾਵਾ ਤੁਸੀਂ ਕਹਿ ਲਓ ਕਿ ਪੇਰੈਂਟਸ ਜਾਂ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਬੱਚੇ ਨੂੰ ਇੱਧਰ ਹੀ ਕੋਈ ਪੈਸ਼ਨ ਮਿਲ ਜੇ ਤਾਂ ਇੱਧਰ ਵੀ ਉਹ ਸਕਸੈਸ ਲੈ ਸਕਦੇ ਆ। ਐ ਨਹੀਂ ਹੈਗਾ ਕਿ ਹੁਣ ਇੱਕ ਗੱਲ ਮੈਂ ਆਪਣੇ ਸਟੂਡੈਂਟਸ ਨੂੰ ਵੀ ਦੱਸਦਾ ਹੁੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬਿਲੀਅਨੇਅਰ ਦੀ ਜੇ ਗੱਲ ਕਰੀਏ ਤਾਂ ਇੰਡੀਆ 3 ਨੰਬਰ 'ਤੇ ਆਉਂਦਾ ਤੇ ਕੈਨੇਡਾ 7ਵੇਂ ਨੰਬਰ 'ਤੇ। ਤਾਂ ਕਮਾਈ ਤਾਂ ਇੰਡੀਆ ਦੇ ਵਿੱਚ ਵੀ ਜ਼ਿਆਦਾ ਹੈਗੀ ਹੈ, ਪਰ ਤੁਸੀਂ ਕਹਿ ਲਓ ਕਿ ਕਈ ਚੀਜ਼ਾਂ ਹੈਗੀਆਂ ਕਿ ਸੋਸ਼ਲ ਇੱਕ ਟ੍ਰੈਂਡ ਬਣ ਰੱਖਿਆ, ਜਿਵੇਂ ਤੁਸੀਂ ਕਹਿੰਦੇ ਹੋ, ਉਸ ਦੇ ਕਾਰਨ ਬੰਦਿਆਂ 'ਤੇ ਇੰਨਾ ਪ੍ਰੈਸ਼ਰ ਹੈ ਕਿ ਉਹ ਕੈਲਕੂਲੇਟ ਨਹੀਂ ਕਰ ਪਾਉਂਦੇ ਕਿ ਕਿਆ ਫੈਕਟਰਸ ਧਿਆਨ 'ਚ ਰੱਖਣੇ ਆ। ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇਨ ਜੌਬ ਦੀ ਕੋਈ ਗਰੋਥ ਨਹੀਂ ਆ, ਜਾਂ ਉੱਥੇ ਇੰਪਲੋਇਮੈਂਟ ਇੰਨੀ ਜ਼ਿਆਦਾ ਨਹੀਂ ਹੈਗੀ। ਤੁਸੀਂ ਵੀ ਬਹੁਤ ਚੰਗਾ ਬਿਜ਼ਨਸ ਕਰ ਰਹੇ ਹੋ ਤੇ ਤੁਸੀਂ ਵੀ ਹੁਣ ਬਾਹਰ ਜਾ ਰਹੇ ਹੋ ਨਾ। ਬਹੁਤ ਸਾਰੇ ਹੋਰ ਵੀ ਆਲੇ ਦੁਆਲੇ ਆਪਾਂ ਲੋਕ ਦੇਖਦੇ ਹਾਂ ਜਿਨ੍ਹਾਂ ਦੇ ਬਹੁਤ ਤਕੜੇ ਘਰ ਨੇ, ਜਾਂ ਬਹੁਤ ਚੰਗੀਆਂ ਪ੍ਰੋਪਰਟੀਜ਼ ਉਹਨਾਂ ਕੋਲ ਹੈਗੀਆਂ, ਜਾਂ ਕਈ ਮੈਂ ਇੱਦਾਂ ਦੇ ਵੀ ਲੋਕ ਜਾਣਦੇ ਵੀ ਇੱਧਰ ਬਹੁਤ ਵਧੀਆ ਯੂਨੀਵਰਸਿਟੀ ਦੇ ਵਿੱਚੋਂ ਪ੍ਰੋਫੈਸਰ ਸੀਗੇ ਤੇ ਉਹ ਛੱਡ ਕੇ ਸਾਰਾ ਕੁਝ ਉਹ ਬਾਹਰ ਚਲੇ ਗਏ। ਚਲੋ ਜਿਨ੍ਹਾਂ ਨੂੰ ਤਾਂ ਇਹ ਲੱਗਦਾ ਕਿ ਸਾਡੇ ਕੋਲੇ ਆਪਸ਼ਨ ਨਹੀਂ ਹੈਗੀ ਇੱਧਰ ਜੌਬ ਦੀ ਕੋਈ, ਜਾਂ ਮੇਰੇ ਕੋਲੇ ਇਨਕਮ ਦਾ ਸੋਰਸ ਇੱਧਰ ਉਹ ਨਹੀਂ ਆ, ਜਾਂ ਮੈਂ ਇੱਧਰ ਰਹਿ ਕੇ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਮੈਂ ਬਾਹਰ ਕਰ ਸਕਦਾ ਹਾਂ, ਹੈ ਨਾ। ਤਾਂ ਬਹੁਤ ਜਿਹੜੇ ਚੰਗੇ ਲੋਕ ਪੜ੍ਹੇ ਲਿਖੇ ਨੇ, ਫਾਈਨੈਂਸ਼ਲੀ ਵਧੀਆ ਨੇ, ਸਕਸੈਸਫੁਲ ਨੇਗੇ, ਉਹ ਬਾਹਰ ਕਿਉਂ ਜਾ ਰਹੇ ਨੇ? ਇਹਦੇ ਵਿੱਚ ਸਭ ਤੋਂ ਜਿਹੜਾ ਕਾਮਨ ਐਕਸਕਿਊਜ਼ ਹੈ ਉਹ ਬੱਚਿਆਂ ਦਾ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਸੇਫ ਕਰਨ ਜਾ ਰਹੇ ਹਾਂ। ਜਦ ਕਿ ਆਪਾਂ ਨੂੰ ਇਹ ਚਾਹੀਦਾ ਹੈ ਕਿ ਬੱਚਿਆਂ ਨੂੰ ਵੀ ਅਗਰ ਥੋੜ੍ਹੀ ਸਟਰਗਲ ਮਿਲੇਗੀ ਤਾਂ ਉਹ ਜ਼ਿਆਦਾ ਬੈਟਰ ਬਣਨਗੇ। ਜੇ ਉਹਨਾਂ ਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਏਗਾ ਤਾਂ ਉਹ ਵਿਗੜਨ ਦੇ ਜ਼ਿਆਦਾ ਚਾਂਸਿਸ ਨੇ। ਬਟ ਇਸ ਤੋਂ ਇਲਾਵਾ ਜਿਹੜੇ ਕਾਫੀ ਫੈਕਟਰਸ ਅਸੀਂ ਧਿਆਨ 'ਚ ਰੱਖਦੇ ਹਾਂ, ਜਿਵੇਂ ਮੇਰਾ ਪਰਸਨਲ ਫੈਕਟਰ ਹੈਗਾ ਕਿ ਮੈਨੂੰ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਲੀਗਲ ਸਿਸਟਮ ਦੇ ਵਿੱਚ ਐਵੇਂ ਲੱਗਿਆ ਕਿ ਜਲਦੀ ਫੈਸਲੇ ਨਹੀਂ ਹੁੰਦੇ, ਅਤੇ ਇੱਧਰ ਅਗਰ ਕਿਸੇ ਕੇਸ 'ਚ ਤੁਸੀਂ ਫਸ ਜਾਓ ਤਾਂ ਜੋ ਪੈਸੇ ਵਾਲਾ ਹੈ ਉਹਦੀ ਥੋੜ੍ਹੀ ਜ਼ਿਆਦਾ ਚੱਲਦੀ ਹੈ। ਤਾਂ ਮਤਲਬ ਮੈਨੂੰ ਥੋੜ੍ਹਾ ਜਿਹਾ ਉੱਥੇ ਜਸਟਿਸ ਅਤੇ ਬੰਦੇ ਨੂੰ ਬੰਦਾ ਸਮਝਣਾ, ਉਹ ਵਾਲੀ ਚੀਜ਼ ਦਾ ਜ਼ਿਆਦਾ ਫੈਕਟਰ ਹੈ। ਇਸ ਤੋਂ ਇਲਾਵਾ ਤੁਸੀਂ ਕਹਿ ਲਓ ਕਿ ਅਗਰ ਖਾਣੇ 'ਚ ਮਿਲਾਵਟ ਇੱਧਰ ਹੈਗੀ ਹੈ ਤਾਂ ਉੱਧਰ ਚੈੱਕ ਵਧੀਆ ਹੈਗੇ ਨੇ, ਉਹ ਪ੍ਰੋਪਰ ਚੈੱਕ ਕਰਦੇ ਨੇ, ਕੰਪਨੀ ਸਿਊ ਵੀ ਹੋ ਜਾਂਦੀ ਹੈ ਅਗਰ ਇਹੋ ਜਿਹਾ ਕੁਝ ਕਰਨ। ਜਿਵੇਂ ਆਪਣੇ ਕਹਿ ਰਹੇ ਸੀਗੇ ਕਿ ਮੈਗੀ ਦੇ ਵਿੱਚ ਲੈਡ ਮਿਲੀ, ਬਟ ਉਸ ਤੋਂ ਬਾਅਦ ਉਹ ਗੱਲ ਖਤਮ ਹੋ ਗਈ। ਤਾਂ ਬਾਹਰ ਇਹੋ ਜਿਹੀਆਂ ਚੀਜ਼ਾਂ ਨਹੀਂ ਹੈਗੀਆਂ। ਇਸ ਤੋਂ ਹਵਾ ਪਾਣੀ ਸਾਫ਼ ਸੁਥਰਾ ਹੈ, ਬੰਦੇ ਦੀ ਕਹਿੰਦੇ ਉਮਰ ਵੱਧ ਜਾਂਦੀ ਹੈ ਉੱਧਰ ਜਾ ਕੇ। ਤਾਂ ਪਤਾ ਨਹੀਂ ਇਹੋ ਜਿਹੀਆਂ ਗੱਲਾਂ ਕਿੰਨੀਆਂ ਕੁ ਸਹੀ ਨੇ, ਪਰ ਜੋ ਮੇਰੇ ਲਈ ਸਭ ਤੋਂ ਵਧੀਆ ਫੈਕਟਰ ਹੈਗਾ ਉਹ ਹੈਗਾ ਕਿ ਜੋ ਇਨਸਾਨ ਨੂੰ ਹਰੇਕ ਨੂੰ ਇਕੁਐਲਿਟੀ ਨਾਲ ਟਰੀਟ ਕੀਤਾ ਜਾਂਦਾ ਅਤੇ ਲਾਅ ਸਭ ਦੇ ਲਈ ਸੇਮ ਹੋਣਾ। ਬਿਲਕੁਲ। ਅਤੇ ਲਾਸਟ 'ਤੇ ਮੈਂ ਇੱਕ ਗੱਲ ਦੁਬਾਰਾ ਕਰਨਾ ਚਾਹੂੰਗੀ ਕਿ ਜਿਵੇਂ ਚਲੋ ਆਇਲਸ ਦੇ 4 ਮੋਡਿਊਲ ਨੇ, ਉਹਨਾਂ ਦੀ ਤਿਆਰੀ ਤੁਸੀਂ ਕਰਾਉਂਦੇ ਹੋ, ਪਰ ਇਸ ਤੋਂ ਇਲਾਵਾ ਤੁਸੀਂ ਕਹਿੰਦੇ ਹੋ ਕਿ ਤੁਸੀਂ ਬੱਚਿਆਂ ਨੂੰ ਸਟ੍ਰੈਸ ਮੈਨੇਜਮੈਂਟ ਵੀ ਸਿਖਾਉਂਦੇ ਹੋ, ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ ਕਿ ਪੇਪਰ ਦੌਰਾਨ ਉਹਨਾਂ ਨੇ ਸ਼ਾਂਤ ਕਿਵੇਂ ਰਹਿਣਾ ਆ, ਐਂਗਜ਼ਾਇਟੀ ਕਿੱਦਾਂ ਘੱਟ ਹੋ ਸਕਦੀ ਹੈ ਉਹਨਾਂ ਦੀ। ਇਹਨਾਂ ਚੀਜ਼ਾਂ 'ਤੇ ਕੰਮ ਕਰਨਾ ਕਿਉਂ ਜ਼ਰੂਰੀ ਹੈ ਅਤੇ ਇਹਦੇ ਨਾਲ ਸਕੋਰ ਵੀ ਇਫੈਕਟ ਹੁੰਦਾ ਆ? ਦੇਖੋ, ਆਇਲਸ ਦੇ ਐਗਜ਼ਾਮ ਦੇ ਵਿੱਚ 2 ਚੀਜ਼ਾਂ ਕੰਮ ਆਉਂਦੀਆਂ। ਇੱਕ ਹੈਗੀ ਹੈ ਕਿ ਤੁਹਾਡੀ ਨੌਲੇਜ, ਅਤੇ ਦੂਸਰਾ ਉਸ ਨੌਲੇਜ ਨੂੰ ਅਪਲਾਈ ਕਰਦੇ ਹੋਏ ਤੁਹਾਡਾ ਮਾਈਂਡ ਸੈੱਟ। ਜੇ ਤੁਹਾਨੂੰ ਨੌਲੇਜ ਹੈਗੀ ਹੈ ਬਟ ਤੁਸੀਂ ਉਹਨੂੰ ਅਪਲਾਈ ਨਹੀਂ ਕਰ ਪਾਏ ਤਾਂ
ਐਗਜ਼ਾਮੀਨਰ ਨੂੰ ਤਾਂ ਤੁਹਾਡੀ ਜਿਹੜੀ ਇੰਪਲੀਮੈਂਟ ਕੀਤੀ ਹੋਈ ਚੀਜ਼ ਹੈ ਉਸ ਤੋਂ ਹੀ ਪਤਾ ਲੱਗੂਗਾ ਨਾ ਕਿ ਤੁਹਾਨੂੰ ਕਿੰਨਾ ਆਉਂਦਾ ਸੀਗਾ। ਤੇ ਜੇ ਤੁਸੀਂ ਅਪਲਾਈ ਹੀ ਕਰੀ ਗਏ ਬਟ ਤੁਹਾਨੂੰ ਆਉਂਦਾ ਪਿੱਛੇ ਕੁਝ ਨਹੀਂ ਹੈਗਾ ਤਾਂ ਉਹ ਵੀ ਸਹੀ ਨਹੀਂ ਹੈਗਾ। ਸੋ ਇਸ ਲਈ ਤਾਂ ਕਿ ਸਟੂਡੈਂਟ ਸਾਡਾ ਅਪਲਾਈ ਕਰ ਸਕੇ ਉੱਥੇ ਜਾ ਕੇ, ਜਦੋਂ ਉਹ ਐਗਜ਼ਾਮ ਹਾਲ 'ਚ ਜਾਂਦਾ ਹੈ 500 ਬੱਚਿਆਂ ਨੂੰ ਦੇਖਦਾ ਹੈ ਜਾਂ ਫਿਰ ਉੱਥੇ 1.5 ਘੰਟਾ ਵੇਟ ਕਰਦਾ ਹੈ ਤਾਂ ਉਹ ਸਾਰੇ ਪ੍ਰੈਸ਼ਰ ਨੂੰ ਝੇਲ ਸਕੇ। ਤੇ ਜਦੋਂ ਉਹਨੂੰ ਇਹ ਡਰ ਹੁੰਦਾ ਕਿ ਇੰਨੇ ਪੈਸੇ ਮੇਰੇ ਲੱਗੇ ਹੋਏ ਨੇ, ਇੰਨੇ ਮੇਰੇ ਪੇਰੈਂਟਸ ਦੀ ਹੋਪ ਹੈਗੀ ਹੈ, ਤਾਂ ਇਹ ਐਗਜ਼ਾਮ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਵਾਲਾ ਐਗਜ਼ਾਮ ਵੀ ਹੈਗਾ। ਤਾਂ ਇੱਥੇ ਜ਼ਰੂਰੀ ਹੈ ਕਿ ਇੱਕ ਸਟੂਡੈਂਟ ਆਪਣੇ ਸਿਲੇਬਸ ਬਣਾ ਕੇ ਇਹਨੂੰ ਮਤਲਬ ਜ਼ਿਆਦਾ ਚੀਜ਼ਾਂ ਵੀ ਨਾ ਚੱਕ ਕੇ, ਜਿੰਨੀਆਂ ਦੀ ਲੋੜ ਹੈ ਉਨੀਆਂ ਚੱਕ ਕੇ ਇੱਕ ਟਾਈਮ ਮੈਨੇਜਮੈਂਟ ਵੀ ਸਿੱਖੇ ਤੇ ਉਸ ਤੋਂ ਬਾਅਦ ਆਪਣੇ ਮਾਈਂਡ ਨੂੰ ਕੰਟਰੋਲ ਰੱਖਣਾ ਵੀ ਸਿੱਖੇ ਪ੍ਰੈਸ਼ਰ ਦੇ ਵਿੱਚ। ਉਂਝ ਵੀ ਮੈਂ ਸੋਚਦਾ ਕਿ ਆਪਣੇ ਸਕੂਲਾਂ ਨੂੰ ਹੀ ਇਹ ਵੈਸੇ ਜ਼ਰੂਰੀ ਹੈ ਕਿ ਸਟੂਡੈਂਟਸ ਨੂੰ ਨਾ ਇੱਕ ਤਾਂ ਟਾਈਮ ਮੈਨੇਜਮੈਂਟ ਦੀ ਕਲਾਸ ਜ਼ਰੂਰ ਦਿੱਤੀ ਜਾਵੇ। ਬਿਲਕੁਲ, ਹਾਂ, ਤਾਂ ਕਿ ਉਹ ਲਾਈਫ ਦੇ ਵਿੱਚ ਅੱਗੇ ਜਾ ਕੇ ਇਹ ਨਾ ਕਹਿਣ ਕਿ ਅਸੀਂ ਬਹੁਤ ਬਿਜ਼ੀ ਹਾਂ, ਸਾਡੇ ਕੋਲ ਇਹਦੇ ਲਈ ਸਾਡੇ ਕੋਲ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੈਗਾ, ਸਾਡੇ ਕੋਲੇ ਤੁਸੀਂ ਕਹਿ ਲਓ ਕਿ ਫੈਮਿਲੀ ਨੂੰ ਦੇਖਣ ਦਾ ਟਾਈਮ ਨਹੀਂ ਹੈਗਾ। ਤਾਂ ਉਹ ਨਾ ਜਦੋਂ ਇੱਕ ਟਾਈਮ ਟੇਬਲ ਬਣਾਉਣਗੇ ਹਫਤੇ ਦਾ ਤੇ ਉਹਦੇ ਵਿੱਚ ਛੋਟੇ ਛੋਟੇ ਸਲੋਟਸ ਰੱਖਣਗੇ ਤੇ ਉਹਦੇ ਵਿੱਚ ਕੁਝ ਫ੍ਰੀ ਟਾਈਮ ਵੀ ਰੱਖਣਗੇ ਆਪਣੇ ਆਪ ਲਈ, ਤਾਂ ਉਹ ਇਹ ਚੀਜ਼ਾਂ ਕਰ ਸਕਣਗੇ। ਦੂਸਰੀ ਚੀਜ਼, ਸਟ੍ਰੈਸ ਮੈਨੇਜਮੈਂਟ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਕਿਉਂਕਿ ਮੋਬਾਈਲ ਫੋਨਸ ਨੇ ਇੰਨਾ ਕੁ ਕੰਮ ਤੁਸੀਂ ਕਹਿ ਲਓ ਸਟ੍ਰੈਸਫੁਲ ਕਰਤਾ ਹਰੇਕ ਦਾ। ਜਦੋਂ ਬੰਦਾ ਵਿਹਲਾ ਹੁੰਦਾ ਉਸ 'ਤੇ ਕੁਝ ਦੇਖਣ ਲੱਗ ਜਾਂਦਾ, ਉਹ ਐਕਚੁਅਲੀ ਇੰਜੋਇਮੈਂਟ ਨਹੀਂ ਹੈ, ਉਹ ਹੋਰ ਇਨਫੋਰਮੇਸ਼ਨ ਹੈ ਜਿਹੜੀ ਕਿ ਤੁਹਾਡੇ ਦਿਮਾਗ ਦੇ ਵਿੱਚ ਐਂਟਰ ਕਰ ਰਹੀ ਹੈ ਤੇ ਤੁਹਾਨੂੰ ਹੋਰ ਸਟ੍ਰੈਸਫੁਲ ਕਰ ਰਹੀ ਹੈ। ਤਾਂ ਸਟ੍ਰੈਸ ਮੈਨੇਜਮੈਂਟ ਦੀ ਵੀ ਲੋੜ ਹੈਗੀ ਹੈ। ਤੇ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਜ਼ਰੂਰਤ ਹੈਗੀ ਹੈ ਉਹ ਹੈਗੀ ਹੈ ਫਾਈਨੈਂਸ਼ੀਅਲ ਲਿਟਰੇਸੀ ਦੀ। ਬੱਚੇ ਨੂੰ ਰਿਸਕ ਟੇਕਿੰਗ ਬਣਾਉਣਾ ਚਾਹੀਦਾ ਹੈ। ਉਹਨੂੰ ਕੁਝ ਪੈਸੇ ਦੇ ਕੇ ਉਹਨੂੰ ਕਿਹਾ ਜਾਣਾ ਚਾਹੀਦਾ ਵੀ ਤੂੰ ਇਹਨੂੰ ਡਬਲ ਕਰਕੇ ਦਿਖਾ ਜਾਂ ਫਿਰ ਤੂੰ ਇਸ ਦੇ ਸੈਲ ਐਂਡ ਮੇਕ ਕਰਕੇ ਦਿਖਾ। ਜਿਵੇਂ ਐਗਜ਼ੀਬਿਸ਼ਨਸ ਲੱਗਦੀਆਂ ਕਿ ਤੁਸੀਂ ਕੁਝ ਚੀਜ਼ਾਂ ਬਣਾ ਕੇ ਉਹਨੂੰ ਵੇਚ ਕੇ ਦੇਖੋ ਕਿ ਇਹ ਚੀਜ਼ਾਂ ਫੋਰਨ ਕੰਟਰੀਜ਼ 'ਚ ਹੈਗੀਆਂ। ਹਾਂਜੀ, ਤਾਂ ਜੇ ਇਹ ਚੀਜ਼ਾਂ ਹੋਣਗੀਆਂ ਤਾਂ ਆਪਣਾ ਇੰਡੀਆ ਵੀ ਤੁਸੀਂ ਕਹਿ ਲਓ ਕਿ ਕਿਤੇ ਪਿੱਛੇ ਨਹੀਂ ਹੈਗਾ। ਆਪਾਂ ਸਾਰੀਆਂ ਚੀਜ਼ਾਂ, ਆਪਣੇ ਕੋਲ ਜ਼ਿਆਦਾ ਮਿਹਨਤੀ ਲੋਕ ਨੇ ਤਾਂ ਆਪਾਂ ਜ਼ਿਆਦਾ ਅੱਗੇ ਸਕਸੈਸ ਕਰ ਸਕਦੇ ਹਾਂ। ਤਾਂ ਮੈਨੂੰ ਇਹ ਲੱਗਦਾ ਕਿ ਫਾਈਨੈਂਸ਼ੀਅਲ ਲਿਟਰੇਸੀ, ਜਿਵੇਂ ਤੁਸੀਂ ਕਹਿ ਲਓ ਕਿ ਮੇਰੇ ਸਾਰੀ ਫੈਮਿਲੀ ਕੋਈ ਬਿਜ਼ਨਸ ਬੈਕਗਰਾਊਂਡ ਤੋਂ ਨਹੀਂ ਸੀਗਾ, ਤਾਂ ਜਦੋਂ ਮੈਨੂੰ ਸਟੈਪ ਲੈਣਾ ਸੀਗਾ, ਚਾਹੇ ਮੈਂ ਉਦੋਂ ਸਾਈਡ ਹਸਲ ਕਰਦੇ ਹੋਏ ਤੁਸੀਂ ਕਹਿ ਲਓ ਕਿ ਪਾਰਟ ਟਾਈਮ ਦੇ ਵਿੱਚ ਥੋੜ੍ਹਾ ਮੋਟਾ ਪੜ੍ਹਾ ਵੀ ਚੁੱਕਿਆ ਸੀਗਾ, ਪਰ ਫਿਰ ਵੀ ਕਿਸੇ ਨੂੰ ਫੈਮਿਲੀ 'ਚ ਇੰਨਾ ਟਰਸਟ ਨਹੀਂ ਸੀਗਾ ਕਿ ਇਹ ਸਹੀ ਸਟੈਪ ਲੈਣ ਜਾ ਰਿਹਾ, ਆਪਣੀ 30,000 ਦੀ ਸੈਲਰੀ ਛੱਡ ਕੇ ਇੱਧਰ ਸਟੈਪ ਲੈ ਰਿਹਾ ਜਿਹੜਾ। ਤਾਂ ਮੈਂ ਜਿਹੜੀ 3.5 ਸਾਲਾਂ ਦੇ ਵਿੱਚ ਆਪਣੀ ਉਸੇ ਜੌਬ 'ਚੋਂ ਸੇਵਿੰਗ ਕੀਤੀ ਸੀਗੀ, ਉਹ ਮੇਰੇ 3.5-4 ਲੱਖ ਸੀਗੇ। ਤਾਂ ਉਹ ਮੈਂ ਸਾਰੇ ਦੇ ਸਾਰੇ ਤੁਸੀਂ ਕਹਿ ਲਓ ਕਿ ਇੰਸਟੀਚਿਊਟ 'ਚ ਲਗਾਏ ਸੀਗੇ ਕਿਉਂਕਿ ਮੈਂ ਕਾਫੀ ਕੁਝ YouTube ਵਗੈਰਾ ਤੋਂ ਸਿੱਖ ਚੁੱਕਿਆ ਸੀਗਾ। ਹੁਣ ਅੱਜ ਕੱਲ੍ਹ ਤੁਸੀਂ ਕਹਿ ਲਓ ਕਿ ਕੁਝ ਸਟੂਡੈਂਟ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਿੱਧਾ ਬਿਜ਼ਨਸ ਖੋਲ੍ਹਣਾ, ਬਟ ਲਾਈਫ 'ਚ ਅਜੇ ਸਟਰਗਲ ਕਰੀ ਨਹੀਂ ਹੁੰਦੀ। ਬਿਲਕੁਲ, ਤਾਂ ਉਹਦੇ ਲਈ ਵੀ ਇੱਕ ਡੈਨ ਲੌਕ ਨਾਮ ਦਾ YouTube ਦਾ ਵਧੀਆ ਚੈਨਲ ਹੈ ਜਿਹੜਾ ਕਿ ਸਿਖਾਉਂਦਾ ਹੈ ਕਿ ਤੁਸੀਂ ਪਹਿਲਾਂ 2 ਮਹੀਨੇ ਫ੍ਰੀ ਕੰਮ ਕਰਕੇ ਦੇਖੋ ਜਿਹਦੇ 'ਚ ਤੁਸੀਂ ਬਿਜ਼ਨਸ ਕਰਨਾ ਹੈ, ਕਿ ਜੇ ਤੁਹਾਨੂੰ ਪੈਸਾ ਨਾ ਆਵੇ ਤਾਂ ਵੀ ਤੁਸੀਂ ਉਹ ਕੰਮ ਇੰਜੋਏ ਕਰੋਗੇ ਕਿ ਨਹੀਂ। ਫਿਰ ਤੁਸੀਂ ਇੰਪਲੋਇਮੈਂਟ ਕਰਕੇ ਦੇਖੋ, ਫਿਰ ਤੁਸੀਂ ਫ੍ਰੀਲੈਂਸਿੰਗ ਕਰਕੇ ਦੇਖੋ, ਫਿਰ ਤੁਸੀਂ ਬਿਜ਼ਨਸ ਸਟਾਰਟ ਕਰੋ ਤੇ ਬਿਜ਼ਨਸ ਤੋਂ ਬਾਅਦ ਤੁਸੀਂ ਆਪਣੇ ਅੱਗੇ ਹੋਰ ਲੋਕਾਂ ਨੂੰ ਟ੍ਰੇਨ ਕਰੋ ਤੇ ਫਿਰ ਬ੍ਰਾਂਚਸ ਖੋਲੋ। ਅੱਜ ਕੱਲ੍ਹ ਜਿਹੜਾ ਸਟੂਡੈਂਟ ਹੈਗਾ ਉਹ ਪਹਿਲਾਂ ਹੀ ਸੋਚਦਾ ਕਿ ਮੈਂ ਤਾਂ ਸਵੀਗੀ ਦੇ ਨਾਲ ਦਾ ਕੁਝ ਖੜਾ ਕਰ ਦੇਣਾ 1 ਸਾਲ ਦੇ ਵਿੱਚ ਹੀ। ਤਾਂ ਉਹ ਜਿਹੜੀ ਕਿ ਸੋਚ ਹੈ ਨਾ ਉਹ ਸਕੂਲ ਟਾਈਮ ਤੋਂ ਸੈੱਟ ਕਰਨ ਵਾਲੀ ਹੈ। ਬਿਲਕੁਲ। ਤੇ ਤੁਸੀਂ ਇੱਕ ਬੱਚੇ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਜ ਤੁਹਾਡੇ ਸੈਂਟਰ 'ਚ ਕਿੰਨੇ ਬੱਚੇ ਪੜ੍ਹ ਰਹੇ ਨੇ ਇਸ ਟਾਈਮ? ਅੱਜ ਤੁਸੀਂ ਕਹਿ ਲਓ ਕਿ 100 ਦੇ ਕਰੀਬ ਸਟੂਡੈਂਟ ਹੈਗੇ ਨੇ। ਅੱਛਾ। ਤੇ ਇਹ ਤਾਂ ਤੁਸੀਂ ਕਹਿ ਲਓ ਕਿ ਅੱਗੇ ਜਿਵੇਂ ਮੰਥਸ ਆਉਣਗੇ ਉਸ ਦੇ ਵਿੱਚ ਇਨਕਰੀਜ਼ ਨੂੰ ਹੀ ਹੋਣ ਨੂੰ ਹੈ ਕਿਉਂਕਿ ਹਜੇ 12th ਦੇ ਰਿਜ਼ਲਟਸ ਜਿਵੇਂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਹੋਰ ਸਟੂਡੈਂਟਸ ਐਡ ਹੋ ਜਾਂਦੇ ਨੇ। ਬਟ ਇਸੇ ਕਾਰਨ ਤੁਸੀਂ ਇਹ ਵੀ ਦੇਖੋ ਕਿ ਕਾਫੀ ਸੈਂਟਰਸ ਦੇ ਵਿੱਚ ਹਜ਼ਾਰ ਸਟੂਡੈਂਟ ਵੀ ਹੈ। ਹਾਂਜੀ, ਹਾਂ। ਪਰ ਉਹਨਾਂ ਕੋਲੇ 100 ਤਾਂ ਮੈਂ ਇੱਕ ਕਲਾਸ 'ਚ ਸੁਣਿਆ ਹੋਇਆ। ਹਾਂਜੀ। ਤਾਂ ਜਿੱਥੇ 1000 ਸਟੂਡੈਂਟ ਹੈ ਉਹਨਾਂ ਦੇ ਕਈ ਵਾਰੀ ਮੈਂ ਮਹੀਨੇ ਦੇ ਵਿੱਚ 10 ਰਿਜ਼ਲਟ ਨਿਕਲਦੇ ਵੀ ਨਹੀਂ ਦੇਖਦਾ, ਜਿਹੜੀ ਕਿ ਇੱਕ ਸੋਚਣ ਵਾਲੀ ਚੀਜ਼ ਹੁੰਦੀ ਹੈ। ਸਟੂਡੈਂਟਸ ਉੱਥੇ ਨਾਮ, ਬ੍ਰਾਂਡਿੰਗ ਸਾਰੇ ਕਿਤੇ ਜਿਹੜੀਆਂ ਰੋਡਾਂ 'ਤੇ ਤੁਸੀਂ ਕਹਿ ਲਓ ਕਿ ਉਹਨਾਂ ਦੇ ਬੋਰਡ ਲੱਗੇ ਹੁੰਦੇ ਨੇ ਜਾਂ ਹੋਰ ਤਰ੍ਹਾਂ ਐਡ ਹੋਈ ਹੁੰਦੀ ਹੈ, ਉਹਨੂੰ ਦੇਖ ਕੇ ਚੱਲ ਤਾਂ ਜਾਂਦੇ ਨੇ। ਬਿਲਕੁਲ। ਬਟ ਜਿਹੜੀ ਮੇਨ ਚੀਜ਼ ਉਹਨਾਂ ਨੂੰ ਚਾਹੀਦੀ ਹੈ, ਜਿਹਦੇ ਲਈ ਪੈਸੇ ਦੇ ਰਹੇ ਆ, ਉਹ ਹੈਗਾ ਰਿਜ਼ਲਟ। ਤੇ ਜਦੋਂ ਤੁਸੀਂ ਕਹਿ ਲਓ ਕਿ 1000 ਚੋਂ 10 ਜਾਂ 20 ਵਧੀਆ ਰਿਜ਼ਲਟ ਵੀ ਨਹੀਂ ਹੈਗੇ ਜਾਂ ਫਿਰ ਰੀਡਿੰਗ ਲਿਸਨਿੰਗ 'ਚ ਰਿਜ਼ਲਟ ਆ ਰਿਹਾ, ਰਾਈਟਿੰਗ ਸਪੀਕਿੰਗ 'ਚ ਰਿਜ਼ਲਟ ਨਹੀਂ ਹੈਗਾ, ਉੱਥੇ ਥੋੜ੍ਹਾ ਰੀਥਿੰਕ ਕਰਨ ਦੀ ਲੋੜ ਹੈਗੀ ਹੈ ਕਿਉਂਕਿ ਅਸੀਂ ਪਿਛਲੇ 3 ਸਾਲਾਂ 'ਚ 1000 ਤੋਂ ਵੱਧ ਸਟੂਡੈਂਟ ਸਕਸੈਸਫੁਲ ਵੀ ਕੱਢ ਚੁੱਕੇ ਹਾਂ। ਅੱਛਾ। ਤੇ ਤੁਸੀਂ ਆਨਲਾਈਨ ਕਲਾਸਿਸ ਵੀ ਦਿੰਦੇ ਹੋ ਫ੍ਰੀ ਆਫ ਕਾਸਟ? ਮੈਂ ਚਾਹੁੰਦੀ ਹਾਂ ਕਿ ਅਗਰ ਕੋਈ ਤੁਹਾਡੇ ਕੋਲ ਪਟਿਆਲਾ ਤੁਹਾਡਾ ਇੰਸਟੀਟਿਊਟ ਜੁਆਇਨ ਨਹੀਂ ਕਰ ਸਕਦਾ ਤਾਂ ਤੁਹਾਨੂੰ YouTube ਤੇ ਆਨਲਾਈਨ ਕਲਾਸਿਸ ਜੁਆਇਨ ਕਰਕੇ ਉਹ ਕੁਛ ਨਾ ਕੁਛ ਸਿੱਖ ਸਕਦੇ ਨੇਗੇ। ਇਸ ਸਾਲ ਦੀ ਜਦੋਂ ਸਟਾਰਟਿੰਗ ਸੀਗੀ ਉਦੋਂ ਮੈਂ ਆਪਣਾ ਨਾ ਦੁਬਾਰ ਤੋਂ ਤੁਸੀਂ ਕਹ ਲਓ ਕਿ ਵੈਸੇ ਮੈਨੂੰ ਮੂਵੀਜ਼ ਦੇਖਣ ਦਾ ਇੰਨਾ ਟਾਈਮ ਮਿਲਦਾ ਨਹੀਂ ਹੈ, ਬਟ ਉਹ ਰਿਤਿਕ ਰੋਸ਼ਨ ਦੀ ਇੱਕ ਹੈਗੀ ਹੈ ਸੁਪਰ 30 ਸ਼ਾਇਦ। ਹਾਂਜੀ, ਸੁਪਰ 30।
ਤੇ ਉਹਦੇ ਵਿੱਚ ਨਾ ਮੈਨੂੰ ਇੱਕ ਟਾਈਮ ਤੇ ਡਾਇਲੌਗ ਬਹੁਤ ਹਿੱਟ ਕਰ ਗਿਆ ਕਿ ਉਹ ਰਿਕਸ਼ੇ 'ਚ ਬੈਠ ਕੇ ਜਾ ਰਿਹਾ ਹੁੰਦਾ ਹੈ ਤੇ ਰਿਕਸ਼ੇ ਵਾਲਾ ਕਹਿੰਦਾ ਹੈ ਕਿ ਰਾਜਾ ਦਾ ਬੇਟਾ ਹੀ ਰਾਜਾ ਬਣੇਗਾ। ਤੇ ਉਸ ਕਾਰਨ ਰਿਤਿਕ ਰੋਸ਼ਨ ਜਿਹੜਾ ਹੈਗਾ ਉਹ ਫ੍ਰੀ ਕਲਾਸਿਸ ਦੇਣੀਆਂ ਸ਼ੁਰੂ ਕਰ ਦਿੰਦਾ ਹੈ। ਅੱਛਾ ਜੀ। ਤਾਂ ਮੈਨੂੰ ਵੀ ਆਪਣੀ ਗੱਲ ਯਾਦ ਆਉਂਦੀ ਹੈ ਕਿ ਜਦੋਂ ਮੈਂ ਸਟਾਰਟ ਕੀਤਾ ਸੀਗਾ ਇੰਨਾ ਕੋਈ ਸਕਸੈਸ ਵੀ ਨਹੀਂ ਸੀਗਾ ਤੇ ਮੈਂ ਇਹਨੂੰ ਇਨਕਮ ਕਮਾਉਣ ਦੇ ਜ਼ਰੀਏ ਦੇ ਤੋਂ ਸ਼ੁਰੂ ਵੀ ਨਹੀਂ ਕੀਤਾ ਸੀਗਾ। ਤਾਂ ਫਿਰ ਮੈਂ ਉਦੋਂ ਆਪਣਾ ਨਿਊ ਈਅਰ ਰੈਜ਼ੋਲੂਸ਼ਨ ਲਿਆ ਸੀਗਾ ਕਿ ਮੈਂ ਫ੍ਰੀ ਕਲਾਸਿਸ ਸੇਮ ਟੂ ਸੇਮ ਜਿਹੜੀਆਂ ਮੈਂ ਲੈਕਚਰਸ ਦਿੰਨੇ ਉਹ ਮੇਰੇ ਆਨਲਾਈਨ ਵੀ ਹੋਣਗੇ। ਉਹਦੇ ਲਈ ਤੁਸੀਂ ਕਹਿ ਲਓ ਕਿ ਸਾਡਾ ਇੰਸਟਾਗ੍ਰਾਮ ਤੇ ਪੇਜ ਵੀ ਹੈਗਾ ਜਿੱਤੇ ਟਾਈਮ ਟੇਬਲ ਦਿੱਤਾ ਹੋਇਆ ਕਿ ਕਦੋਂ ਕਿਹੜੀ ਕਲਾਸ ਆਉਂਦੀ, ਅਸੀਂ ਸਟੋਰੀ ਪਾਉਂਦੇ ਰਹਿੰਦੇ। ਅੱਛਾ। ਤੇ ਉਹਦੇ ਤੇ 1.5 2 ਘੰਟੇ ਦੀਆਂ ਕਲਾਸਿਸ ਹੁੰਦੀਆਂ ਜਿਹੜੀਆਂ ਕਿ ਮੈਂ ਲਾਈਵ ਦਿੰਦਾ, ਸੇਮ ਮੈਂ ਆਪਣੇ ਪੇਡ ਸਟੂਡੈਂਟਸ ਨੂੰ ਵੀ ਦਿੰਦਾ, ਸੇਮ ਮੈਂ ਉੱਥੇ ਫ੍ਰੀ ਵੀ ਦਿੰਦਾ। ਤੇ ਕਾਫੀ ਫ੍ਰੀ ਵਾਲੇ ਮੈਨੂੰ ਮੈਸੇਜ ਵੀ ਆਏ ਨੇ ਕਿ ਸਟੂਡੈਂਟਸ ਕਹਿੰਦੇ ਅਸੀਂ ਤੁਹਾਡੀਆਂ ਜਿਹੜੇ ਫ੍ਰੀ ਸੈਸ਼ਨ ਸੀਗੇ ਉਹਨਾਂ ਨੂੰ ਦੇਖ ਕੇ ਉਹ ਇੰਪਰੂਵ ਕਰ ਲਿਆ ਜਿਹੜਾ ਸਾਡੇ ਇੰਸਟੀਚਿਊਟ 'ਚ ਨਹੀਂ ਹੋ ਰਿਹਾ ਸੀਗਾ ਤੇ ਸਾਡਾ ਰਿਜ਼ਲਟ ਆ ਗਿਆ। ਪਰ ਇਹਦਾ ਤੁਹਾਨੂੰ ਨੁਕਸਾਨ ਨਹੀਂ ਹੈ ਇੱਦਾਂ ਦਾ ਬੱਚੇ ਤੁਹਾਡੀਆਂ ਮਤਲਬ ਆਨਲਾਈਨ ਕਲਾਸਿਸ ਹੀ ਅਟੈਂਡ ਕਰਨਗੇ, ਤੁਹਾਡੇ ਕੋਲੇ ਐਡਮਿਸ਼ਨ ਨਹੀਂ ਲੈਣਗੇ? ਮੇਰੇ ਬਹੁਤ ਸਟਾਫ ਮੈਂਬਰਸ ਨੂੰ ਪਹਿਲਾਂ ਇਹ ਚਿੰਤਾ ਹੋ ਗਈ ਸੀਗੀ ਵੀ ਸਰ ਤੁਸੀਂ ਤਾਂ ਜੌਬਸ ਖਤਮ ਕਰ ਦੋਗੇ ਸਾਡੀਆਂ ਤੇ ਵੀ ਜੇ ਸਾਰੇ ਸਟੂਡੈਂਟਸ ਇੱਥੇ ਆਣਾ ਹੀ ਬੰਦ ਕਰ ਗਏ ਤੇ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਤਾਂ ਆਨਲਾਈਨ ਮਿਲ ਰਿਹਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਇੰਟੈਲੀਜੈਂਟ ਸਟੂਡੈਂਟ ਹੈ ਮਤਲਬ ਕਿ ਤੁਸੀਂ ਕਹ ਲਓ ਕਿ ਮਿਹਨਤੀ ਹੈ ਤਾਂ ਉਹਨੇ ਤਾਂ ਵੈਸੇ ਵੀ ਸ਼ਾਇਦ ਆਵੇ ਵੀ ਨਾ ਬਟ ਉਹਨੂੰ ਰਾਈਟ ਡਾਇਰੈਕਸ਼ਨ ਮਿਲ ਰਹੀ ਹੈ। ਜਿਹੜਾ ਕਿ ਕੋਈ ਬਹੁਤ ਤੁਸੀਂ ਕਹਿ ਲਓ ਕਿ ਫਸਿਆ ਹੋਇਆ ਹੈ ਨਹੀਂ ਵੀ ਆ ਸਕਦਾ ਉਹਨੂੰ ਵੀ ਇੱਕ ਰਸਤਾ ਮਿਲ ਰਿਹਾ ਹੈ, ਉਹਦਾ ਵੀ ਸ਼ਾਇਦ ਉੱਥੇ ਤੱਕ ਅਪਰੋਚ ਨਹੀਂ ਹੈਗੀ ਕਿ ਉੱਥੇ ਦੇ ਟੀਚਰਸ ਨਹੀਂ ਸਿਖਾ ਰਹੇ ਤਾਂ ਉਹਦਾ ਵੀ ਕੁਝ ਤੁਸੀਂ ਕਹਿ ਲਓ ਕਿ ਤਕਲੀਫਾਂ ਘਟ ਜਾਣਗੀਆਂ। ਬਟ ਜਿਹੜਾ ਸਟੂਡੈਂਟ ਆ ਸਕਦਾ ਹੈ ਉਹਨੂੰ ਇਹ ਪਤਾ ਹੈ ਕਿ ਇੱਥੇ ਟੀਚਰਸ ਨਾਲ ਬੈਠ ਕੇ ਵੀ ਚੈੱਕ ਕਰਦੇ ਆ ਜਾਂ ਸਪੀਕਿੰਗ ਵੀ ਦਿੰਦੇ ਆ ਜਾਂ ਫਿਰ ਇੱਕ ਹਿਊਮਨ ਇੰਟਰੈਕਸ਼ਨ ਵੀ ਹੈਗੀ ਹੈ। ਤੇ ਮੇਰੇ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਗਰੁੱਪ ਕਲਾਸਿਸ ਦੇ ਨਾਲ ਨਾਲ ਇੰਡੀਵਿਜੂਅਲ ਅਟੈਂਸ਼ਨ ਵੀ ਜ਼ਰੂਰੀ ਹੈ। ਤਾਂ ਜਿੰਨੇ ਕੁ ਸਟੂਡੈਂਟਸ ਨੇ ਆਉਣਾ ਉਨੇ ਕੁ ਤਾਂ ਆ ਹੀ ਜਾਣਗੇ। ਬਿਲਕੁਲ ਇਹ ਉਹ ਸਟੂਡੈਂਟਸ ਨੂੰ ਫਾਇਦਾ ਦੇ ਰਿਹਾ ਸਗੋਂ ਜਿਹੜੇ ਕਿ ਵੈਸੇ ਵੀ ਨਹੀਂ ਆ ਸਕਦੇ ਜਾਂ ਫਿਰ ਤੁਸੀਂ ਕਹਿ ਲਓ ਕਿ ਜਿਨ੍ਹਾਂ ਨੂੰ ਮਾੜੀ ਜੀ ਗਾਈਡੈਂਸ ਦੀ ਲੋੜ ਸੀਗੀ ਉਹ ਇਹਨਾਂ ਨੂੰ ਮਿਲ ਗਈ। ਤਾਂ ਉਸ ਤਰ੍ਹਾਂ ਦੀ ਚੀਜ਼ ਮੈਂ ਚਾਹੁੰਦੀ ਹਾਂ ਕਿ ਆਪਣੇ ਇੰਸਟੀਚਿਊਟ ਦਾ ਨਾਮ ਵੀ ਤੁਸੀਂ ਦੱਸ ਦੇਵੋ ਤੇ ਆਪਣਾ YouTube ਦਾ ਜਿਹੜਾ ਚੈਨਲ ਆ ਉਹ ਵੀ ਤੁਸੀਂ ਦੱਸ ਦਿਓ ਤਾਂ ਕਿ ਲੋਕ ਤੁਹਾਨੂੰ ਦੇਖ ਸਕਣ। ਦੋਨਾਂ ਦਾ ਨਾਮ ਸੇਮ ਹੀ ਹੈ ਜੀ, ਉਹਦਾ ਨਾਮ C2 IELTS ਹੈ। C ਅਲਫਾਬੈਟ 'ਚ ਹੈ, 2 ਨੂਮੈਰਿਕ 'ਚ ਹੈ। ਤੇ ਇਹ ਨਾਮ ਜਿਹੜਾ ਤੁਸੀਂ ਕਹਿ ਲਓ ਕਿ ਇਹ ਲੈਂਗੁਏਜ ਦੇ ਲੈਵਲਸ ਹੁੰਦੇ ਨੇ A1 A2 B1 B2 C1 C2। ਉੱਥੇ ਲੈਂਗੁਏਜ ਦੇ ਹਾਈਐਸਟ ਲੈਵਲ ਨੂੰ C2 ਕਹਿੰਦੇ ਆ। ਤਾਂ ਮੈਂ ਕੁਝ ਇਹੋ ਜਿਹਾ ਹੀ ਨਾਮ ਰੱਖਣਾ ਚਾਹੁੰਦਾ ਸੀਗਾ ਵੀ ਇੱਥੇ ਸਭ ਤੋਂ ਜ਼ਿਆਦਾ ਫੋਕਸ ਹੋਏਗਾ ਜਾਂ ਸਭ ਤੋਂ ਹਾਇਰ ਲੈਵਲ ਦੀ ਲੈਂਗੁਏਜ ਸਿਖਾਈ ਜਾਏਗੀ ਤਾਂ ਮੈਂ C2 IELTS ਨਾਮ ਰੱਖਿਆ ਜੀ। ਸੋ ਬਹੁਤ ਸ਼ੁਕਰੀਆ ਕਿ ਤੁਸੀਂ ਸਮਾਂ ਕੱਢਿਆ ਸਾਡੇ ਲਈ। ਤੁਹਾਡੀਆਂ ਕਲਾਸਿਸ ਹੁੰਦੀਆਂ ਨੇ ਇਸ ਵੇਲੇ ਪਰ ਬਾਵਜੂਦ ਤੁਸੀਂ ਇੰਟਰਵਿਊ ਦੇ ਵਿੱਚ ਆਏ, ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ। ਤੁਹਾਡੇ ਨਾਲ ਗੱਲਬਾਤ ਕਰਨ ਦੇ ਅੱਜ ਦੋ ਹੀ ਮਕਸਦ ਸੀਗੇ ਕਿ ਇੱਕ ਤਾਂ ਤੁਹਾਡੀ ਲਾਈਫ ਜਰਨੀ ਜੋ ਆਪਣੀ ਰਹੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ 'ਚ ਮਿਥੀਆਂ ਪਰ ਉਹ ਸੰਭਵ ਨਹੀਂ ਹੋਈਆਂ ਪਰ ਬਾਵਜੂਦ ਇਹਦੇ ਤੁਸੀਂ ਰੁਕੇ ਨਹੀਂ, ਨਵੇਂ ਰਾਹ ਲੱਭੇ, ਨਵੇਂ ਰਾਹ ਲੱਭ ਕੇ ਉਹਨਾਂ 'ਤੇ ਤੁਰੇ ਅਤੇ ਉਹਦੇ ਵਿੱਚ ਤੁਸੀਂ ਸਕਸੈਸਫੁਲ ਹੋਏ। ਅਤੇ ਦੂਸਰਾ ਮੈਨੂੰ ਸੀਗਾ ਕਿ ਅਸੀਂ ਆਇਲਸ ਦੇ ਉੱਪਰ ਜ਼ਰੂਰ ਗੱਲ ਕਰੀਏ ਕਿਉਂਕਿ ਅੱਜ ਦੇ ਟਾਈਮ 'ਚ ਬਹੁਤ ਸਾਰੇ ਬੱਚੇ ਬਾਹਰ ਜਾ ਰਹੇ ਨੇਗੇ। ਆਪਾਂ ਇਹ ਨਹੀਂ ਕਹਿੰਦੇ ਕਿ ਜਾਓ ਤੁਸੀਂ ਪਰ ਅਗਰ ਉਹ ਕਰ ਹੀ ਰਹੇ ਨੇ ਜਿਵੇਂ ਤੁਸੀਂ ਕਿਹਾ ਵੀ ਜਿਹਨੇ ਕਰਨੀ ਉਹਨੇ ਤਾਂ ਕਰਨੀ ਓ ਕਰਨੀ ਹੈ, ਤੇਰੇ ਮੇਰੇ ਕਹੇ 'ਤੇ ਉਹਨਾਂ ਨੇ ਰੁਕਣਾ ਨਹੀਂ ਹੈ ਤਾਂ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਪਹਿਲਾਂ ਉਹ ਇੱਧਰ ਲੁੱਟੇ ਗਏ ਅਤੇ ਬਾਹਰ ਜਾ ਕੇ ਤਾਂ ਉਹਨਾਂ ਨੇ ਫੀਸਾਂ ਤਿੱਗਣੀਆਂ ਭਰਨੀਆਂ ਹੀ ਭਰਨੀਆਂ ਨੇਗੀਆਂ ਹੈ ਨਾ। ਸੋ ਜਿਹੜੇ ਬੱਚੇ ਇੱਧਰ ਆਇਲਸ ਕਰ ਰਹੇ ਨੇ ਤੁਹਾਡੀ ਗੱਲਬਾਤ ਦੇ ਥਰੂ ਉਹਨਾਂ ਨੂੰ ਇੱਕ ਡਾਇਰੈਕਸ਼ਨ ਮਿਲੇ ਕਿ ਜੇ ਉਹ ਘਰ ਬੈਠ ਕੇ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਹ ਕਿਵੇਂ ਕਰ ਸਕਦੇ ਨੇ, ਅਗਰ ਉਹ ਫਿਜ਼ੀਕਲੀ ਕਿਤੋਂ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਤਾਂ ਉਹ ਕਿੱਥੇ ਪਹੁੰਚ ਸਕਦੇ ਨੇਗੇ। ਸੋ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹ ਸਨ ਸਾਡੇ ਨਾਲ ਅੱਜ ਖਾਸ ਇੰਟਰਵਿਊ ਦੇ ਵਿੱਚ ਪ੍ਰਿੰਸਪ੍ਰੀਤ ਸਿੰਘ ਚਾਹਲ ਹੋਰੀ ਜਿਹੜੇ ਕਿ C2 IELTS ਨਾਂ ਦਾ ਇੱਕ ਸੈਂਟਰ ਚਲਾਉਂਦੇ ਨੇ ਪਟਿਆਲੇ ਦੇ ਵਿੱਚ ਅਤੇ ਇਹਨਾਂ ਦੀ ਲਾਈਫ ਜਰਨੀ ਵੀ ਸਾਨੂੰ ਇੰਸਪਾਇਰਿੰਗ ਲੱਗਦੀ ਹੈ। ਕਈ ਵਾਰੀ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਵੀ ਆਪਾਂ ਛੋਟੀਆਂ ਰਿਜੈਕਸ਼ਨਸ ਤੋਂ ਜਾਂ ਛੋਟੀਆਂ ਡਿਸਅਪੁਆਇੰਟਮੈਂਟਸ ਤੋਂ ਆਪਾਂ ਇੰਨੇ ਜ਼ਿਆਦਾ ਅੱਕ ਜਾਂਦੇ ਹਾਂ ਜਾਂ ਨਿਰਾਸ਼ ਹੋ ਜਾਂਦੇ ਹਾਂ, ਆਪਾਂ ਸੋਚ ਲੈਂਦੇ ਕਿ ਜ਼ਿੰਦਗੀ 'ਚ ਮੇਰਾ ਹੁਣ ਕੁਛ ਬਣਨਾ ਹੀ ਨਹੀਂ ਜਾਂ ਮੈਂ ਕਰਨਾ ਹੀ ਨਹੀਂ, ਆਪਾਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹਾਂ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਜ਼ਿੰਦਗੀ 'ਚ ਵਾਰ-ਵਾਰ ਹਾਰ ਮਿਲਣ ਦੇ ਬਾਵਜੂਦ ਵੀ ਜ਼ਿੰਦਗੀ 'ਚ ਅੱਗੇ ਵਧਣਾ ਚੁਣਦੇ ਨੇ। ਅਤੇ ਇਸ ਤੋਂ ਇਲਾਵਾ ਆਇਲਸ ਦੇ ਨਾਲ ਜੁੜੀਆਂ ਕੁਝ ਗੱਲਾਂ ਜਾਂ ਮਿਥਸ ਕਹਿ ਲਓ ਜਾਂ ਟੈਬੂਜ਼ ਕਹਿ ਲਓ ਅਸੀਂ ਉਹਨਾਂ ਦੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਸੀ। ਉਮੀਦ ਹੈ ਕਿ ਅੱਜ ਦੀ ਗੱਲਬਾਤ ਤੁਹਾਡੇ ਲਈ ਲਾਹੇਵੰਦ ਹੋਊਗੀ, ਤੁਸੀਂ ਕੁਛ ਨਵਾਂ ਆਪਣੀ ਜ਼ਿੰਦਗੀ 'ਚ ਜੋੜ ਸਕੋਗੇ ਇਸ ਇੰਟਰਵਿਊ ਦੇ ਥਰੂ। ਅਤੇ ਮੈਨੂੰ ਗੁਰਦੀਪ ਗਰੇਵਾਲ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।